ਇਹ ਆਕਾਸ਼ਵਾਣੀ ਹੈ। ਹੁਣ ਸੁਣੋ 20 ਜਨਵਰੀ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪਰੀਖਿਆ ਪੇ ਚਰਚਾ ਪ੍ਰੋਗਰਾਮ ਤਹਿਤ ਵਿਦਿਆਰਥੀਆਂ, ਉਹਨਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨਾਲ ਕੀਤੀ ਗੱਲਬਾਤ ਦਾ ਪੰਜਾਬੀ ਰੂਪਾਂਤਰ। ਫਿਰ ਇੱਕ ਵਾਰ ਤੁਹਾਡਾ ਇਹ ਦੋਸਤ ਤੁਹਾਡੇ ਵਿਚਕਾਰ ਹੈ। ਮੈਂ ਸਭ ਤੋਂ ਪਹਿਲਾਂ ਤਾਂ 2020 ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਅਤੇ ਇਹ 2020 ਨਵਾਂ ਵਰ੍ਹਾ ਹੈ, ਅਜਿਹਾ ਨਹੀਂ ਹੈ। ਇਹ ਨਵਾਂ ਡੈਕੇਡ ਹੈ, ਨਵਾਂ ਦਹਾਕਾ ਹੈ ਅਤੇ ਤੁਹਾਡੇ ਜੀਵਨ 'ਚ ਇਹ ਦਹਾਕਾ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਹਿੰਦੁਸਤਾਨ ਲਈ ਵੀ ਇਹ ਦਹਾਕਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਸ ਦਹਾਕੇ 'ਚ ਦੇਸ਼ ਜੋ ਵੀ ਕਰੇਗਾ, ਉਸ 'ਚ ਇਸ ਸਮੇਂ ਜੋ 10ਵੀਂ 12ਵੀਂ ਦੇ ਵਿਦਿਆਰਥੀ ਨੇ, ਉਹਨਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਹੋਏਗਾ। ਮਤਲਬ ਇਹ ਦਹਾਕਾ ਮਹੱਤਵਪੂਰਨ ਬਣੇ, ਨਵੀਆਂ ਉਚਾਈਆਂ ਨੂੰ ਛੂਹਣ ਵਾਲਾ ਬਣੇ, ਨਵੇਂ ਸੁਪਨੇ, ਨਵੇਂ ਸੰਕਲਪ, ਨਵੇਂ ਅਰਮਾਨ, ਨਵੀਆਂ ਪ੍ਰਾਪਤੀਆਂ ਦੇ ਨਾਲ ਅੱਗੇ ਵਧੇ। ਇਹ ਸਭ ਇਸ ਪੀੜ੍ਹੀ ਉੱਤੇ ਜ਼ਿਆਦਾ ਨਿਰਭਰ ਕਰਦਾ ਹੈ ਅਤੇ ਇਸ ਲਈ ਵੀ ਇਸ ਦਹਾਕੇ ਲਈ ਮੈਂ ਤੁਹਾਨੂੰ ਅਨੇਕਾਂ ਸ਼ੁਭਕਾਮਨਾਵਾਂ ਦਿੰਦਾ। ਸਰਕਾਰ 'ਚ ਮੈਂ ਬਹੁਤ ਲੰਮੇ ਸਮੇਂ ਤੋਂ ਬੱਝਿਆ ਹੋਇਆ, ਬਹੁਤ ਲੰਮੇ ਅਰਸੇ ਤੱਕ ਮੁੱਖ ਮੰਤਰੀ ਰਿਹਾ। ਫਿਰ ਤੋਂ ਤੁਸੀਂ ਲੋਕਾਂ ਨੇ ਇਹ ਕੰਮ ਦੇ ਦਿੱਤਾ, ਇਸ ਕਰਕੇ ਕਈ ਪ੍ਰੋਗਰਾਮਾਂ 'ਚ ਜਾਣਾ ਹੁੰਦਾ ਹੈ, ਕਈ ਤਰ੍ਹਾਂ ਦੀਆਂ ਪ੍ਰਵਿਰਤੀਆਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਹਰ ਪ੍ਰਸੰਗ ਦਾ ਇੱਕ ਆਪਣਾ ਅਨੁਭਵ ਹੁੰਦਾ ਹੈ, ਕੁਝ ਜਾਣਨ ਦਾ ਮੌਕਾ ਮਿਲਦਾ ਹੈ, ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। ਹਰੇਕ ਦਾ ਆਪਣਾ ਮਹੱਤਵ ਹੁੰਦਾ ਹੈ। ਪਰ ਜੇ ਕੋਈ ਮੈਨੂੰ ਕਹੇ ਕਿ ਇੰਨੇ ਸਾਰੇ ਪ੍ਰੋਗਰਾਮਾਂ ਦੇ ਦਰਮਿਆਨ ਉਹ ਕਿਹੜਾ ਪ੍ਰੋਗਰਾਮ ਹੈ ਜੋ ਸਭ ਤੋਂ ਜ਼ਿਆਦਾ ਤੁਹਾਡੇ ਦਿਲ ਨੂੰ ਛੂਹ ਲੈਣ ਵਾਲਾ, ਤੁਹਾਡੇ ਦਿਲ ਦੇ ਕਰੀਬ ਹੈ, ਤਾਂ ਮੈਂ ਕਹਾਂਗਾ ਕਿ ਬਿਲਕੁਲ ਸਹੀ ਕਿਹਾ ਆਪ ਸਭ ਲੋਕਾਂ ਨੇ, ਪ੍ਰੀਖਿਆ ਉੱਤੇ ਚਰਚਾ। ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਜਦੋਂ ਇਸ ਦੀ ਤਿਆਰੀ ਹੁੰਦੀ ਹੈ, ਜਦੋਂ ਤੁਸੀਂ ਕੁਝ ਲਿਖ ਕੇ ਭੇਜਦੇ ਹੋ, ਅਤੇ ਮੈਂ ਵੇਖ ਰਿਹਾ ਕਿ ਦੇਸ਼ ਦੇ ਹਜ਼ਾਰਾਂ ਸਕੂਲ, ਸ਼ਾਇਦ ਹੀ ਦੇਸ਼ ਦੀ ਕੋਈ ਤਹਿਸੀਲ ਅਜਿਹੀ ਨਹੀਂ ਹੁੰਦੀ ਹੋਏਗੀ ਜੋ ਇਸ ਨਾਲ ਜੁੜਦੀ ਨਾ ਹੋਵੇ, ਤਾਂ ਮੈਨੂੰ ਵੀ ਦੇਸ਼ ਦੇ ਅਲੱਗ-ਅਲੱਗ ਕੋਨੇ 'ਚ ਦੇਸ਼ ਦਾ ਯੁਵਾ ਕੀ ਸੋਚਦਾ, ਯੁਵਾ ਮਨ ਕੀ ਚਾਹੁੰਦਾ, ਯੁਵਾ ਮਨ ਕੀ ਕਰ ਸਕਦਾ, ਇਹ ਮੈਂ ਚੰਗੀ ਤਰ੍ਹਾਂ ਮਹਿਸੂਸ ਕਰ ਸਕਦਾ, ਮੈਂ ਅੰਦਾਜ਼ਾ ਲਾ ਸਕਦਾ। ਅੱਛਾ, ਇੰਨਾ ਵਧੀਆ ਦੱਸ ਰਹੇ ਨੇ ਇਹ ਬੱਚੇ, ਤਾਂ ਮਨ ਨੂੰ ਇੱਕ ਆਨੰਦ ਆਉਂਦਾ। ਉਸੇ ਤਰ੍ਹਾਂ ਜਦੋਂ ਮੈਂ ਨੌਜਵਾਨਾਂ ਨਾਲ ਉਹਨਾਂ ਦੇ ਪ੍ਰੋਗਰਾਮ 'ਚ ਜਾਂਦਾ, ਭਾਰਤ ਦਾ ਉਜਵਲ ਭਵਿੱਖ ਕਿੰਨੀਆਂ ਨਵੀਆਂ ਇਮੈਜੀਨੇਸ਼ਨਸ ਦੇ ਨਾਲ ਅੱਗੇ ਵੱਧ ਸਕਦਾ, ਇਹ ਉਸ 'ਚ ਅਨੁਭਵ ਆਉਂਦਾ। ਤਾਂ ਅਜਿਹੇ ਕਈ ਪ੍ਰੋਗਰਾਮ ਜਿੱਥੇ ਨੌਜਵਾਨਾਂ ਨਾਲ ਮਿਲਣ ਦਾ ਮੌਕਾ ਮਿਲਦਾ, ਯੁਵਾ ਪੀੜ੍ਹੀ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਉਹ ਮੇਰੇ ਲਈ ਵੀ ਇੱਕ ਸਿੱਖਿਆ ਦਾ ਮੌਕਾ ਹੁੰਦਾ ਅਤੇ ਇਸੇ ਲਈ ਇਹ ਠੀਕ ਹੈ ਕਿ ਮੈਂ ਪ੍ਰੀਖਿਆ ਉੱਤੇ ਚਰਚਾ ਨਾ ਕਰਦਾ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਕੋਈ ਤਕਲੀਫ ਹੋਣ ਵਾਲੀ ਨਹੀਂ ਸੀ। ਜੇ ਮੈਂ ਨਾ ਕਰਦਾ ਤਾਂ ਅਖਬਾਰ 'ਚ ਕੋਈ ਐਡੀਟੋਰੀਅਲ ਵੀ ਛਪਣ ਵਾਲਾ ਨਹੀਂ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਰਦਾ, ਇਹ ਤਾਂ ਕਰਦਾ ਹੀ ਨਹੀਂ। ਇਹ ਮੈਂ ਆਪ ਹੀ ਸੋਚ ਕੇ ਵਿਚਾਰ ਕਰਕੇ ਆਪਣੇ ਜ਼ਿੰਮੇ ਲਿਆ ਹੈ, ਕਿਉਂਕਿ ਜਿਸ ਤਰ੍ਹਾਂ ਤੁਹਾਡੇ ਮਾਤਾ-ਪਿਤਾ ਜਦੋਂ ਤੁਸੀਂ 9ਵੀਂ ਜਮਾਤ 'ਚੋਂ ਨਿਕਲਣ ਦੀ ਤਿਆਰੀ 'ਚੋਂ, ਉਹਨਾਂ ਦੇ ਦਿਮਾਗ 'ਚ 10ਵੀਂ 11ਵੀਂ 12ਵੀਂ ਭਰ ਜਾਂਦੀ ਹੈ। ਕੁਝ ਵੀ ਕਰੋਗੇ ਕਹਿਣਗੇ ਪਤਾ ਨਹੀਂ ਹੁਣ 10ਵੀਂ 'ਚ ਆ ਗਿਆ, ਸਮਝ ਨਹੀਂ ਆਉਂਦਾ, ਇਹ 12ਵੀਂ ਹੈ। ਇੱਦਾਂ ਕਹਿੰਦੇ ਨੇ ਕਿ ਨਹੀਂ ਕਹਿੰਦੇ? ਦਿਨ 'ਚ 100 ਵਾਰ ਇਹ ਡਾਇਲੌਗ ਸੁਣਦੇ ਹੋ ਨਾ। ਤਾਂ ਮੈਨੂੰ ਲੱਗਾ ਕਿ ਤੁਹਾਡੇ ਮਾਤਾ-ਪਿਤਾ ਦਾ ਬੋਝ ਵੀ ਥੋੜ੍ਹਾ ਹਲਕਾ ਕਰਨਾ ਚਾਹੀਦਾ, ਤਾਂ ਜੋ ਕੰਮ ਉਹ ਕਰਦੇ ਨੇ ਮੈਂ ਹੀ ਸਾਂਝੇ ਤੌਰ 'ਤੇ ਕਰ ਲਵਾਂ। ਆਖਿਰ ਮੈਂ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ। ਅਤੇ ਦੂਸਰਾ, ਸਾਡੇ ਇੱਥੇ ਗੁਜਰਾਤ 'ਚ ਇੱਕ ਕਹਾਵਤ ਹੈ, ਪਾਰਖੀ ਮਾਂ ਕੰਨ ਬਿੰਨੇ। ਬਚਪਨ 'ਚ ਮਾਵਾਂ ਕੰਨ 'ਚ ਮੋਰੀਆਂ ਕਰ ਦਿੰਦੀਆਂ ਹੁੰਦੀਆਂ ਸੀ ਅਤੇ ਕੰਨ 'ਚ ਨਿੰਮ ਦੀ ਡੰਡੀ ਦੀ ਤੀਲੀ ਪਾ ਦਿੰਦੀਆਂ ਸੀ। ਮੇਰੇ ਵੀ ਕੰਨ 'ਚ ਛੇਕ ਕੀਤਾ ਗਿਆ ਸੀ ਛੋਟੇ ਹੁੰਦਿਆਂ, ਮੈਂ ਵੀ ਪਾਉਂਦਾ ਹੁੰਦਾ ਸੀ।
ਅੱਜ ਦੇ ਬੱਚੇ ਕਹਿੰਦੇ ਨੇ ਕਿ ਮਾਂ ਇੱਕੋ ਗੱਲ ਵਾਰ-ਵਾਰ ਹੀ ਕਹਿੰਦੀ ਰਹਿੰਦੀ ਹੈ, ਚੰਗਾ ਨਹੀਂ ਲੱਗਦਾ। ਪਰ ਜਦੋਂ ਉਹੀ ਗੱਲ ਕੋਈ ਬਾਹਰਲਾ ਕਹਿੰਦਾ ਤਾਂ ਉਹ ਕਿਤੇ ਚੰਗੀ ਤਰ੍ਹਾਂ ਰਜਿਸਟਰ ਹੋ ਜਾਂਦੀ ਹੈ। ਹੋ ਸਕਦਾ ਹੈ ਜੋ ਗੱਲ ਤੁਹਾਡੇ ਮਾਂ-ਬਾਪ ਕਰਦੇ ਨੇ, ਤੁਹਾਡੇ ਗਾਰਡੀਅਨ, ਤੁਹਾਡੇ ਟੀਚਰ ਕਰਦੇ ਨੇ, ਉਹੀ ਕੰਮ ਮੈਂ ਕਰਦਾ, ਅਲੱਗ ਤਰੀਕੇ ਨਾਲ ਕਰਦਾ ਅਤੇ ਆਪਣੇਪਨ ਨਾਲ ਕਰਦਾ, ਤੁਹਾਡਾ ਦੋਸਤ ਬਣ ਕੇ, ਤੁਹਾਡਾ ਸਾਥੀ ਬਣ ਕੇ, ਇੱਕ ਮਦਦਗਾਰ ਦੇ ਰੂਪ 'ਚ ਮੈਂ ਕਰਦਾ। ਇਸ ਲਈ ਮੈਨੂੰ ਵੀ ਸਕੂਨ ਮਿਲਦਾ ਅਤੇ ਤੁਹਾਨੂੰ ਵੀ ਮੈਂ ਬੋਝ ਨਹੀਂ ਲੱਗਦਾ। ਨਹੀਂ ਲੱਗਦਾ ਨਾ? ਹੈਂ, ਇਹ ਪ੍ਰਧਾਨ ਮੰਤਰੀ ਕੀ ਕਹਿਣਗੇ? ਫਿਰ ਘਰ ਜਾਵਾਂਗੇ ਤਾਂ ਇਹੀ ਕਰਨਾ ਪਏਗਾ। ਇਸ ਤਰ੍ਹਾਂ ਤਾਂ ਨਹੀਂ ਹੈ ਨਾ। ਤਾਂ ਅੱਜ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਅਤੇ ਅੱਜ ਕੱਲ੍ਹ ਦਾ ਫੈਸ਼ਨ ਹੈ ਬਈ #ਵਿਦਆਊਟ ਫਿਲਟਰ। ਤਾਂ ਅੱਜ ਸਾਡੇ ਵਿਚਕਾਰ ਵੀ #ਵਿਦਆਊਟ ਫਿਲਟਰ। ਜਿਸ ਤਰ੍ਹਾਂ ਤੁਸੀਂ ਆਪਣੇ ਦੋਸਤਾਂ ਨਾਲ ਗੱਲ ਕਰਦੇ ਹੋ ਉਸੇ ਤਰ੍ਹਾਂ ਹੀ ਕਰਾਂਗੇ। ਕੋਈ ਗੱਲ ਨਹੀਂ, ਜੇ ਗਲਤੀ ਵੀ ਹੋ ਜਾਏ, ਤੁਹਾਡੇ ਕੋਲੋਂ ਵੀ ਹੋ ਸਕਦੀ ਹੈ, ਮੇਰੇ ਕੋਲੋਂ ਵੀ ਹੋ ਸਕਦੀ ਹੈ, ਅਤੇ ਜੇ ਮੇਰੇ ਵੱਲੋਂ ਹੋਏਗੀ ਤਾਂ TV ਵਾਲਿਆਂ ਨੂੰ ਵੀ ਮਜ਼ਾ ਆਏਗਾ। ਮੈਂ ਜ਼ਿਆਦਾ ਤਾਂ ਉਹਨਾਂ ਨੂੰ ਖੁਸ਼ ਨਹੀਂ ਕਰ ਸਕਦਾ, ਪਰ ਜੇ ਇਸ ਨਾਲ ਵੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਤਾਂ ਚੰਗੀ ਗੱਲ। ਖੈਰ ਦੋਸਤੋ, ਹਲਕੇ ਫੁਲਕੇ ਮਾਹੌਲ 'ਚ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ ਕਿਸ ਦਾ? ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਡੇ ਉਤਸ਼ਾਹਪੂਰਨ ਤੇ ਪ੍ਰੇਰਕ ਸੰਬੋਧਨ ਨਾਲ ਸਭਾਗਾਰ ਵਿੱਚ ਉਤਸਵ ਦਾ ਮਾਹੌਲ ਬਣ ਗਿਆ ਹੈ। ਹਜ਼ਾਰਾਂ ਵਿਦਿਆਰਥੀ ਵਿਦਿਆਰਥਣਾਂ ਤੋਂ ਇਲਾਵਾ ਵਿਸ਼ਵ ਭਰ ਦੇ 25 ਕਰੋੜ ਤੋਂ ਵਧੇਰੇ ਵਿਦਿਆਰਥੀ, ਅਧਿਆਪਕ ਤੇ ਗਾਰਡੀਅਨ ਲਾਭ ਲੈ ਰਹੇ ਨੇ। ਸਰ, ਤੁਹਾਡੇ ਆਸ਼ੀਰਵਾਦ ਤੇ ਆਗਿਆ ਨਾਲ ਹੁਣ ਅਸੀਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਅਭਿਭਾਵਕਾਂ ਲਈ ਲਾਭਦਾਇਕ ਪ੍ਰਸ਼ਨਾਂ ਦੀ ਲੜੀ ਸ਼ੁਰੂ ਕਰਨਾ ਚਾਹੁੰਦੇ ਹਾਂ। ਆਓ ਹੁਣ ਪ੍ਰਧਾਨ ਮੰਤਰੀ ਜੀ ਦੀ ਆਗਿਆ ਨਾਲ ਅੱਗੇ ਵਧਦੇ ਹਾਂ ਪ੍ਰੀਖਿਆ ਤੇ ਚਰਚਾ 2020 ਦੇ ਵਿਸ਼ੇਸ਼ ਆਕਰਸ਼ਣ ਵੱਲ। ਸ਼੍ਰੀਮਾਨ ਜੀ, ਦੇਸ਼ ਦੀ ਆਨ ਬਾਨ ਸ਼ਾਨ ਦੀ ਧਰਤੀ ਰਾਜਸਥਾਨ ਦੇ SVK ਸੈਕੰਡਰੀ ਸਕੂਲ ਦੀ ਕਲਾਸ 10ਵੀਂ ਦੀ ਵਿਦਿਆਰਥਣ ਯਸ਼ਸ਼੍ਰੀ ਇੱਥੇ ਮੌਜੂਦ ਹੈ ਤੇ ਤੁਹਾਡੇ ਵੱਲੋਂ ਮਾਰਗਦਰਸ਼ਨ ਚਾਹੁੰਦੀ ਹੈ। ਆਪਣਾ ਪ੍ਰਸ਼ਨ ਪੁੱਛੋ ਯਸ਼ਸ਼੍ਰੀ। Good morning, sir. I, Yashri, from Swami Vivekanand Government Model School, Rajasthan. My classmates and I are preparing for board exams this year. ਤਾਂ ਇਸ ਬਾਰੇ 'ਚ ਸਾਡਾ ਕਈ ਵਾਰ ਮੂਡ ਬਹੁਤ ਆਫ ਹੋ ਜਾਂਦਾ ਹੈ। So sir, please motivate us and give some suggestions to take the exams without fear and nervousness. Thank you. ਧੰਨਵਾਦ ਯਸ਼ਸ਼੍ਰੀ। ਯਸ਼ਸ਼੍ਰੀ ਇਹ ਜਾਣਨਾ ਚਾਹੁੰਦੀ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਦਾ ਵਿਚਾਰ ਉਹਨਾਂ ਦਾ ਮੂਡ ਆਫ ਕਰ ਦਿੰਦਾ ਹੈ। ਉਹ ਕਿਵੇਂ ਆਪਣੇ ਆਪ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਨ? ਮੈਂ ਸੋਚ ਰਿਹਾ ਸੀ ਕਿ ਨੌਜਵਾਨਾਂ ਦਾ ਤਾਂ ਮੂਡ ਆਫ ਹੋਣਾ ਹੀ ਨਹੀਂ ਚਾਹੀਦਾ, ਪਰ ਕੀ ਕਦੇ ਅਸੀਂ ਸੋਚਿਆ ਕਿ ਮੂਡ ਆਫ ਕਿਉਂ ਹੁੰਦਾ? ਆਪਣੇ ਖੁਦ ਦੇ ਕਾਰਨ ਤੋਂ ਜਾਂ ਬਾਹਰ ਦੀ ਪਰਿਸਥਿਤੀ ਕਰਕੇ? ਜ਼ਿਆਦਾਤਰ ਤੁਸੀਂ ਵੇਖਿਆ ਹੋਵੇਗਾ ਕਿ ਜ਼ਿਆਦਾਤਰ ਕੇਸਾਂ 'ਚ ਦਿਮਾਗ ਖਰਾਬ ਹੁੰਦਾ, ਮੂਡ ਆਫ ਹੋ ਜਾਂਦਾ, ਕੰਮ ਕਰਨ ਦਾ ਮਨ ਨਹੀਂ ਕਰਦਾ। ਉਸ 'ਚ ਬਾਹਰ ਦੀਆਂ ਪਰਿਸਥਿਤੀਆਂ ਜ਼ਿਆਦਾ ਜ਼ਿੰਮੇਵਾਰ ਹੁੰਦੀਆਂ ਨੇ। ਜਿਸ ਤਰ੍ਹਾਂ ਮੰਨ ਲਓ ਤੁਸੀਂ ਮਾਂ ਨੂੰ ਕਿਹਾ, ਮਾਂ ਮੈਂ ਪੜ੍ਹ ਰਿਹਾ, ਵੇਖ ਲੈਣਾ ਕਿ 6 ਵਜੇ ਮੈਨੂੰ ਚਾਹ ਵਗੈਰਾ ਮਿਲ ਜਾਏ। ਤਾਂ ਫਿਰ ਤੁਸੀਂ ਪੜ੍ਹ ਰਹੇ ਹੋ ਬੜੀ ਮਸਤੀ 'ਚ, ਪਰ ਵਿੱਚ ਘੜੀ ਵੇਖ ਰਹੇ ਹੋ 6 ਵਜੇ ਕਿ ਨਹੀਂ ਵੱਜੇ। ਤਾਂ ਗੜਬੜ ਉੱਥੋਂ ਹੀ ਸ਼ੁਰੂ ਹੁੰਦੀ ਹੈ ਅਤੇ ਫਿਰ ਮਾਂ ਨੂੰ ਆਉਣ 'ਚ ਦੇਰ ਹੋ ਗਈ। ਉਹ 15 ਮਿੰਟ ਅੰਦਰੋਂ ਤੂਫਾਨ ਉੱਠ ਖੜਾ ਹੋ ਜਾਂਦਾ। ਮਾਂ ਸਮਝਦੀ ਕੀ ਹੈ? ਉਹਨੂੰ ਸਮਝ ਹੀ ਨਹੀਂ ਹੈ ਮੇਰੇ 10ਵੀਂ ਦੇ ਐਗਜ਼ਾਮਸ ਨੇ, ਮੈਂ ਪੜ੍ਹਨਾ ਹੈ, ਮੈਂ 6 ਵਜੇ ਚਾਹ ਵਾਸਤੇ ਕਿਹਾ ਸੀ। ਮੂਡ ਆਫ। ਪੱਕਾ ਇਹੀ ਹੁੰਦਾ ਨਾ। ਹੁਣ ਸੋਚਣ ਦਾ ਤਰੀਕਾ ਦੂਸਰਾ। ਇਹ ਸਭ ਹੋਇਆ, ਪਰ ਜੇ ਤੁਸੀਂ ਇਹ ਸੋਚਿਆ ਕਿ ਮਾਂ ਇੰਨੀ ਮਿਹਨਤ ਕਰਦੀ ਹੈ, ਮੇਰੀ ਇੰਨੀ ਚਿੰਤਾ ਕਰਦੀ ਹੈ, ਜ਼ਰੂਰ ਕੁਝ ਹੋਇਆ ਹੋਣਾ ਕਿ ਮਾਂ 6 ਵਜੇ ਚਾਹ ਨਹੀਂ ਲਿਆ ਪਾਈ, ਕੋਈ ਪ੍ਰੋਬਲਮ ਹੋਏਗੀ। ਜ਼ਰਾ ਵੇਖਾਂ ਮਾਂ ਨੂੰ ਕੁਝ ਹੋਇਆ ਤਾਂ ਨਹੀਂ। ਮੈਨੂੰ ਦੱਸੋ, ਮੂਡ ਆਫ ਹੋਏਗਾ ਜਾਂ ਮੂਡ ਚਾਰਜ ਹੋਏਗਾ? ਕਿਉਂ? ਕਿਉਂਕਿ ਤੁਸੀਂ ਆਪਣੀ ਇੱਛਾ ਨੂੰ ਆਪਣੇ ਨਾਲ ਇੰਨਾ ਨਹੀਂ ਜੋੜ ਦਿੱਤਾ ਕਿ ਜਿਸ ਦੀ ਵਜ੍ਹਾ ਨਾਲ ਉਹ ਆਸ ਪੂਰੀ ਨਾ ਹੁੰਦੇ ਦੇਖ ਮੂਡ ਡਾਊਨ ਹੋ ਜਾਂਦਾ। ਜੇ ਅਸੀਂ ਆਦਤ ਬਣਾ ਲਈਏ,
ਤੁਸੀਂ ਵੇਖਿਆ ਹੋਣਾ ਕਿ ਅਸੀਂ 5-6 ਦੋਸਤਾਂ ਨੇ ਕੋਈ ਖੇਡਣ ਦਾ ਪ੍ਰੋਗਰਾਮ ਬਣਾ ਲਿਆ, ਜਾ ਰਹੇ ਨੇ ਖੇਡਣ, ਪਰ ਇੱਕ ਸਾਥੀ ਅਜੇ ਆਇਆ ਨਹੀਂ। ਸਾਨੂੰ ਜਲਦੀ ਜਾਣਾ। ਤੁਸੀਂ ਵੇਖਿਆ ਹੋਵੇਗਾ ਕਿ ਉਹ ਜਿਹੜੇ ਪਹੁੰਚ ਗਏ ਨੇ ਉਹਨਾਂ 'ਚ 2 ਅਜਿਹੇ ਹੋਣਗੇ ਜੋ ਛਟਪਟਾਉਣਗੇ, ਕਾਲੇ ਪੈਣਗੇ, ਯਾਰ ਆਇਆ ਨਹੀਂ, ਵੇਖੋ ਲੇਟ ਹੋ ਗਏ। ਉਹਨਾਂ ਦਾ ਦਿਮਾਗ ਉੱਧਰ ਚੱਲ ਰਿਹਾ। 3 ਇਸ ਤਰ੍ਹਾਂ ਦੇ ਹੋ ਗਏ, ਅਰੇ ਯਾਰ ਆ ਜਾਏਗਾ। ਅਸੀਂ ਆਪਣੇ ਮਨ ਦਾ ਮੈਨੇਜਮੈਂਟ ਕਿਸ ਤਰ੍ਹਾਂ ਕਰਦੇ ਹਾਂ? ਇਹ ਮੂਡ ਦੀ ਗੱਲ। ਜਿੱਥੋਂ ਤੱਕ ਮੋਟੀਵੇਸ਼ਨ ਤੇ ਡੀਮੋਟੀਵੇਸ਼ਨ ਦਾ ਸਵਾਲ ਹੈ, ਜੀਵਨ 'ਚ ਸ਼ਾਇਦ ਹੀ ਕੋਈ ਐਸਾ ਵਿਅਕਤੀ ਹੋਏਗਾ ਜਿਸ ਨੂੰ ਇਹਨਾਂ ਚੀਜ਼ਾਂ ਤੋਂ ਗੁਜ਼ਰਨਾ ਨਾ ਪੈਂਦਾ ਹੋਏ। ਹਰ ਕਿਸੇ ਨੂੰ ਇਸ ਦੌਰ 'ਚੋਂ ਗੁਜ਼ਰਨਾ ਹੀ ਪੈਂਦਾ, ਵਾਰ-ਵਾਰ ਗੁਜ਼ਰਨਾ ਪੈਂਦਾ। ਕਦੇ ਕੁਝ ਕਰਨ ਲਈ ਬਹੁਤ ਮੋਟੀਵੇਟਿਡ ਹੁੰਦੇ ਨੇ, ਕਦੇ ਇੱਕਦਮ ਤੋਂ ਅਸਫਲਤਾ ਮਿਲੀ ਤਾਂ ਡੀਮੋਟੀਵੇਟ ਹੋ ਜਾਂਦੇ ਨੇ। ਹੁਣ ਤੁਸੀਂ ਵੇਖੋ ਚੰਦਰਯਾਨ, ਤੁਸੀਂ ਸਾਰੇ ਰਾਤ ਨੂੰ ਜਾਗ ਰਹੇ ਸੀ। ਚੰਦਰਯਾਨ ਨੂੰ ਭੇਜਣ 'ਚ ਤੁਹਾਡਾ ਸਭ ਦਾ ਕੋਈ ਕੰਟਰੀਬਿਊਸ਼ਨ ਸੀ? ਨਹੀਂ ਸੀ, ਪਰ ਤੁਸੀਂ ਇਸ ਤਰ੍ਹਾਂ ਮਨ ਲਗਾ ਕੇ ਬੈਠੇ ਸੀ ਜਿਵੇਂ ਤੁਸੀਂ ਹੀ ਕੀਤਾ। ਦੱਸੋ ਇੱਦਾਂ ਹੁੰਦਾ ਕਿ ਨਹੀਂ ਹੁੰਦਾ? ਤੇ ਜਦੋਂ ਨਹੀਂ ਹੋਇਆ ਤਾਂ ਸਭ ਦੇ ਸਭ ਸਾਇੰਟਿਸਟ ਤੇ ਸਾਇੰਟਿਸਟ, ਪੂਰਾ ਹਿੰਦੁਸਤਾਨ ਇੱਕ ਤਰ੍ਹਾਂ ਨਾਲ ਡੀਮੋਟੀਵੇਟ ਹੋ ਗਿਆ, ਜਾਂ ਨਹੀਂ ਹੋਇਆ? ਤੁਸੀਂ ਸਭ ਰਾਤ ਨੂੰ ਜਾਗ ਰਹੇ ਸੀ। ਕਦੇ-ਕਦੇ ਵਿਫਲਤਾ, ਨਾਕਾਮੀ ਸਾਨੂੰ ਅਜਿਹਾ ਕਰ ਦਿੰਦੀ ਹੈ। ਉਸ ਦਿਨ ਮੈਂ ਵੀ ਉੱਥੇ ਮੌਜੂਦ ਸੀ। ਮੈਂ ਅੱਜ ਸੀਕ੍ਰੇਟ ਦੱਸਦਾ। ਕੁਝ ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਮੋਦੀ ਜੀ, ਤੁਹਾਨੂੰ ਉਸ ਪ੍ਰੋਗਰਾਮ 'ਚ ਉੱਥੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ 'ਚ ਕੋਈ ਸਿਓਰਿਟੀ ਨਹੀਂ ਹੈ। ਤੁਸੀਂ ਜਾਓਗੇ, ਜੇ ਫੇਲ ਹੋ ਗਿਆ ਤਾਂ ਕੀ ਕਰੋਗੇ? ਮੈਂ ਕਿਹਾ ਇਸੇ ਲਈ ਮੈਨੂੰ ਜਾਣਾ ਚਾਹੀਦਾ। ਤੇ ਜਦੋਂ ਲਾਸਟ ਕੁਝ ਮਿੰਟ ਸੀ, ਮੈਂ ਵੇਖ ਰਿਹਾ ਸੀ ਸਾਇੰਟਿਸਟਾਂ ਦੇ ਚਿਹਰੇ ਉੱਤੇ ਬਦਲਾਵ ਦਿਖ ਰਿਹਾ, ਤਣਾਅ ਦਿਖ ਰਿਹਾ, ਇੱਕ ਦੂਸਰੇ ਵੱਲ ਵੇਖ ਰਹੇ ਨੇ। ਮੈਂ ਸਾਇੰਟਿਸਟ ਤਾਂ ਹਾਂ ਨਹੀਂ, ਜ਼ਿਆਦਾ ਸਮਝ ਨਹੀਂ ਸੀ ਸਕਦਾ, ਪਰ ਉਹਨਾਂ ਦੇ ਚਿਹਰਿਆਂ ਤੋਂ ਲੱਗਿਆ ਕਿ ਕੁਝ ਅਣਹੋਣੀ ਹੋ ਰਹੀ ਹੈ। ਫਿਰ ਥੋੜ੍ਹੀ ਦੇਰ 'ਚ ਆ ਕੇ ਉਹਨਾਂ ਨੇ ਮੈਨੂੰ ਦੱਸਿਆ। ਮੈਂ ਕਿਹਾ ਠੀਕ ਹੈ, ਤੁਸੀਂ ਟਰਾਈ ਕਰ ਰਹੇ ਹੋ, ਕਰੋ। ਮੈਂ ਬੱਚਾ, ਮੈਂ ਬੈਠਾ। ਫਿਰ 10 ਮਿੰਟਾਂ ਬਾਅਦ ਉਹਨਾਂ ਦੱਸਿਆ ਸਾਹਿਬ ਨਹੀਂ ਹੋ ਰਿਹਾ। ਫਿਰ ਮੈਂ ਕੁਝ ਸਾਇੰਟਿਸਟਾਂ ਦੇ ਨਾਲ ਉੱਥੇ ਬੈਠਾ, ਉਹਨਾਂ ਨਾਲ ਕੁਝ ਗੱਲਾਂ ਕੀਤੀਆਂ, ਅੰਦਰ ਵੀ ਜਾ ਕੇ ਥੋੜ੍ਹਾ ਚੱਕਰ ਲਾਇਆ। ਚਿੰਤਾ ਨਾ ਕਰੋ, ਕੋਈ ਗੱਲ ਨਹੀਂ। ਰਾਤ ਦੇ ਕਰੀਬ 3 ਵੱਜ ਗਏ ਸੀ। ਮੈਂ ਆਪਣੇ ਹੋਟਲ ਗਿਆ, ਪਰ ਮੈਂ ਚੈਨ ਨਾਲ ਬੈਠ ਨਹੀਂ ਪਾਇਆ। ਸੌਣ ਦਾ ਮਨ ਨਹੀਂ ਸੀ ਕਰ ਰਿਹਾ। ਸਾਡੀ ਜੋ PMO ਦੀ ਟੀਮ ਹੈ ਉਹ ਆਪਣੇ ਕਮਰੇ 'ਚ ਚਲੀ ਗਈ ਸੀ। ਅੱਧਾ ਪੌਣਾ ਘੰਟਾ ਇਸੇ ਤਰ੍ਹਾਂ ਬਿਤਾਇਆ। ਮੈਂ ਚੱਕਰ ਕੱਟ ਰਿਹਾ ਸੀ ਤਾਂ ਮੈਂ ਕਿਹਾ ਇਸ ਤਰ੍ਹਾਂ ਕਰੋ, ਸਭ ਨੂੰ ਬੁਲਾਓ। ਤਾਂ ਜਿਹੜੇ ਵਿਚਾਰੇ ਸੌਂ ਗਏ ਸੀ ਉਹਨਾਂ ਨੂੰ ਬੁਲਾਇਆ। ਮੈਂ ਕਿਹਾ ਵੇਖੋ ਸਵੇਰੇ ਅਸੀਂ ਜਾਣਾ, ਪਰ ਅਸੀਂ ਪ੍ਰੋਗਰਾਮ ਬਦਲ ਦਿਆਂਗੇ। ਸਵੇਰੇ ਅਸੀਂ ਜਲਦੀ ਨਹੀਂ ਜਾਵਾਂਗੇ, ਦੇਰ ਨਾਲ ਜਾਵਾਂਗੇ। ਤੇ ਇਹਨਾਂ ਸਾਇੰਟਿਸਟਾਂ ਨੂੰ ਰਾਤ ਦੇ 3 ਵੱਜ ਗਏ ਨੇ, ਪਰ ਕੀ ਸਵੇਰੇ 7-7:30 ਵਜੇ ਇਕੱਠੇ ਹੋ ਸਕਦੇ ਨੇ? ਮੈਂ ਮਿਲਣਾ ਚਾਹੁੰਦਾ। ਮੈਂ ਸਵੇਰੇ ਉੱਠ ਕੇ ਚਲਾ ਜਾਂਦਾ, ਜਾ ਸਕਦਾ ਸੀ। ਤੇ ਜਿਸ ਦੇਸ਼ 'ਚ ਕੋਈ ਨੋਟਿਸ ਵੀ ਨਹੀਂ ਕਰਦਾ, ਕੋਈ ਲੋੜ ਵੀ ਨਹੀਂ ਸੀ, ਮੈਂ ਖੁਦ ਨੂੰ ਸਮਝਾ ਨਹੀਂ ਪਾ ਰਿਹਾ ਸੀ। ਤੇ ਇਸੇ ਲਈ ਮੈਂ ਸਵੇਰੇ ਉਹਨਾਂ ਸਾਇੰਟਿਸਟਾਂ ਨੂੰ ਮੁੜ ਇਕੱਠੇ ਕੀਤਾ। ਮੈਂ ਮੇਰੀਆਂ ਭਾਵਨਾਵਾਂ ਵਿਅਕਤ ਕੀਤੀਆਂ, ਉਹਨਾਂ ਦੀ ਮਿਹਨਤ ਦੀ ਜਿੰਨੀ ਸ਼ਲਾਘਾ ਕੀਤੀ ਜਾ ਸਕਦੀ ਸੀ ਕੀਤੀ, ਦੇਸ਼ ਦੇ ਸੁਪਨਿਆਂ ਦੀਆਂ ਗੱਲਾਂ ਕੀਤੀਆਂ। ਇੱਕ ਪੂਰਾ ਮਾਹੌਲ ਬਦਲ ਗਿਆ ਤੇ ਉੱਥੇ ਦਾ ਹੀ ਨਹੀਂ, ਪੂਰੇ ਹਿੰਦੁਸਤਾਨ ਦਾ ਮਾਹੌਲ ਬਦਲ ਗਿਆ। ਤੇ ਬਾਅਦ 'ਚ ਕੀ ਹੋਇਆ ਤੁਸੀਂ TV ਉੱਤੇ ਵੇਖਿਆ ਹੋਵੇਗਾ। ਮੈਂ ਕਹਿਣਾ ਨਹੀਂ ਚਾਹੁੰਦਾ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਵਿਫਲਤਾਵਾਂ 'ਚੋਂ ਵੀ ਸਫਲਤਾ ਦੀ ਸਿੱਖਿਆ ਲੈ ਸਕਦੇ ਹਾਂ। ਹਰ ਕੋਸ਼ਿਸ਼ 'ਚ ਵੀ ਅਸੀਂ ਉਤਸ਼ਾਹ ਭਰ ਸਕਦੇ ਹਾਂ। ਕਿਸੇ ਚੀਜ਼ 'ਚ ਤੁਸੀਂ ਨਾਕਾਮ ਹੋ ਗਏ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਹੁਣ ਕਾਮਯਾਬੀ ਵੱਲ ਤੁਰ ਪਏ ਹੋ। ਜੇ ਉੱਥੇ ਹੀ ਰੁਕ ਗਏ ਫਿਰ ਤਾਂ ਕਿੰਨੇ ਹੀ ਟਰੈਕਟਰ ਲਾ ਦਈਏ ਤੁਹਾਨੂੰ ਖਿੱਚਣ ਲਈ, ਤੁਸੀਂ ਨਹੀਂ ਨਿਕਲ ਸਕਦੇ। ਇਹ ਖੁਦ ਤੈਅ ਕਰੋਗੇ ਤਾਂ ਹੀ ਨਿਕਲ ਸਕੋਗੇ। ਤੇ ਇਸੇ ਲਈ ਮੋਟੀਵੇਸ਼ਨ, ਡੀਮੋਟੀਵੇਸ਼ਨ ਤੁਹਾਨੂੰ ਪਤਾ ਹੋਏਗਾ। 2001 'ਚ
ਸ਼ਾਇਦ ਕਲਕੱਤਾ 'ਚ ਇੰਡੀਆ ਤੇ ਆਸਟ੍ਰੇਲੀਆ ਦਾ ਕ੍ਰਿਕਟ ਮੈਚ ਸੀ। ਉਸ ਵੇਲੇ ਤੁਹਾਡੇ ਵਿੱਚੋਂ ਕੁਝ ਲੋਕ ਹੋਣਗੇ ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ। ਉਦੋਂ ਐਸੀ ਸਥਿਤੀ ਹੋ ਗਈ, ਅਜੇ ਵੀ ਆਸਟ੍ਰੇਲੀਆ ਦੀ ਟੀਮ ਇੱਥੇ ਹੈ। 2001 ਵਿੱਚ ਇੰਡੀਆ ਤੇ ਆਸਟ੍ਰੇਲੀਆ ਦਾ ਮੈਚ ਸੀ। ਫੋਲੋ ਔਨ ਹੋਣਾ ਪਿਆ, ਬੁਰੇ ਹਾਲ ਸੀ। ਦੁਬਾਰਾ ਖੇਡਣ ਆਏ ਤਾਂ ਫਟਾਫਟ ਵਿਕਟ ਜਾਣ ਲੱਗੇ। ਸਾਰਾ ਮਾਹੌਲ ਡੀਮੋਟੀਵੇਸ਼ਨ ਦਾ ਸੀ। ਆਡੀਅנס ਵੀ ਨਾਰਾਜ਼ਗੀ ਆਪਣੀ ਜ਼ਾਹਿਰ ਕਰਦੀ ਰਹਿੰਦੀ ਹੈ, ਭੁੱਲ ਜਾਂਦੀ ਹੈ ਕਿ ਸਾਡੇ ਆਪਣੇ ਖੇਡ ਰਹੇ ਨੇ, ਉਤਸ਼ਾਹ ਵਧਾਈਏ, ਪਰ ਨਹੀਂ, ਗੁੱਸੇ 'ਚ ਆਊਟ ਹੋ ਗਏ, ਵਿਕਟ ਗਏ। ਇਸੇ ਤਰ੍ਹਾਂ ਹੀ ਹੁੰਦਾ ਨਾ। ਪਰ ਤੁਹਾਨੂੰ ਯਾਦ ਹੋਏਗਾ ਰਾਹੁਲ ਦ੍ਰਾਵਿੜ ਤੇ VVS ਲਕਸ਼ਮਣ, ਇਹਨਾਂ ਦੋਹਾਂ ਨੇ ਉਸ ਦਿਨ ਪਿੱਚ ਉੱਤੇ ਜੋ ਕਮਾਲ ਕੀਤਾ, ਇਸ ਤਰ੍ਹਾਂ ਹੌਲੀ ਹੌਲੀ ਸ਼ਾਮ ਤੱਕ ਖੇਡ ਨੂੰ ਖਿੱਚਦੇ ਚਲੇ ਗਏ, ਸਾਰੀ ਪਰਿਸਥਿਤੀ ਨੂੰ ਉਲਟ ਕਰ ਦਿੱਤਾ। ਇੰਨਾ ਹੀ ਨਹੀਂ, ਉਹ ਮੈਚ ਜਿੱਤ ਕੇ ਆ ਗਏ। ਮਾਹੌਲ ਪੂਰਾ ਡੀਮੋਟੀਵੇਸ਼ਨ ਦਾ ਸੀ, ਪਰ ਇੱਕ ਸੰਕਲਪ, ਹਾਰ ਕਿਵੇਂ ਸਕਦੇ ਹਾਂ, ਜੁਟ ਜਾਵਾਂਗੇ, ਜੂਝ ਲਵਾਂਗੇ, ਇੱਕ ਦਿਨ ਬਾਲ ਦੇ ਨਾਲ ਤਾਕਤ ਦਿਖਾਵਾਂਗੇ। ਨਤੀਜਾ ਦਿੱਤਾ। ਤੇ 2002 ਵਿੱਚ ਵੀ ਤੁਸੀਂ ਵੇਖਿਆ ਹੋਵੇਗਾ, ਭਾਰਤੀ ਟੀਮ ਵੈਸਟ ਇੰਡੀਜ਼ ਖੇਡਣ ਗਈ ਸੀ ਤਾਂ ਉਸ ਵੇਲੇ ਸਾਡੇ ਇੱਕ ਚੰਗੇ ਬੌਲਰ ਅਨਿਲ ਕੁੰਬਲੇ, ਉਹਨਾਂ ਨੂੰ ਇੱਕ ਬਾਊਂਸਰ ਤੋਂ ਸੱਟ ਲੱਗੀ ਤੇ ਪੂਰਾ ਜਬੜਾ ਟੁੱਟ ਗਿਆ। ਕਾਫੀ ਦਰਦ ਸੀ, ਪਰ ਉਹਨਾਂ ਨੇ ਦਰਦ ਦੀ ਪਰਵਾਹ ਨਹੀਂ ਕੀਤੀ, ਰੋਂਦੇ ਨਹੀਂ ਬੈਠੇ। ਜੇ ਉਹ ਨਾ ਵੀ ਖੇਡਦੇ ਤਾਂ ਦੇਸ਼ ਉਹਨਾਂ ਨੂੰ ਦੋਸ਼ ਨਹੀਂ ਦਿੰਦਾ, ਪਰ ਉਹਨਾਂ ਨੇ ਤੈਅ ਕੀਤਾ ਕਿ ਨਹੀਂ, ਮੇਰਾ ਜ਼ਿੰਮਾ ਹੈ। ਠੀਕ ਹੈ, ਦਰਦ ਹੁੰਦਾ ਤਾਂ ਹੁੰਦਾ, ਜਿੰਨੀਆਂ ਪੱਟੀਆਂ ਲਾ ਸਕਦੇ ਸੀ ਲਾਈਆਂ ਤੇ ਮੈਦਾਨ 'ਚ ਉਤਰੇ। ਤੇ ਤੁਹਾਨੂੰ ਪਤਾ ਹੋਵੇਗਾ ਕਿ ਉਸ ਵੇਲੇ ਲਾਰਾ ਦੀ ਵਿਕਟ ਲੈਣਾ ਅਚੀਵਮੈਂਟ ਮੰਨਿਆ ਜਾਂਦਾ ਸੀ ਤੇ ਬ੍ਰਾਇਨ ਲਾਰਾ ਦੀ ਵਿਕਟ ਲੈ ਕੇ ਉਹਨਾਂ ਨੇ ਪੂਰੇ ਮੈਚ ਦਾ ਚਿੱਤਰ ਹੀ ਪਲਟ ਦਿੱਤਾ। ਯਾਨੀ ਇੱਕ ਵਿਅਕਤੀ ਦਾ ਸੰਕਲਪ ਹੋਰਾਂ ਦਾ ਵੀ ਮੋਟੀਵੇਸ਼ਨ ਦਾ ਕਿੰਨਾ ਵੱਡਾ ਕਾਰਨ ਬਣ ਜਾਂਦਾ ਹੈ। ਅਜਿਹੀਆਂ ਅਨੇਕਾਂ ਘਟਨਾਵਾਂ ਤੁਹਾਡੇ ਸਾਹਮਣੇ ਹੋਣਗੀਆਂ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਤੈਅ ਕਰ ਸਕਦੇ ਹੋ ਕਿ ਇਮੋਸ਼ਨਸ ਨੂੰ ਮੈਨੇਜ ਕਰਨ ਦਾ ਮੇਰਾ ਤਰੀਕਾ ਕਿਹੋ ਜਿਹਾ, ਉਸ 'ਤੇ ਨਿਰਭਰ ਕਰਦਾ ਹੈ। ਜੇ ਇਹ ਅਸੀਂ ਕਰ ਲਿਆ ਤਾਂ ਮੂਡ ਆਫ ਹੋਏਗਾ, ਪਰ ਉਸ ਨੂੰ ਫਿਰ ਵੀ ਤੁਸੀਂ ਪਲ ਦੋ ਪਲ 'ਚ ਮੈਨੇਜ ਕਰ ਲਓਗੇ ਤੇ ਫਿਰ ਤੁਸੀਂ ਤੰਦਰੁਸਤ ਮਨ ਨਾਲ ਉਸ ਨੂੰ ਅੱਗੇ ਵਧਾ ਸਕੋਗੇ। ਧੰਨਵਾਦ ਤੁਹਾਡਾ। ਤੁਹਾਡੇ ਸ਼ਬਦਾਂ ਨਾਲ ਮਨ ਇੱਕਦਮ ਫਰੈਸ਼ ਹੋ ਗਿਆ ਹੈ। ਧੰਨਵਾਦ। ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਸਾਧਨਾ ਸਥਲੀ ਕੇਦਾਰਨਾਥ ਦੇ ਰਾਜ ਉੱਤਰਾਖੰਡ ਤੋਂ ਜਮਾਤ 10ਵੀਂ ਦੇ ਮਯੰਕ ਨੇ ਵੀ ਬਲੂਮਿੰਗਡੇਲਸ ਪਬਲਿਕ ਸਕੂਲ ਸ਼੍ਰੀਮਾਨ ਤੋਂ ਮਾਰਗਦਰਸ਼ਨ ਚਾਹੁੰਦੇ ਨੇ। ਮੇ ਵੀ ਹੈਵ ਦਾ ਕੁਐਸਚਨ ਪਲੀਜ਼। ਮਾਨਯੋਗ ਪ੍ਰਧਾਨ ਮੰਤਰੀ ਜੀ, ਸ਼ੁਭ ਪ੍ਰਭਾਤ। ਮੈਂ ਬਲੂਮਿੰਗਡੇਲਸ ਪਬਲਿਕ ਸਕੂਲ ਕੋਟਦੁਆਰ ਉੱਤਰਾਖੰਡ ਤੋਂ ਜਮਾਤ 10ਵੀਂ ਦਾ ਵਿਦਿਆਰਥੀ ਹਾਂ। ਸਫਲ ਲੋਕ ਜਿਵੇਂ ਬਿਲ ਗੇਟਸ, ਥਾਮਸ ਐਡੀਸਨ ਆਪਣੇ ਆਰੰਭਕ ਜੀਵਨ ਵਿੱਚ ਅਸਫਲ ਸਾਬਤ ਹੋਏ ਹਨ ਅਤੇ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੁਆਰਾ ਹੀ ਕਿਸੇ ਦੀ ਪਹਿਚਾਣ ਨਹੀਂ ਕੀਤੀ ਜਾ ਸਕਦੀ। ਮਾਨਯੋਗ ਮਹੋਦਿਆ ਜੀ, ਮੇਰਾ ਸਵਾਲ ਇਹ ਹੈ ਕਿ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਲਈ ਅਸੀਂ ਆਪਣਾ ਕਿੰਨਾ ਧਿਆਨ ਕੇਂਦਰਿਤ ਕਰੀਏ? ਧੰਨਵਾਦ। ਧੰਨਵਾਦ ਮਯੰਕ। ਮਾਣਯੋਗ ਪ੍ਰਧਾਨ ਮੰਤਰੀ ਜੀ ਮਯੰਕ ਇਹ ਜਾਣਨਾ ਚਾਹੁੰਦੇ ਨੇ ਕਿ ਜੀਵਨ ਵਿੱਚ ਸਫਲਤਾ ਦਾ ਮਾਪਦੰਡ ਕੀ ਕੇਵਲ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਨੇ? ਤੁਹਾਡੀ ਚਿੰਤਾ ਸਹੀ ਹੈ ਤੇ ਸ਼ਾਇਦ ਹਰ ਵਿਦਿਆਰਥੀ ਨੂੰ ਘਰ ਵਿੱਚ ਤੇ ਸਕੂਲ ਵਿੱਚ ਲਗਾਤਾਰ ਇਸੇ ਚੀਜ਼ ਦਾ ਮੁਕਾਬਲਾ ਕਰਨਾ ਪੈਂਦਾ ਹੋਵੇਗਾ, ਕਿਉਂਕਿ ਜਾਣੇ ਅਣਜਾਣੇ ਵਿੱਚ ਅਸੀਂ ਉਸ ਦਿਸ਼ਾ ਵਿੱਚ ਚੱਲ ਪਏ ਹਾਂ। ਸਾਡੀਆਂ ਸਿੱਖਿਆਵਾਂ ਨੂੰ ਲੈ ਕੇ, ਜਿਸ ਵਿੱਚ ਸਫਲਤਾ ਵਿਫਲਤਾ ਦਾ ਇੱਕ ਟਰਨਿੰਗ ਪੁਆਇੰਟ ਕੁਝ ਵਿਸ਼ੇਸ਼ ਪ੍ਰੀਖਿਆਵਾਂ ਦੇ ਮਾਰਕਸ ਬਣ ਗਿਆ ਤੇ ਉਸ ਦੇ ਕਾਰਨ ਮਨ ਵੀ ਉਸ ਗੱਲ ਉੱਤੇ ਰਹਿੰਦਾ ਕਿ ਬਾਕੀ ਸਭ ਬਾਅਦ ਵਿੱਚ ਕਰੂੰਗਾ, ਇੱਕ ਵਾਰ ਮਾਰਕਸ ਲੈ ਆਵਾਂ। ਮਾਂ-ਬਾਪ ਵੀ ਇਹੀ ਇੱਕ ਐਨਵਾਇਰਨਮੈਂਟ ਕ੍ਰੀਏਟ ਕਰਦੇ ਨੇ ਕਿ ਪਹਿਲਾਂ ਤੁਸੀਂ 10ਵੀਂ ਵਧੀਆ ਕਰ ਲਓ, ਫਿਰ ਕੋਈ ਪ੍ਰੋਬਲਮ ਨਹੀਂ, ਤੁਹਾਡਾ ਰਸਤਾ ਸਾਫ਼ ਹੋ ਜਾਏਗਾ। ਫਿਰ 11ਵੀਂ ਵਿੱਚ ਆਉਣਗੇ ਤਾਂ ਫਿਰ ਕਹਿਣਗੇ ਬਈ ਗੱਲ ਬਰਾਬਰ ਹੈ, ਪਰ 12ਵੀਂ ਬਹੁਤ ਮਹੱਤਵਪੂਰਨ ਹੈ ਤੇ ਇਸ ਉੱਤੇ ਜ਼ੋਰ ਲਗਾ ਦਿਓ। ਫਿਰ ਕਹਿਣਗੇ ਕਿ ਐਂਟਰੈਂਸ ਐਗਜ਼ਾਮ ਮਹੱਤਵਪੂਰਨ ਹੈ, ਇਸ ਉੱਤੇ ਜ਼ੋਰ ਲਗਾ ਦਿਓ। ਉਹਨਾਂ ਦਾ ਇਰਾਦਾ ਹੁੰਦਾ ਕਿ ਬੱਚੇ ਨੂੰ ਜ਼ਰਾ ਮੋਟੀਵੇਟ ਕਰੀਏ, ਉਤਸ਼ਾਹਿਤ ਕਰੀਏ, ਪਰ ਕਿਸੇ ਜ਼ਮਾਨੇ ਵਿੱਚ ਇਹ ਸੱਚ ਹੋਏਗਾ। ਪਰ ਅੱਜ ਦੁਨੀਆ ਬਹੁਤ ਬਦਲ ਚੁੱਕੀ ਹੈ, ਸੰਭਾਵਨਾਵਾਂ ਬਹੁਤ ਵੱਧ ਗਈਆਂ ਨੇ। ਸਿਰਫ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ ਹਨ,
ਉਸੇ ਤਰ੍ਹਾਂ ਕੋਈ ਇੱਕ ਇਮਤਿਹਾਨ ਪੂਰੀ ਜ਼ਿੰਦਗੀ ਨਹੀਂ ਹੈ, ਉਹ ਇੱਕ ਪੜਾਅ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਪੂਰੇ ਜੀਵਨ ਦਾ ਇਸ ਨੂੰ ਇੱਕ ਮਹੱਤਵਪੂਰਨ ਪੜਾਅ ਮੰਨੀਏ, ਪਰ ਇਹੀ ਸਭ ਕੁਝ ਹੈ, ਇਹ ਕਦੇ ਨਹੀਂ ਮੰਨਣਾ ਚਾਹੀਦਾ। ਮਾਂ-ਬਾਪ ਨੂੰ ਮੈਂ ਖਾਸ ਪ੍ਰਾਰਥਨਾ ਕਰਨਾ ਚਾਹੁੰਦਾ ਕਿ ਤੁਸੀਂ ਬੱਚਿਆਂ ਨੂੰ ਇਹ ਨਹੀਂ ਤਾਂ ਕੁਝ ਨਹੀਂ, ਇਹ ਜਿਹੜੀ ਭਾਵਨਾ ਭਰ ਦਿੰਦੇ ਹੋ, ਮਿਹਰਬਾਨੀ ਕਰਕੇ ਅਜਿਹਾ ਨਾ ਕਰੋ। ਇਹ ਹੋਇਆ ਤਾਂ ਚੰਗੀ ਗੱਲ, ਜ਼ਿਆਦਾ ਵਧੀਆ ਪ੍ਰਾਪਤ ਕੀਤਾ ਤਾਂ ਇਹ ਹੋਰ ਵੀ ਚੰਗੀ ਗੱਲ ਹੈ, ਪਰ ਜੇ ਕੁਝ ਨਾ ਹੋਇਆ, ਜਿਵੇਂ ਦੁਨੀਆ ਲੁੱਟ ਗਈ, ਇਹ ਸੋਚ ਬਿਲਕੁਲ ਵੀ ਅੱਜ ਦੇ ਯੁੱਗ ਵਿੱਚ ਉਪਯੋਗੀ ਨਹੀਂ ਹੈ। ਬਹੁਤ ਸਾਰੇ ਸਕੋਪ ਨੇ, ਜੀਵਨ ਦੇ ਕਿਸੇ ਵੀ ਖੇਤਰ ਵਿੱਚ ਤੁਸੀਂ ਜਾ ਸਕਦੇ ਹੋ। ਤੁਸੀਂ ਦੇਖਿਆ ਹੋਵੇਗਾ, ਕਿਸਾਨ ਹੋ ਸਕਦਾ ਉਸ ਦੀ ਸਕੂਲੀ ਪੜ੍ਹਾਈ ਬਹੁਤ ਘੱਟ ਹੋਈ ਹੋਵੇ, ਪਰ ਉਹ ਸਿੱਖਦਾ, ਤਜਰਬੇ ਕਰਦਾ, ਟੈਕਨੋਲੋਜੀ ਅਡਾਪਟ ਕਰਦਾ, ਸਿੱਖਿਆ ਨਾਲ ਖੇਤੀ ਤਕਨੀਕਾਂ ਸਿੱਖਦਾ ਤੇ ਜੀਵਨ ਨੂੰ ਕਿੰਨਾ ਵਧੀਆ ਬਣਾ ਲੈਂਦਾ। ਤੇ ਇਸ ਲਈ ਮੈਂ ਤੁਹਾਨੂੰ ਕਹਾਂਗਾ ਕਿ ਪ੍ਰੀਖਿਆਵਾਂ ਦਾ ਮਹੱਤਵ ਹੈ, ਉਸ ਦੇ ਬਾਵਜੂਦ ਵੀ ਪ੍ਰੀਖਿਆ ਹੀ ਜ਼ਿੰਦਗੀ ਹੈ। ਇਸ ਸੋਚ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ। ਜੀਵਨ ਵਿੱਚ ਕਈ ਪ੍ਰਵਿਰਤੀਆਂ ਹੁੰਦੀਆਂ ਨੇ, ਕਈ ਚੀਜ਼ਾਂ ਹੁੰਦੀਆਂ ਨੇ, ਇਸ ਨੂੰ ਲੈ ਕੇ ਅਸੀਂ ਅੱਗੇ ਵੱਧ ਸਕਦੇ ਹਾਂ। ਧੰਨਵਾਦ ਮਾਨਯੋਗ ਪ੍ਰਧਾਨ ਮੰਤਰੀ ਜੀ, ਤੁਹਾਡੇ ਪ੍ਰੇਰਨਾਦਾਇਕ ਸ਼ਬਦ ਸਾਡੇ ਸਾਰਿਆਂ ਲਈ ਪ੍ਰੇਰਨਾ ਦੇ ਸਰੋਤ ਨੇ। The next question comes from the heart of India, the state of Madhya Pradesh. Prajakta Atankar, a student of class 9th of Kendriya Vidyalaya Ganganagar, Gada Jabalpur, joins us to ask her question. Could we have the question, please? My name is Prajakta Atankar from Kendriya Vidyalaya, Gada, Jabalpur, MP. My question to Honorable Prime Minister is, the balance between co-curricular activities and study is very important. But these activities distract the children. Is it so? ਪ੍ਰਧਾਨ ਮੰਤਰੀ ਜੀ, ਇਸੇ ਨਾਲ ਮਿਲਦਾ ਜੁਲਦਾ ਇੱਕ ਹੋਰ ਪ੍ਰਸ਼ਨ ਹੈ। ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਨੰਬਰ 2 ਦਿੱਲੀ ਦੀ ਜਮਾਤ 9ਵੀਂ ਦੀ ਵਿਦਿਆਰਥਣ ਰੀਆ ਨੇਗੀ ਆਪਣੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨ ਦਾ ਉੱਤਰ ਚਾਹੁੰਦੀ ਹੈ। ਰੀਆ ਸਭਾਗਾਰ ਵਿੱਚ ਬੈਠੀ ਹੈ ਤੇ ਰੀਆ, ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ। ਮਾਨਯੋਗ ਪ੍ਰਧਾਨ ਮੰਤਰੀ ਜੀ, ਮੈਂ ਰੀਆ ਨੇਗੀ ਜਮਾਤ 9ਵੀਂ ਦੀ ਵਿਦਿਆਰਥਣ ਹਾਂ। ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਨੰਬਰ 2 ਵਿੱਚ ਪੜ੍ਹਦੀ ਹਾਂ। ਮੈਂ ਦਿੱਲੀ ਤੋਂ ਹਾਂ। ਮੇਰਾ ਪ੍ਰਸ਼ਨ ਤੁਹਾਡੇ ਲਈ ਇਹ ਹੈ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਵਿੱਚ ਬਹੁਤ ਵਧੀਆ ਨਹੀਂ ਹੁੰਦੇ ਨੇ, ਪਰ ਹੋਰ ਖੇਤਰਾਂ ਵਿੱਚ ਜਿਵੇਂ ਖੇਡ ਕੁੱਦ, ਸੰਗੀਤ ਆਦਿ ਵਿੱਚ ਵਧੀਆ ਹੁੰਦੇ ਨੇ, ਉਹਨਾਂ ਦਾ ਭਵਿੱਖ ਕੀ ਹੋਵੇਗਾ? ਇਸ 'ਤੇ ਆਪਣੀ ਰਾਏ ਜ਼ਰੂਰ ਦਿਓ। ਧੰਨਵਾਦ ਰੀਆ। ਮਹੋਦਿਆ ਜੀ, ਇੱਕ ਹੋਰ ਵੀ ਪ੍ਰਸ਼ਨ ਹੈ ਜੋ ਇਸੇ ਨਾਲ ਮਿਲਦਾ ਜੁਲਦਾ ਹੈ। ਅਵਰ resident of Hooghly, Kolkata, the land of great Sant Vivekanand and Nobel Prize winner Gurudev Rabindranath Tagore, Anamika Bhumia of Jawahar Navodaya Vidyalaya here is with us in the audience. Ask her question. Anamika, ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ। Honorable Prime Minister Sir, I am Anamika Bhunia, studying in class 11 Science. I am from Jawahar Navodaya Vidyalaya, Hooghly, West Bengal. My question is, how can we make a balance between our extracurricular activities and academic activities? Sir, please give us some suggestions. Thank you. Thank you, Anamika. ਮਾਣਯੋਗ ਪ੍ਰਾਜਕਤਾ ਰੀਆ, ਅਨਾਮਿਕਾ ਉਤਸੁਕ ਨੇ ਇਹ ਜਾਣਨ ਲਈ ਕਿ ਕੀ ਪਾਠ ਸਹਿਗਾਮੀ ਕਿਰਿਆਵਾਂ ਤੇ ਪੜ੍ਹਾਈ ਦੇ ਵਿੱਚ ਤਾਲਮੇਲ ਦਾ ਬੈਲੈਂਸ ਕਿਵੇਂ ਸਥਾਪਿਤ ਕਰੀਏ। ਅੱਛਾ, ਆਪ ਸਭ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਜਵਾਬ ਦਿਓਗੇ? ਤੁਹਾਡੇ ਵਿੱਚੋਂ ਅਜਿਹੇ ਕਿੰਨੇ ਲੋਕ ਨੇ ਜੋ ਇਹ ਮੰਨਦੇ ਨੇ ਕਿ ਕੋਈ ਵੀ ਐਕਸਟਰਾ ਕਰਿਕੂਲਰ ਐਕਟੀਵਿਟੀ ਕਰਦਾ ਹੈ ਜਾਂ ਕਰਦੀ ਹੈ ਤਾਂ ਮੇਰੀ ਪੜ੍ਹਾਈ ਵਿੱਚ ਨੁਕਸਾਨ ਹੁੰਦਾ? ਅਜਿਹਾ ਮੰਨਣ ਵਾਲੇ ਕਿੰਨੇ ਨੇ? ਕੋਈ ਨਹੀਂ ਹੈ। ਅੱਛਾ, ਜੋ ਮੰਨਦੇ ਨੇ ਮੇਰੇ ਲਈ ਪੜ੍ਹਾਈ ਦਾ ਮਹੱਤਵ ਹੈ, ਪਰ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਕੋਈ ਹੋਰ ਐਕਟੀਵਿਟੀ ਵੀ ਬਹੁਤ ਜ਼ਰੂਰੀ ਹੈ, ਅਜਿਹਾ ਮੰਨਣ ਵਾਲੇ ਕਿੰਨੇ ਨੇ? ਅੱਛਾ, ਉਸ ਵਿੱਚ ਵੀ ਥੋੜ੍ਹਾ ਉਤਸ਼ਾਹ ਘੱਟ ਹੈ। ਤੀਸਰਾ ਸਵਾਲ, ਜੋ ਇਹ ਮੰਨਦੇ ਨੇ ਕਿ ਐਕਸਟਰਾ ਐਕਟੀਵਿਟੀ ਹੋਣੀ ਚਾਹੀਦੀ ਹੈ ਤੇ ਜੋ ਸਮੇਂ ਦੇ ਕੇ ਰੈਗੂਲਰਲੀ ਕਰਦੇ ਵੀ ਨੇ, ਅਜਿਹੇ ਕੌਣ ਨੇ? ਚਲੋ, ਇਹ ਸਥਿਤੀ ਅਸੀਂ ਬਦਲਣੀ ਹੈ। ਦੇਖੋ, ਆਖਿਰਕਾਰ ਅਸੀਂ ਜੋ ਸਿੱਖਿਆ ਵਿਵਸਥਾ ਤੋਂ ਸਿੱਖਿਆ ਪ੍ਰਾਪਤ ਕਰਦੇ ਹਾਂ, ਉਹ ਇੱਕ ਪ੍ਰਕਾਰ ਨਾਲ ਬਹੁਤ ਵੱਡੀ ਦੁਨੀਆ ਦੇ ਦਰਵਾਜ਼ੇ ਖੋਲ੍ਹਣ ਦਾ ਰਸਤਾ ਹੁੰਦੀ ਹੈ। ਉਸੇ ਨਾਲ ਹੀ ਅਸੀਂ ਦੁਨੀਆ ਵਿੱਚ ਪ੍ਰਵੇਸ਼ ਕਰਦੇ ਹਾਂ। ਜਦ ਬਾਲਕ ਅਲਫਾਬੈਟ ਸਿੱਖਦਾ, ਏ ਜਾਂ ਕ, ਇਸ ਦਾ ਮਤਲਬ ਕਿ ਉਹ ਇੱਕ ਨਵੀਂ ਦੁਨੀਆ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਪਹਿਲਾਂ ਅਲਫਾਬੈਟ ਸਿੱਖੇਗਾ, ਉਸ ਤੋਂ ਬਾਅਦ 2-2 ਅੱਖਰਾਂ ਦਾ ਸ਼ਬਦ ਸਿੱਖੇਗਾ, ਫਿਰ 3 ਅੱਖਰਾਂ ਵਾਲਾ ਸ਼ਬਦ ਸਿੱਖੇਗਾ, ਫਿਰ 2-2 ਸ਼ਬਦਾਂ ਨੂੰ ਸਿੱਖੇਗਾ। ਸ਼ੁਰੂ ਤਾਂ ਕੀਤਾ ਸੀ ਕ ਨਾਲ,
ਪਰ ਕਰਦੇ 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 ਕਿੱਥੇ ਪਹੁੰਚ ਗਿਆ, ਕਿਉਂਕਿ ਉਹ ਇੱਕ ਐਂਟਰੈਂਸ ਪੁਆਇੰਟ ਸੀ। ਸਾਡੀ ਪੂਰੀ ਸਿੱਖਿਆ ਜੋ ਹੈ ਉਹ ਸਾਨੂੰ ਕੁਝ ਕਰਨ ਜਾਣਨ ਦੇ ਲਈ ਇੱਕ ਅਵਸਰ ਦਿੰਦੀ ਹੈ। ਉਸ ਨੂੰ ਆਧਾਰ ਬਣਾ ਕੇ ਅਸੀਂ ਅੱਗੇ ਵਧਣਾ ਹੁੰਦਾ ਹੈ। ਕੋਈ ਜੇਕਰ ਸਾਰੇ ਗਾਮਾ ਪਾ ਧਾ ਨੀ ਸਾ ਬਹੁਤ ਪਰਫੈਕਟ ਕਰ ਲਏ, ਯਾਨੀ ਹਿੰਦੁਸਤਾਨ ਦੇ ਟੌਪ ਮੋਸਟ ਜੋ ਮਿਊਜ਼ਿਕ ਦੀ ਦੁਨੀਆ ਦੇ ਜੋ ਲੋਕ ਨੇ ਉਹ ਵੀ ਉਸ ਦੀ ਵਾਹਵਾਹੀ ਕਰਨ, ਵੈਸਾ ਹੀ ਸਾਰੇ ਗਾਮਾ ਪਾ ਧਾ ਨੀ ਸਾ, ਲੇਕਿਨ ਉਹ ਉੱਥੇ ਹੀ ਰੁਕ ਜਾਏ ਤਾਂ ਉਹ ਸੰਗੀਤ ਦੀ ਦੁਨੀਆ ਵਿੱਚ ਕੁਝ ਕਰ ਸਕਦਾ ਹੈ ਕਿ ਸਾਰੇ ਗਾਮਾ ਪਾ ਧਾ ਨੀ ਸਾ ਸੰਗੀਤ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦਾ ਇੱਕ ਐਂਟਰੈਂਸ ਪੁਆਇੰਟ ਹੈ, ਜਿਸ ਨੂੰ ਆਤਮਸਾਤ ਕਰਨ ਦੇ ਬਾਅਦ ਸੰਗੀਤ ਦੀਆਂ ਸਾਰੀਆਂ ਵਿਧਾਵਾਂ ਵਿੱਚ ਉਸ ਨੂੰ ਜਾਣ ਦਾ ਅਵਸਰ ਮਿਲਦਾ ਹੈ। ਲੇਕਿਨ ਜੇਕਰ ਉਹ ਇਹ ਕਹਿੰਦਾ ਕਿ ਮੈਂ ਤਾਂ ਸਿੱਖਿਆ ਲੈ ਲਈ, ਸਾਰੇ ਗਾਮਾ ਪਾ ਧਾ ਨੀ ਸਾ ਆ ਗਿਆ, ਹੁਣ ਮੈਨੂੰ ਸੰਗੀਤ ਆ ਗਿਆ, ਹੁਣ ਮੈਨੂੰ ਕੁਝ ਕਰਨ ਦੀ ਲੋੜ ਨਹੀਂ, ਤਾਂ ਹੋਏਗਾ ਕੀ? ਮਤਲਬ ਐਕਚੁਅਲੀ ਜੋ ਅਸੀਂ ਸਿੱਖਦੇ ਹਾਂ ਇਸ ਨੂੰ ਡੇਲੀ ਕਸੌਟੀ ਉੱਤੇ ਕੱਸਣਾ ਚਾਹੀਦਾ, ਤੇ ਅਧਿਆਪਕ ਜੋ ਕੁਐਸਚਨ ਆਨਸਰ ਕਰੇ ਉਸ ਦੀ ਕਸੌਟੀ ਤੇ ਨਹੀਂ, ਜ਼ਿੰਦਗੀ ਦੀ ਕਸੌਟੀ ਤੇ ਕੱਸਣਾ ਚਾਹੀਦਾ। ਜੇਕਰ ਮੈਨੂੰ ਜਮਾਤ ਵਿੱਚ ਪੜ੍ਹਾਇਆ ਗਿਆ ਕਿ ਭਾਈ ਘੱਟ ਬੋਲਣ ਨਾਲ ਫਾਇਦਾ ਹੁੰਦਾ, ਤਾਂ ਫਿਰ ਕਦੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦ ਮਾਂ-ਬਾਪ ਬਹੁਤ ਡਾਂਟ ਰਹੇ ਨੇ, ਕੁਝ ਗਲਤੀ ਕਰਕੇ ਆਏ ਆ, ਤਾਂ ਟ੍ਰੇਲ ਕਰਨਾ ਚਾਹੀਦਾ, ਤਾਂ ਜੋ ਘੱਟ ਬੋਲਣ ਵਾਲਾ ਕਿਹਾ ਸੀ ਕਿ ਉਹ ਇੱਥੇ ਕੰਮ ਆਏਗਾ। ਜੇਕਰ ਤੁਸੀਂ ਕੋਈ ਐਕਸਟਰਾ ਐਕਟੀਵਿਟੀ ਨਹੀਂ ਕਰਦੇ ਹੋ, ਤੁਸੀਂ ਇੱਕ ਰੋਬੋਟ ਦੀ ਤਰ੍ਹਾਂ ਜੋ ਸੌਫਟਵੇਅਰ ਤੁਹਾਡੇ ਅੰਦਰ ਪਾਇਆ ਹੈ ਉਸੇ ਪ੍ਰਕਾਰ ਸਵੇਰ ਤੋਂ ਸ਼ਾਮ ਕਰਦੇ ਰਹੋਗੇ ਤਾਂ ਤੁਸੀਂ ਰੋਬੋਟ ਬਣ ਕੇ ਰਹਿ ਜਾਓਗੇ। ਕੀ ਅਸੀਂ ਚਾਹੁੰਦੇ ਹਾਂ ਕਿ ਮੇਰੇ ਦੇਸ਼ ਦਾ ਨੌਜਵਾਨ ਰੋਬੋਟ ਬਣ ਜਾਏ? ਨਹੀਂ ਚਾਹੁੰਦੇ। ਸਾਡਾ ਨੌਜਵਾਨ ਊਰਜਾ ਨਾਲ ਭਰਿਆ ਹੋਇਆ, ਸੁਪਨਿਆਂ ਨੂੰ ਲੈ ਕੇ ਚੱਲਣ ਵਾਲਾ, ਸਾਹਸ ਸਮਰੱਥਾ ਦਿਖਾਉਣ ਵਾਲਾ, ਇਹ ਜੇਕਰ ਨਹੀਂ ਹੋਏਗਾ ਤਾਂ ਕੁਝ ਵੀ ਨਹੀਂ ਹੋਏਗਾ। ਤੇ ਇਸ ਲਈ ਸਾਨੂੰ ਹੋਰ ਗਤੀਵਿਧੀਆਂ, ਐਕਟੀਵਿਟੀ, ਉਸ ਵਿੱਚ ਉਦਾਸੀਨ ਕਦੇ ਨਹੀਂ ਰਹਿਣਾ ਚਾਹੀਦਾ। ਇਹ ਠੀਕ ਹੈ, ਸਮੇਂ ਦਾ ਮੈਨੇਜਮੈਂਟ ਕਰਨਾ ਚਾਹੀਦਾ, ਸੰਤੁਲਨ ਕਰਨਾ ਚਾਹੀਦਾ, ਪਰ ਉਸ ਐਕਟੀਵਿਟੀ ਯਾਨੀ ਬਿਲਕੁਲ ਬੇਕਾਰ, ਬਰਬਾਦ ਹੋ ਜਾਏਗਾ, ਇਹ ਨਹੀਂ ਹੋਣਾ ਚਾਹੀਦਾ। ਇੱਕ ਸਮਾਂ ਸੀ ਜਦ ਅਵਸਰ ਬਹੁਤ ਘੱਟ ਸਨ, ਤਾਂ ਲੱਗਦਾ ਸੀ ਕਿ ਇੱਕ ਵਾਰ ਕਿਤਾਬਾਂ ਦੀ ਦੁਨੀਆ ਤੋਂ ਅੱਗੇ ਵੱਧ ਜਾਵਾਂ ਫਿਰ ਰਾਹ ਖੁੱਲ੍ਹ ਜਾਣਗੇ। ਅੱਜ ਅਜਿਹਾ ਨਹੀਂ ਹੈ। ਅੱਜ ਅਵਸਰ ਬਹੁਤ ਨੇ ਤੇ ਇਸ ਦੇ ਲਈ ਅਸੀਂ ਕੋਸ਼ਿਸ਼ ਕਰੀਏ, ਅਸੀਂ ਪ੍ਰਯਾਸ ਕਰੀਏ ਤਾਂ ਅਸੀਂ ਜ਼ਰੂਰ ਹੀ ਪਰਿਣਾਮ ਪ੍ਰਾਪਤ ਕਰ ਸਕਦੇ ਹਾਂ। ਤੇ ਇਸ ਦੇ ਲਈ ਮੈਂ ਚਾਹਾਂਗਾ ਕਿ ਅਸੀਂ ਜੀਵਨ ਵਿੱਚ ਐਕਸਟਰਾ ਐਕਟੀਵਿਟੀ ਨੂੰ ਸਥਾਨ ਦੇਈਏ। ਪਰ ਇੱਕ ਨਵੀਂ ਬੁਰਾਈ ਪ੍ਰਵੇਸ਼ ਕਰ ਗਈ ਹੈ। ਇਹ ਬੁਰਾਈ ਬਹੁਤ ਚਿੰਤਾਜਨਕ ਹੈ। ਕੀ ਹੋਇਆ? ਪੇਰੈਂਟਸ ਲਈ ਇਹ ਐਕਸਟਰਾ ਐਕਟੀਵਿਟੀ ਇੱਕ ਪ੍ਰਕਾਰ ਦਾ ਫੈਸ਼ਨ ਸਟੇਟਮੈਂਟ ਹੋ ਗਿਆ। ਜਦ ਮਾਂ-ਬਾਪ ਆਪਣੇ ਦੋਸਤਾਂ ਵਿੱਚ ਬੈਠਦੇ ਨੇ ਤਾਂ ਉਹਨਾਂ ਨੂੰ ਇਹ ਕਹਿਣ ਦਾ ਮਜ਼ਾ ਆਉਂਦਾ ਕਿ ਮੇਰਾ ਬੇਟਾ ਸਵੇਰੇ ਕ੍ਰਿਕਟ ਕੋਚਿੰਗ 'ਚ ਜਾਂਦਾ, ਫਿਰ 10 ਵਜੇ ਟੈਨਿਸ ਜਾਂਦਾ, ਫਿਰ 11 ਵਜੇ ਸਵਿਮਿੰਗ ਲਈ ਜਾਂਦਾ, ਫਿਰ 5 ਵਜੇ ਮਨੀਪੁਰੀ ਡਾਂਸ ਸਿੱਖ ਰਿਹਾ। ਉਹਨਾਂ ਨੂੰ ਬੜਾ ਮਜ਼ਾ ਆਉਂਦਾ। ਕਿਉਂ? ਕਦੇ-ਕਦੇ ਮਾਂ-ਬਾਪ ਇਹ ਸੋਚ ਲੈਂਦੇ ਨੇ ਕਿ ਜੋ ਗਲੈਮਰ ਡਰਿਵਨ ਐਕਟੀਵਿਟੀ ਹੈ, ਸੈਲੀਬ੍ਰਿਟੀ ਦੇ ਰੂਪ 'ਚ ਤੁਹਾਨੂੰ ਚੰਗਾ ਲੱਗਦਾ, ਅਜਿਹੀ ਗਤੀਵਿਧੀ ਮੇਰੇ ਬੱਚਿਆਂ ਤੋਂ ਮੈਂ ਕਰਾਊਂਗਾ। ਤਾਂ ਉਦੋਂ ਕੀ ਹੁੰਦਾ? ਜਿਵੇਂ ਮਾਂ-ਬਾਪ ਬੱਚਿਆਂ ਉੱਤੇ ਐਗਜ਼ਾਮਸ ਨੂੰ ਲੈ ਕੇ ਦਬਾਅ ਪਾਉਂਦੇ ਨੇ, ਹੁਣ ਉਹ ਐਕਸਟਰਾ ਐਕਟੀਵਿਟੀ ਲਈ ਵੀ ਦਬਾਅ ਪਾਉਣ ਲੱਗ ਪਏ ਨੇ। ਹੋ ਰਿਹਾ ਨਾ ਕਈਆਂ ਨੂੰ? ਨਹੀਂ ਬੋਲਣਗੇ। ਮੈਂ ਤੁਹਾਡੀ ਮੁਸ਼ਕਿਲ ਜਾਣਦਾ ਕਿ ਟੀਵੀ ਉੱਤੇ ਘਰ ਵਾਲੇ ਦੇਖ ਰਹੇ ਨੇ, ਇਹ ਤਾਂ ਪਰ ਇਹ ਸਹੀ ਹੈ। ਮਾਂ-ਬਾਪ ਦਾ ਵੀ ਕੰਮ ਹੈ ਕਿ ਬੱਚੇ ਨੂੰ ਇੱਕ ਤਾਂ ਸਥਾਨਕ ਵਿਵਸਥਾ ਨਾ, ਅਫਸਰ ਕਿੱਥੇ ਕਿੱਥੇ ਨੇ, ਉਸ ਵਿੱਚੋਂ ਉਸ ਦੀਆਂ ਰੁਚੀ ਵਾਲੀਆਂ ਚੀਜ਼ਾਂ ਕਿਹੜੀਆਂ ਨੇ, ਮਾਂ-ਬਾਪ ਨੂੰ ਉਸ ਨਾਲ ਗੱਲਾਂ ਕਰਦੇ ਕਰਦੇ ਕੱਢਣੀਆਂ ਚਾਹੀਦੀਆਂ ਨੇ ਅਤੇ ਜਿਸ ਵਿੱਚ ਉਸ ਦੀ ਰੁਚੀ ਹੈ ਲੈ ਜਾਣਾ ਚਾਹੀਦਾ। ਪਰ ਬਹੁਤ ਹੀ ਵਧੀਆ ਤਰੀਕੇ ਨਾਲ ਵੈਲ ਸਟਰਕਚਰਲ ਵੇ ਵਿੱਚ ਵੀ ਐਕਸਟਰਾ ਐਕਟੀਵਿਟੀ ਨੂੰ ਕਿਤੇ ਨਾ ਕਿਤੇ ਤਾਂ ਬਣਨਾ ਚਾਹੀਦਾ, ਤਾਂ ਜਾ ਕੇ ਤੁਸੀਂ ਆਪਣੇ ਆਪ ਨੂੰ ਵੈਲਿਊਡ ਕਰ ਸਕਦੇ ਹੋ ਅਤੇ ਜੀਵਨ ਵਿੱਚ ਇੱਕ ਸੰਤੋਸ਼ ਵੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਨੇ
35-40 ਸਾਲ ਬਾਅਦ ਇਹ ਕਰਨਾ ਮੁਸ਼ਕਿਲ ਹੋ ਜਾਂਦਾ ਤਾਂ ਉਹਨਾਂ ਦੇ ਮਨ ਵਿੱਚ ਬੋਝ ਰਹਿੰਦਾ ਕਿ ਯਾਰ ਸਕੂਲ ਦੇ ਜੀਵਨ ਵਿੱਚ ਇਹ ਵੀ ਨਹੀਂ ਕੀਤਾ, ਇਹ ਵੀ ਨਹੀਂ ਕੀਤਾ, ਇਹ ਵੀ ਨਹੀਂ ਆਉਂਦਾ, ਉਹ ਵੀ ਨਹੀਂ ਆਉਂਦਾ, ਤਾਂ ਫਿਰ ਉਸ ਲਈ ਜ਼ਿੰਦਗੀ ਬੋਝ ਬਣ ਜਾਂਦੀ ਹੈ। ਜੇਕਰ ਤੁਸੀਂ ਸਕੂਲੀ ਜੀਵਨ ਵਿੱਚ ਵਿਭਿੰਨਤਾਵਾਂ ਵਾਲੇ ਜੀਵਨ ਨੂੰ ਕੱਸਣ ਦੀ ਆਦਤ ਬਣਾਉਂਦੇ ਹੋ ਤਾਂ ਆਉਣ ਵਾਲੇ ਜੀਵਨ ਵਿੱਚ ਇਹ ਬਹੁਤ ਉਪਯੋਗੀ ਹੁੰਦਾ ਹੈ। ਜਿੰਨਾ ਕਲਾਸਰੂਮ ਵਿੱਚ ਪਾਈ ਸਿੱਖਿਆ ਦਾ ਮਹੱਤਵ ਬਣ ਜਾਂਦਾ ਓਨਾ ਹੀ 35-40 ਸਾਲ ਦੀ ਉਮਰ ਦੇ ਬਾਅਦ ਇਹਨਾਂ ਹੋਰ ਚੀਜ਼ਾਂ ਤੋਂ ਆਪਣੇ ਆਪ ਨੂੰ ਕੱਸਿਆ ਹੋਇਆ ਉਹ ਜੀਵਨ ਜਿਉਣ ਲਈ ਬਹੁਤ ਕੰਮ ਆਉਂਦਾ ਅਤੇ ਇਸ ਲਈ ਇੱਕ ਨੂੰ ਦੂਜੇ ਦਾ ਦੁਸ਼ਮਣ ਨਹੀਂ ਮੰਨਣਾ ਚਾਹੀਦਾ, ਇਸ ਦੂਜੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਸਾਨੂੰ ਐਕਸਟਰਾ ਐਕਟੀਵਿਟੀ ਕਰਨੀ ਚਾਹੀਦੀ ਹੈ। ਅਤੇ ਦੂਜਾ 10ਵੀਂ 12ਵੀਂ ਦੇ ਵਿਦਿਆਰਥੀਆਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਕੁਝ ਨਾ ਕੁਝ ਤਾਂ ਐਕਸਟਰਾ ਕਰੋ, ਡੇਲੀ 5 ਮਿੰਟ 10 ਮਿੰਟ 15 ਮਿੰਟ, ਤਾਂ ਤੁਹਾਡਾ ਮਾਈਂਡ ਥੋੜ੍ਹਾ ਫਰੈਸ਼ ਹੋ ਜਾਏਗਾ। ਤੁਸੀਂ ਉਸੇ ਵਿੱਚ ਲੱਗੇ ਰਹੋਗੇ, ਕਿਤਾਬਾਂ ਬਸ ਇੱਕ ਚੀਜ਼ 10-10 20-20 ਵਾਰ ਕਰਦੇ ਰਹੋਗੇ ਤਾਂ ਬਿਲਕੁਲ ਬੰਨੇ ਜਾਓਗੇ। ਅਜਿਹਾ ਬਿਲਕੁਲ ਨਾ ਹੋਣ ਦਿਓ। ਧੰਨਵਾਦ ਪ੍ਰਧਾਨ ਮੰਤਰੀ ਜੀ ਤੁਹਾਡੇ ਮਾਰਗਦਰਸ਼ਨ ਲਈ। From the island for the prison beaches, a class 10th student of Government Senior Secondary School, Andaman. She seeks respected Prime Minister a few points and certain issues. Could we have the question, please? Honorable Prime Minister Sir, Namaskar. K. Divya of class 10th from Government Modern Senior Secondary School, Andaman and Nicobar Island. My question to you, what should be the role of modern technology in a student's life? Thank you, Divya. A similar question comes from Dipesh Rai for student of class 12 of Nenthe Senior Secondary School from Sikkim and has travelled all the way from Sikkim to be here with us in the audience to ask his question. Dipesh, apna prashan pucho. Good morning everyone. Honorable Prime Minister, my name is Dipesh Rai, studying in class 12th from Nanthi Senior Secondary School, Sikkim. So question is that many children in the world are using educational technology to learn better. So how can it help us? ਧੰਨਵਾਦ ਦੀਪੇਸ਼ ਮਹੋਦਯ। ਦਿਵਿਆ ਤੇ ਦੀਪੇਸ਼ ਜਾਣਨਾ ਚਾਹੁੰਦੇ ਨੇ ਕਿ ਵਿਗਿਆਨ ਤੇ ਟੈਕਨੋਲੋਜੀ ਵਿਦਿਆਰਥੀ ਦੇ ਜੀਵਨ ਵਿੱਚ ਕਿਵੇਂ ਸਹਾਇਕ ਹੋ ਸਕਦੇ ਨੇ ਤੇ ਕਿਰਪਾ ਕਰਕੇ ਮਾਰਗਦਰਸ਼ਨ ਕਰੋ। ਸ਼ਾਇਦ ਪਿਛਲੀ ਸ਼ਤਾਬਦੀ ਦੇ ਆਖਰੀ ਕਾਲਖੰਡ ਵਿੱਚ ਤੇ ਇਸ ਸ਼ਤਾਬਦੀ ਦਾ ਆਰੰਭ ਕਾਲਖੰਡ ਵਿਗਿਆਨ ਤੇ ਟੈਕਨੋਲੋਜੀ ਨੇ ਪੂਰਨ ਰੂਪ ਵਿੱਚ ਜੀਵਨ ਨੂੰ ਬਦਲ ਦਿੱਤਾ। ਇੱਕ ਪ੍ਰਕਾਰ ਨਾਲ ਜੀਵਨ ਵੀ ਟੈਕਨੋਲੋਜੀ ਡਰਿਵਨ ਹੋ ਗਿਆ। ਇਸ ਲਈ ਟੈਕਨੋਲੋਜੀ ਦਾ ਭੈ ਕਦੇ ਵੀ ਜੀਵਨ ਵਿੱਚ ਨਹੀਂ ਆਉਣ ਦੇਣਾ ਚਾਹੀਦਾ। ਇਹ ਟੈਕਨੋਲੋਜੀ ਆਈ, ਮੈਂ ਕੀ ਕਰਾਂ, ਅਜਿਹਾ ਆਉਣ ਨਹੀਂ ਦੇਣਾ ਚਾਹੀਦਾ। ਦੂਸਰਾ, ਹੁਣ ਟੈਕਨੋਲੋਜੀ ਆਈ ਤਾਂ ਮੇਰੀ ਜ਼ਿੰਦਗੀ ਹੀ ਬਰਬਾਦ ਹੋ ਜਾਏਗੀ। ਮੈਂ ਪਹਿਲਾਂ ਅਜਿਹਾ ਸੋਚਦਾ ਸੀ, ਮੈਂ ਅਜਿਹਾ ਕਰਦਾ ਸੀ, ਮੈਂ ਕਿਵੇਂ ਕੋਪ ਅਪ ਕਰਾਂਗਾ। ਜੀ ਨਹੀਂ, ਟੈਕਨੋਲੋਜੀ ਨੂੰ ਅਸੀਂ ਆਪਣਾ ਦੋਸਤ ਮੰਨੀਏ। ਬਦਲਦੀ ਹੋਈ ਟੈਕਨੋਲੋਜੀ ਨੂੰ ਅਸੀਂ ਪਹਿਲਾਂ ਤੋਂ ਸਮਝਣ ਦੀ ਕੋਸ਼ਿਸ਼ ਕਰੀਏ, ਅਸੀਂ ਪ੍ਰੋਐਕਟਿਵ ਹੋਈਏ। ਤੀਸਰਾ, ਕਿ ਹੁਣ ਸਿਰਫ ਟੈਕਨੋਲੋਜੀ ਦਾ ਗਿਆਨ ਹੋਣਾ ਜ਼ਰੂਰੀ ਹੈ। ਦੋਸਤਾਂ ਵਿੱਚ ਨੰਬਰ ਬਣਾਉਣ ਦੇ ਕੰਮ ਆਏਗਾ ਕਿ ਮੈਨੂੰ ਇਹ ਪਤਾ ਹੈ ਕਿ ਦੁਨੀਆ ਵਿੱਚ ਕੀ ਹੋ ਰਿਹਾ, ਕੈਮਰਾ ਅਜਿਹਾ ਨਿਕਲਿਆ, ਮੋਬਾਈਲ ਫੋਨ ਅਜਿਹਾ ਨਿਕਲਿਆ। ਨਹੀਂ, ਜਦ ਮੈਂ ਟੈਕਨੋਲੋਜੀ ਦੇ ਵਿਸ਼ੇ ਵਿੱਚ ਜਾਣਦਾ ਤਾਂ ਮੇਰੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਮੈਂ ਜਿਸ ਪ੍ਰਕਾਰ ਦੀ ਸੋਚ ਨੂੰ ਲੈ ਕੇ ਕੰਮ ਕਰ ਰਿਹਾ, ਮੇਰੇ ਲਈ ਇਸ ਵਿੱਚ ਕੀ ਉਪਯੋਗੀ ਹੋਏਗਾ। ਕੀ ਮੈਂ ਟੈਕਨੋਲੋਜੀ ਨੂੰ ਮੇਰੇ ਲਈ ਲਿਆਵਾਂਗਾ ਜਾਂ ਟੈਕਨੋਲੋਜੀ ਮੇਰਾ ਸਮਾਂ ਖਾ ਜਾਏਗੀ। ਜ਼ਿਆਦਾਤਰ ਅਨੁਭਵ ਇਹ ਹੋ ਰਹੇ ਨੇ ਕਿ ਕਈਆਂ ਦਾ ਸਮਾਂ ਇਹ ਟੈਕਨੋਲੋਜੀ ਚੋਰੀ ਕਰ ਲੈਂਦੀ ਹੈ। ਤੁਹਾਡੇ ਵਿੱਚੋਂ ਕਿੰਨੇ ਨੇ ਜੋ ਸਮਾਰਟਫੋਨ ਇਸਤੇਮਾਲ ਕਰਦੇ ਨੇ? ਦੱਸੋ ਨਾ, ਸੰਕੋਚ ਨਾ ਕਰੋ, ਤੁਹਾਡੇ ਅਧਿਆਪਕ ਨਹੀਂ ਦੇਖ ਰਹੇ। ਹੁਣ ਜ਼ਰਾ ਸੋਚੋ, ਇਹ ਸਮਾਰਟਫੋਨ ਕਿੰਨਾ ਸਮਾਂ ਤੁਹਾਡਾ ਚੋਰੀ ਕਰਦਾ ਅਤੇ ਮੰਨ ਲਓ ਉਸ ਵਿੱਚੋਂ 10% ਘੱਟ ਕਰਕੇ ਆਪਣੇ ਮਾਂ, ਦਾਦਾ, ਦਾਦੀ ਇਹਨਾਂ ਨਾਲ ਸਿਰਫ 10 ਮਿੰਟ ਬਿਤਾਇਆ ਜਾਏ ਤਾਂ ਟੈਕਨੋਲੋਜੀ ਜ਼ਿਆਦਾ ਉਪਯੋਗੀ ਹੋਏਗੀ ਜਾਂ ਦਾਦਾ ਦਾਦੀ ਨਾਲ ਖੁੱਲ੍ਹੇ ਮਨ ਨਾਲ 10 ਮਿੰਟ ਦੀ ਗੱਲ ਜ਼ਿਆਦਾ ਉਪਯੋਗੀ ਹੋਏਗੀ? ਕੀ ਹੋਏਗਾ? ਮਤਲਬ ਟੈਕਨੋਲੋਜੀ ਸਾਡਾ ਸਮਾਂ ਚੋਰੀ ਕਰ ਜਾਏ
ਟੈਕਨੋਲੋਜੀ ਸਾਨੂੰ ਖਿੱਚ ਕੇ ਲੈ ਜਾਏ, ਇਸ ਤੋਂ ਸਾਨੂੰ ਬਚਣਾ ਚਾਹੀਦਾ। ਸਾਡੇ ਵਿੱਚ ਉਹ ਤਾਕਤ ਹੋਣੀ ਚਾਹੀਦੀ ਹੈ ਕਿ ਮੈਂ ਟੈਕਨੋਲੋਜੀ ਨੂੰ ਮੇਰੇ ਕਬਜ਼ੇ ਵਿੱਚ ਰੱਖਾਂਗਾ, ਮੈਂ ਟੈਕਨੋਲੋਜੀ ਨੂੰ ਆਪਣੀ ਇੱਛਾ ਅਨੁਸਾਰ ਉਪਯੋਗ ਕਰਾਂਗਾ। ਅਤੇ ਇਸ ਲਈ ਟੈਕਨੋਲੋਜੀ ਦੇ ਪ੍ਰਤੀ ਮੈਨੂੰ ਖੁਸ਼ੀ ਹੁੰਦੀ ਹੈ। ਕਦੇ ਤੁਸੀਂ ਰੇਲਵੇ ਸਟੇਸ਼ਨ ਜਾਓ, ਰੇਲਵੇ ਸਟੇਸ਼ਨ ਉੱਤੇ ਇੱਕ ਪੁੱਛ-ਗਿੱਛ ਦੀ ਖਿੜਕੀ ਹੁੰਦੀ ਹੈ। ਉੱਥੇ ਕੋਈ ਅਫਸਰ ਬੈਠੇ ਹੁੰਦੇ ਨੇ, ਟ੍ਰੇਨ ਕਦੋਂ ਆਏਗੀ ਅਤੇ ਕਿੱਥੇ ਜਾਏਗੀ ਅਤੇ ਰਿਜ਼ਰਵੇਸ਼ਨ ਵਗੈਰਾ ਪੁੱਛਣ ਲਈ ਜਾਂਦੇ ਆ। ਪਰ ਉਸੇ 'ਤੇ ਇੱਕ ਬਹੁਤ ਵੱਡਾ ਬੋਰਡ ਲੱਗਿਆ ਰਹਿੰਦਾ, ਅਤੇ ਅੱਜ ਤਾਂ ਏਅਰ ਟ੍ਰੇਨ ਸਿਸਟਮ ਵਾਲਾ ਬੋਰਡ ਹੁੰਦਾ। ਉਸ ਉੱਤੇ ਸਭ ਲਿਖਿਆ ਹੁੰਦਾ, ਟ੍ਰੇਨ ਕਿੱਥੋਂ ਕਿੱਥੇ ਜਾਂਦੀ ਹੈ, ਕਿੰਨੇ ਨੰਬਰ ਦੇ ਪਲੇਟਫਾਰਮ 'ਤੇ ਆਏਗੀ, ਲੇਟ ਚੱਲ ਰਹੀ ਹੈ ਕਿ ਸਮੇਂ 'ਤੇ, ਸਭ ਲਿਖਿਆ ਹੁੰਦਾ। ਪਰ ਅਸੀਂ ਜੋ ਪੁਰਾਣੀ ਪੀੜ੍ਹੀ ਦੇ ਲੋਕ ਹਾਂ, ਉਹ ਕੀ ਕਰਦੇ ਨੇ? ਖਿੜਕੀ ਦੇ ਕੋਲ ਕਤਾਰ ਲਾ ਕੇ ਖੜ੍ਹੇ ਹੋ ਜਾਵਾਂਗੇ, 20 ਨੰਬਰ 30 ਨੰਬਰ ਖੜ੍ਹਾ ਰਹੂੰਗਾ, ਉੱਤੇ ਦੇਖੂੰਗਾ ਜ਼ਰੂਰ ਪਰ ਪੜ੍ਹੂੰਗਾ ਨਹੀਂ। ਮੇਰੇ ਸਵਾਲ ਦਾ ਜਵਾਬ ਉੱਥੇ ਹੈ। ਉਹ ਦੱਸ ਰਿਹਾ ਕਿ ਦਿੱਲੀ ਐਕਸਪ੍ਰੈਸ, ਜੰਮੂ ਤਵੀ ਐਕਸਪ੍ਰੈਸ ਕਿੰਨੇ ਵਜੇ ਜਾਣ ਵਾਲੀ ਹੈ, 5 ਮਿੰਟ ਲੇਟ ਹੈ ਸਭ। ਪਰ ਜਦ ਤੱਕ ਮੈਂ ਉਸ ਨੂੰ ਨਹੀਂ ਪੁੱਛਦਾ, ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਲੋਕ ਹੁੰਦੇ ਨੇ ਕਿ ਕਿਸੇ ਨੂੰ ਮੈਸੇਜ ਕਰਨਗੇ, ਫਿਰ ਫੋਨ ਕਰਕੇ ਪੁੱਛਣਗੇ ਮੇਰਾ ਮੈਸੇਜ ਮਿਲਿਆ। ਅੱਜ ਦੀ ਪੀੜ੍ਹੀ ਕੀ ਕਰਦੀ ਹੈ? ਉਹ ਘਰ ਤੋਂ ਹੀ ਮੋਬਾਈਲ ਫੋਨ 'ਤੇ ਗੂਗਲ ਗੁਰੂ ਨਾਲ ਗੱਲ ਕਰ ਲੈਂਦੀ ਹੈ ਅਤੇ ਦੇਖ ਲੈਂਦੀ ਹੈ ਕਿ ਟ੍ਰੇਨ ਕਿਹੜੀ ਲੇਟ ਹੈ ਅਤੇ ਕਿਹੜੀ ਨਹੀਂ ਹੈ। ਕਰਦੇ ਨੇ ਕਿ ਨਹੀਂ? ਮਤਲਬ ਉਸਨੇ ਟੈਕਨੋਲੋਜੀ ਦਾ ਸਹੀ ਉਪਯੋਗ ਕੀਤਾ। ਇੱਕ ਪੀੜ੍ਹੀ ਉਹ ਹੈ ਜੋ ਸਾਹਮਣੇ ਦੇਖਣ ਨੂੰ ਤਿਆਰ ਨਹੀਂ ਜਦ ਤੱਕ ਪੁੱਛਣਾ ਨਹੀਂ ਹੈ। ਅੱਜ ਨਵੀਂ ਪੀੜ੍ਹੀ ਉਹ ਹੈ ਜੋ ਪੁੱਛਣ ਲਈ ਤਿਆਰ ਹੀ ਨਹੀਂ ਹੈ। ਉਹ ਕਹਿੰਦੀ ਹੈ ਮੇਰੇ ਕੋਲ ਹੈ, ਮੈਂ ਇਸ ਨੂੰ ਪੁੱਛਾਂਗਾ, ਜੋ ਇਹ ਕਹੇਗਾ ਉਹੀ ਸਹੀ ਹੈ। ਇਸ ਦਾ ਮਤਲਬ ਉਸ ਨੂੰ ਟੈਕਨੋਲੋਜੀ ਦਾ ਉਪਯੋਗ ਕੀ ਹੋਏਗਾ, ਉਸ ਨੂੰ ਕਰਨਾ ਆ ਗਿਆ। ਮੈਂ ਤੁਹਾਨੂੰ ਬੇਨਤੀ ਕਰਦਾ, ਜਿਵੇਂ ਵੋਕੈਬਲਰੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਦੀ ਡਿਕਸ਼ਨਰੀ ਜਾਂ ਕਿਸੇ ਹੋਰ ਭਾਸ਼ਾ ਦੀ ਡਿਕਸ਼ਨਰੀ ਜੋ ਤੁਹਾਨੂੰ ਪਸੰਦ ਆਏ, ਅੰਗਰੇਜ਼ੀ ਕਰਨਾ ਹੈ ਅੰਗਰੇਜ਼ੀ, ਕਿ ਰੋਜ਼ ਆਪਣੇ ਮੋਬਾਈਲ ਫੋਨ ਵਿੱਚ ਜੋ ਡਿਕਸ਼ਨਰੀ ਹੈ ਤੈਅ ਕਰੋਗੇ ਕਿ ਅੱਜ ਮੈਂ ਘੱਟੋ ਘੱਟ 10 ਨਵੇਂ ਸਪੈਲਿੰਗਸ ਅਤੇ ਉਸ ਦਾ ਮੀਨਿੰਗ ਡੇਲੀ ਘਰ ਜਦੋਂ ਜਾਵਾਂ ਮੋਬਾਈਲ ਫੋਨ ਕੱਢ ਕੇ ਦੇਖ ਲਵਾਂਗਾ, ਯਾਦ ਕਰ ਲਵਾਂਗਾ। ਪਰ ਡੇ 10। ਬੋਲੋ, ਟੈਕਨੋਲੋਜੀ ਉਪਯੋਗੀ ਹੋਈ ਕਿ ਨਹੀਂ ਹੋਈ? ਤਾਂ ਟੈਕਨੋਲੋਜੀ ਦਾ ਕਿਵੇਂ ਉਪਯੋਗ ਕਰਨਾ, ਕਿਤੇ ਅਜਿਹਾ ਨਾ ਹੋਏ ਕਿ ਮਾਂ-ਬਾਪ ਦਾ ਅਤੇ ਤੁਹਾਡਾ ਝਗੜਾ ਇਸ ਗੱਲ ਉੱਤੇ ਹੋਵੇ ਕਿ ਦਿਨ ਭਰ ਦੋਸਤਾਂ ਨਾਲ ਬੈਠੇ ਰਹਿੰਦੇ ਹੋ, ਟੈਲੀਫੋਨ 'ਤੇ ਲੱਗੇ ਰਹਿੰਦੇ ਹੋ। ਇਹ ਤਾਂ ਠੀਕ ਨਹੀਂ ਹੈ। ਕਿਸੇ ਸਮੇਂ ਸੋਸ਼ਲ ਨੈਟਵਰਕਿੰਗ ਬਹੁਤ ਜ਼ਰੂਰੀ ਮੰਨਿਆ ਜਾਂਦਾ ਸੀ। ਲੋਕ 1 ਘੰਟਾ 2 ਘੰਟੇ ਸ਼ਾਮ ਨੂੰ ਨਿਕਲਦੇ ਸਨ, ਕਿਸੇ ਫੰਕਸ਼ਨ ਵਿੱਚ ਜਾਣਗੇ, ਮਿਲਦੇ ਰਹਿੰਦੇ ਸਨ। ਕਿਉਂ? ਜੀਵਨ ਸਮਾਜ ਵਿਵਸਥਾ ਨਾਲ ਜਿੰਨਾ ਜੁੜ ਕੇ ਰਹਿੰਦਾ ਹੈ ਓਨਾ ਹੀ ਦੋਨਾਂ ਪੱਖਾਂ ਨੂੰ ਲਾਭ ਹੁੰਦਾ ਹੈ। ਸਮਾਜਿਕ ਵਿਵਸਥਾ ਹੈ। ਪਰ ਹੌਲੀ-ਹੌਲੀ ਉਸ ਸੋਸ਼ਲ ਨੈਟਵਰਕਿੰਗ ਸ਼ਬਦ ਦਾ ਰੂਪ ਬਦਲ ਗਿਆ। ਟੈਕਨੋਲੋਜੀ ਕਾਰਨ ਸੋਸ਼ਲ ਨੈਟਵਰਕਿੰਗ ਹੁਣ ਸਾਡਾ WhatsApp ਕਰ ਰਿਹਾ। ਇਹ ਸੋਸ਼ਲ ਨੈਟਵਰਕਿੰਗ ਉਸ ਸੋਸ਼ਲ ਨੈਟਵਰਕਿੰਗ ਦੀ ਕਲਪਨਾ ਤੋਂ ਇੱਕ ਪ੍ਰਕਾਰ ਦਾ ਵਿਗੜਿਆ ਰੂਪ ਹੈ। ਪਹਿਲਾਂ ਅਸੀਂ ਦੋਸਤ ਦਾ ਜਨਮ ਦਿਨ ਹੈ ਤਾਂ ਸਵੇਰੇ ਚਲੇ ਜਾਂਦੇ ਸੀ ਸਰਪ੍ਰਾਈਜ਼ ਦੇਣ ਲਈ। ਸਰਪ੍ਰਾਈਜ਼ ਦੇਣ ਦਾ ਮਜ਼ਾ ਆਉਂਦਾ ਸੀ। ਹੁਣ ਕੀ, ਰਾਤ ਨੂੰ 12 ਵਜੇ ਵੀ ਟੈਕਨੋਲੋਜੀ ਨਾਲ ਦੱਸ ਕੇ ਦਿੰਦੇ ਰਹੋ। ਟੈਕਨੋਲੋਜੀ WhatsApp ਕਰ ਦਿੰਦੀ ਹੈ। ਮੈਂ ਥੋੜ੍ਹਾ ਜਾਂਦਾ, ਹੁਣ ਇਹ ਜੋ ਜੀਵਨ ਦੀ ਜਗ੍ਹਾ ਪ੍ਰਾਣ ਤੱਤ ਨੂੰ ਇਹ ਟੈਕਨੋਲੋਜੀ ਹੜੱਪ ਕਰ ਲਏਗੀ ਤਾਂ ਫਿਰ ਜ਼ਿੰਦਗੀ ਸਾਡੀ ਬਹੁਤ ਸੁਸਤ ਹੋ ਜਾਏਗੀ। ਅਤੇ ਇਸ ਲਈ ਟੈਕਨੋਲੋਜੀ ਦਾ ਮੈਕਸਿਮਮ ਉਪਯੋਗ ਵੀ ਹੋਣਾ ਚਾਹੀਦਾ, ਪਰ ਅਸੀਂ ਟੈਕਨੋਲੋਜੀ ਦੇ ਗੁਲਾਮ ਨਹੀਂ ਹੋਣੇ ਚਾਹੀਦੇ। ਪਰ ਟੈਕਨੋਲੋਜੀ ਹਰ ਪਲ ਬਦਲਦੀ ਜਾ ਰਹੀ ਹੈ। ਤੁਸੀਂ ਆਪਣੇ ਜੀਵਨ ਨੂੰ ਅੱਗੇ ਵਧਾਉਣਾ ਹੈ। ਹਰ ਨਵੀਂ ਟੈਕਨੋਲੋਜੀ ਦੇ ਪ੍ਰਤੀ ਤੁਹਾਡੀ ਰੁਚੀ ਹੋਣੀ ਚਾਹੀਦੀ ਹੈ। ਸਮਾਂ ਕੱਢ ਕੇ ਹੋਰਾਂ ਨੂੰ ਪੁੱਛਣਾ ਚਾਹੀਦਾ ਕਿ ਕਿਹੜੀ ਨਵੀਂ ਟੈਕਨੋਲੋਜੀ ਆਈ ਹੈ। ਇਸ ਦੀ ਵੀ ਰੁਚੀ ਵਿਦਿਆਰਥੀਆਂ ਵਿੱਚ ਡਿਵੈਲਪ ਕਰਨੀ ਚਾਹੀਦੀ ਹੈ। ਇਸ ਨਾਲ ਸਾਨੂੰ ਬਹੁਤ ਲਾਭ ਮਿਲੇਗਾ। ਮੈਂ ਨਿੱਜੀ ਤੌਰ 'ਤੇ ਕਹਿ ਸਕਦਾ, ਟੈਕਨੋਲੋਜੀ ਦੇ ਪ੍ਰਤੀ ਮੇਰਾ ਜੋ ਆਕਰਸ਼ਣ ਰਿਹਾ, ਟੈਕਨੋਲੋਜੀ ਵਿੱਚ ਮੈਨੂੰ ਆਉਂਦਾ ਕੁਝ ਨਹੀਂ ਹੈ, ਪਰ ਜਾਣਨ ਦਾ ਸ਼ੌਕ ਰਿਹਾ ਕਿ ਕੀ ਹੈ। ਜਿਵੇਂ ਕਿਸੇ ਨੂੰ ਸੁਣਦਾ ਤਾਂ ਤੁਰੰਤ ਪੁੱਛਦਾ, ਹਵਾਈ ਜਹਾਜ਼ ਵਿੱਚ ਨਾਲ ਹੀ ਭਾਵੇਂ ਕੋਈ ਬੈਠਾ ਹੋਵੇ। ਹੁਣ ਮੌਕਾ ਨਹੀਂ ਮਿਲਦਾ, ਸਰਕਾਰੀ ਵਿਵਸਥਾ ਵਿੱਚ ਫਸਿਆ ਹੋਇਆ, ਪਰ ਪਹਿਲਾਂ ਜਹਾਜ਼ ਵਿੱਚ ਜਦੋਂ ਜਾਂਦਾ ਸੀ
ਨੇੜੇ ਬੈਠੇ ਨੂੰ ਪੁੱਛਦਾ ਸੀ ਕਿ ਕੀ ਚੀਜ਼ ਹੈ, ਤੁਹਾਡੇ ਕੋਲ ਇਸ ਦਾ ਕੀ ਉਪਯੋਗ ਹੁੰਦਾ, ਕਿਵੇਂ ਹੁੰਦਾ। ਉਤਸੁਕਤਾ ਮੇਰੇ ਮਨ ਵਿੱਚ ਰਹਿੰਦੀ ਹੈ ਤੇ ਮੈਨੂੰ ਉਸ ਦਾ ਬਹੁਤ ਵੱਡਾ ਲਾਭ ਮਿਲਦਾ ਹੈ। ਮੈਂ ਵੀ ਤੁਹਾਡੇ ਕੋਲੋਂ ਚਾਹਾਂਗਾ ਕਿ ਟੈਕਨੋਲੋਜੀ ਨੂੰ ਆਪਣੇ ਜੀਵਨ ਦੇ ਵਿਕਾਸ ਵਿੱਚ ਸਾਥੀ ਦੇ ਰੂਪ ਵਿੱਚ ਜੋੜ ਦੇਵੋ ਤੁਸੀਂ, ਪਰ ਜ਼ਿੰਦਗੀ ਦਾ ਹਿੱਸਾ ਟੈਕਨੋਲੋਜੀ ਨਾ ਬਣਨ ਦੇਵੋ। ਤੇ ਇਸ ਦੇ ਲਈ ਤੁਸੀਂ ਦੇਖਿਆ ਹੋਵੇਗਾ ਅੱਜ ਪਰਿਵਾਰ ਵਿੱਚ 3 ਲੋਕ ਨੇ, ਸਾਰੇ 3 ਕੋਨਿਆਂ ਵਿੱਚ ਬੈਠੇ ਨੇ, ਹਰ ਕੋਈ ਮੋਬਾਈਲ ਵਿੱਚ ਬਿਜ਼ੀ ਹੈ। 2 ਕੰਮ ਤੁਸੀਂ ਕਰ ਸਕਦੇ ਹੋ, ਕਰੋਗੇ? ਮੈਂ ਕੰਮ ਤਾਂ ਦੱਸਿਆ ਹੀ ਨਹੀਂ ਕਿ ਕੀ ਕਰੋਗੇ। ਦੇਖੋ, ਇੱਕ ਕੰਮ ਤੁਸੀਂ ਜੀਵਨ ਵਿੱਚ ਤੈਅ ਕਰੋਗੇ ਕਿ ਪਰ ਡੇ ਇੰਨਾ ਸਮਾਂ ਮੇਰਾ 1 ਘੰਟਾ 2 ਘੰਟੇ ਜੋ ਮੇਰੇ ਖਾਲੀ ਨੇ, ਪਰ ਮੈਂ ਆਪਣੇ ਆਪ ਨੂੰ ਟੈਕਨੋਲੋਜੀ ਤੋਂ ਦੂਰ ਰੱਖਾਂਗਾ। ਪਰ ਡੇ 1 ਘੰਟਾ 2 ਘੰਟੇ ਟੈਕਨੋਲੋਜੀ ਫ੍ਰੀ ਆਵਰਸ। ਕੀ ਕਰ ਸਕਦੇ ਹੋ ਤੁਸੀਂ? ਕੋਈ ਗੈਜਟ ਨਹੀਂ, ਕੁਝ ਨਹੀਂ। ਮੈਂ, ਮੇਰੇ ਪਰਿਵਾਰ, ਮੇਰੇ ਦੋਸਤ, ਮੇਰਾ ਬਗੀਚਾ, ਮੇਰੇ ਘਰ ਵਿੱਚ ਜੇਕਰ ਕੋਈ ਕੁੱਤਾ ਹੈ, ਜੋ ਵੀ ਹੈ, ਇਹ ਘੰਟਾ ਮੈਂ ਤੈਅ ਕਰਾਂਗਾ ਕਿ ਨੋ ਟੈਕਨੋਲੋਜੀ। ਅਜਿਹਾ ਕਰ ਸਕਦੇ ਹੋ ਕਿ ਜਿਸ ਪਰਿਵਾਰ ਵਿੱਚ 2-3 ਕਮਰੇ ਹੁੰਦੇ ਨੇ, ਜੇਕਰ ਕੋਈ ਬਹੁਤ ਹੀ ਗਰੀਬ ਪਰਿਵਾਰ ਹੈ, ਉਹਨਾਂ ਲਈ ਤਾਂ ਟੈਕਨੋਲੋਜੀ ਦਾ ਕੋਈ ਮਤਲਬ ਹੀ ਨਹੀਂ ਹੈ। ਪਰ 2-3 ਕਮਰੇ ਨੇ, ਕੀ ਤੁਸੀਂ ਤੈਅ ਕਰ ਸਕਦੇ ਹੋ ਵਾਪਸ ਜਾਣ ਤੋਂ ਬਾਅਦ ਕਿ ਘਰ ਦੇ ਅੰਦਰ ਅਜਿਹਾ ਤੈਅ ਕਰਾਂਗੇ ਜਿਸ ਵਿੱਚ ਟੈਕਨੋਲੋਜੀ ਨੂੰ ਨੋ ਐਂਟਰੀ, ਉਸ ਕਮਰੇ ਵਿੱਚ ਜੋ ਆਏਗਾ ਬਿਨਾਂ ਟੈਕਨੋਲੋਜੀ ਬੈਠਾਂਗੇ। ਤੁਸੀਂ ਜ਼ਰਾ ਕਰਕੇ ਦੇਖੋ, ਜ਼ਿੰਦਗੀ ਬੜੇ ਅਨੁਭਵ ਵਾਲੀ ਹੋ ਜਾਏਗੀ। ਤਾਂ ਇੱਕ ਪ੍ਰਕਾਰ ਨਾਲ ਮੈਂ ਟੈਕਨੋਲੋਜੀ ਦੀਆਂ ਮਹੱਤਤਾਵਾਂ ਵੀ ਦੱਸਦਾ, ਐਟ ਦੀ ਸੇਮ ਟਾਈਮ ਮੇਰੇ ਅੰਦਰ ਦਾ ਇਨਸਾਨ ਰੋਬੋਟ ਨਾ ਬਣ ਜਾਏ, ਇਸ ਦੀ ਵੀ ਚਿੰਤਾ ਕਰਦਾ। ਇਸ ਲਈ ਦੋਨਾਂ ਨੂੰ ਬਣਾ ਕੇ ਚੱਲਣ ਦੇ ਕੁਝ ਤਰੀਕੇ ਨੇ ਜੋ ਮੈਂ ਤੁਹਾਨੂੰ ਦੱਸੇ ਨੇ। ਮਾਣਯੋਗ, ਤੁਹਾਡੀ ਨੇੜਤਾ ਨੂੰ ਪਾ ਕੇ ਅਸੀਂ ਜ਼ਰੂਰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਾਂਗੇ। ਤੁਹਾਡਾ ਧੰਨਵਾਦ। ਉਗਦੇ ਸੂਰਜ ਦਾ ਪ੍ਰਦੇਸ਼ ਅਰੁਣਾਚਲ। ਇੱਥੋਂ ਦੇ ਜੈਨ ਪੋਪੰਪਾਰੇ ਤੋਂ ਤਾਪੀ ਅੱਕੂ ਸਭਾਗਾਰ ਵਿੱਚ ਹਾਜ਼ਰ ਨੇ ਤੇ ਤੁਹਾਡੇ ਤੋਂ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ ਮਾਣਯੋਗ ਪ੍ਰਧਾਨ ਮੰਤਰੀ ਜੀ। ਅੱਕੂ, ਆਪਣਾ ਪ੍ਰਸ਼ਨ ਪੁੱਛੋ। Honorable Prime Minister, very warm greetings from the land of rising sun, Arunachal Pradesh. I am Tapi Akku, studying in Standard 12th. ਪ੍ਰਧਾਨ ਮੰਤਰੀ ਜੀ, ਤੁਸੀਂ ਪਾਰਲੀਮੈਂਟ ਵਿੱਚ ਅਧਿਕਾਰਾਂ ਅਤੇ ਕਰਤੱਵਿਆਂ ਤੇ ਭਾਸ਼ਣ ਦਿੱਤਾ ਸੀ। ਉਹ ਮੈਨੂੰ ਬਹੁਤ ਪਸੰਦ ਆਇਆ। ਤੁਹਾਡੇ ਅਨੁਸਾਰ ਦੇਸ਼ ਦੇ ਨਾਗਰਿਕਾਂ ਨੂੰ ਕਰਤੱਵਾਂ ਪ੍ਰਤੀ ਅਸੀਂ ਕਿਵੇਂ ਜਾਗਰੂਕ ਬਣਾ ਸਕਦੇ ਹਾਂ? ਧੰਨਵਾਦ। ਸ਼ੈਲੇਸ਼ ਕੁਮਾਰ from KV Gilnagar, Chennai. He is a class 11 student from Tamil Nadu, a state famous for his heritage temples. The next question is from here. Could we have the question, please? Namaste, Shriman Ji. My name is Shailesh Kumar. I am a student of class 11th studying in KV Gilnagar. Sir, being a student, what are my rights and what duty I need to perform? Thank you. Thank you, Shailesh. ਇਸ ਨਾਲ ਮਿਲਦਾ ਜੁਲਦਾ ਇੱਕ ਸਵਾਲ ਹੋਰ ਵੀ ਹੈ। ਮਾਣਯੋਗ ਰਾਸ਼ਟਰਪਿਤਾ ਮਹਾਤਮਾ ਗਾਂਧੀ, ਦਿਆਨੰਦ ਸਰਸਵਤੀ ਤੇ ਸਰਦਾਰ ਵੱਲਭ ਭਾਈ ਪਟੇਲ ਵਰਗੀਆਂ ਹਸਤੀਆਂ ਵਾਲਾ ਸ਼ਹਿਰ ਗੁਜਰਾਤ ਦੇ ਮਹਾਰਾਜਾ ਅਗਰਸੇਨ ਵਿਦਿਆਲੇ ਸਕੂਲ ਤੋਂ ਗੁਨਾਕਸ਼ੀ ਸ਼ਰਮਾ ਇਸ ਸੰਬੰਧ ਵਿੱਚ ਆਪ ਜੀ ਤੋਂ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ। ਗੁਨਾਕਸ਼ੀ, ਆਪਣਾ ਸਵਾਲ ਪੁੱਛੋ। ਸੁਪ੍ਰਭਾਤ, ਮੇਰਾ ਨਾਮ ਗੁਨਾਕਸ਼ੀ ਸ਼ਰਮਾ ਹੈ। ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੈਂ ਅਹਿਮਦਾਬਾਦ ਗੁਜਰਾਤ ਦੇ ਮਹਾਰਾਜਾ ਅਗਰਸੇਨ ਸਕੂਲ 'ਚ ਪੜ੍ਹਦੀ ਹਾਂ। ਮਾਨਯੋਗ, ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਸਿਵਿਕਸ ਵਿੱਚ ਨਾਗਰਿਕ ਅਧਿਕਾਰਾਂ ਤੇ ਕਰਤੱਵਾਂ ਬਾਰੇ ਪੜ੍ਹਿਆ ਹੈ। ਇਹਨਾਂ 'ਚੋਂ ਸਭ ਤੋਂ ਮਹੱਤਵਪੂਰਨ ਕੀ ਹੈ? ਕਿਰਪਾ ਕਰਕੇ ਦੱਸੋ। ਧੰਨਵਾਦ। ਧੰਨਵਾਦ ਗੁਨਾਕਸ਼ੀ। ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਆਪ ਜੀ ਨੂੰ ਬੇਨਤੀ ਹੈ ਕਿ ਗੁਨਾਕਸ਼ੀ, ਸ਼ੈਲੇਸ਼ ਤੇ ਅਨੂ ਦੀ ਨਾਗਰਿਕ ਕਰਤੱਵਾਂ ਦੇ ਵਿਸ਼ੇ ਤੇ ਜਿਗਿਆਸਾ ਦਾ ਹੱਲ ਕਰੋ। ਸਭ ਤੋਂ ਪਹਿਲਾਂ ਤਾਂ ਇਹ ਸਵਾਲ ਮੈਨੂੰ ਅਰੁਣਾਚਲ ਦੀ ਬੇਟੀ ਨੇ ਪੁੱਛਿਆ ਤੇ ਮੈਂ ਇਹਨੂੰ ਸੁਭਾਵਿਕ ਮੰਨਦਾ ਕਿ ਅਰੁਣਾਚਲ ਦੀ ਬੇਟੀ ਦੇ ਮਨ ਵਿੱਚੋਂ ਅਜਿਹਾ ਹੀ ਸਵਾਲ ਨਿਕਲੇਗਾ। ਤੁਹਾਡੇ ਮਨ 'ਚ ਹੋਏਗਾ ਕਿ ਇਸ ਤਰ੍ਹਾਂ ਕਿਉਂ? ਤੁਹਾਡੇ ਵਿੱਚੋਂ ਸ਼ਾਇਦ ਕੋਈ ਅਰੁਣਾਚਲ ਗਿਆ ਹੋਵੇ, ਮੈਨੂੰ ਪਤਾ ਨਹੀਂ। ਇਸ ਦੇਸ਼ 'ਚ ਅਰੁਣਾਚਲ ਇੱਕ ਇਸ ਤਰ੍ਹਾਂ ਦਾ ਪ੍ਰਦੇਸ਼ ਹੈ ਜਿੱਥੇ ਜੇ ਕੋਈ ਇੱਕ ਦੂਜੇ ਨੂੰ ਮਿਲਦਾ ਹੈ ਤਾਂ ਜੈ ਹਿੰਦ ਕਰਕੇ ਭੇਂਟ ਕਰਦਾ। ਇਹ ਹਿੰਦੁਸਤਾਨ 'ਚ ਬਹੁਤ ਘੱਟ ਹੈ। ਤੁਹਾਨੂੰ ਕੋਈ ਵੀ ਮਿਲੇਗਾ ਤਾਂ ਜੈ ਹਿੰਦ ਕਰੇਗਾ ਤੇ ਉਹਦਾ ਕਾਰਨ
1962 ਦੀ ਲੜਾਈ ਦੇ ਬਾਅਦ ਅਰੁਣਾਚਲ ਦਾ ਜੋ ਮਿਜਾਜ਼ ਬਣਿਆ, ਉਸੇ ਤਰ੍ਹਾਂ ਉਹਨਾਂ ਨੇ ਆਪਣੀ ਭਾਸ਼ਾ ਦੇ ਸਿਵਾਏ ਦੇਸ਼ ਦੀ ਭਾਸ਼ਾ ਹਿੰਦੀ 'ਚ ਜਿੰਨੀ ਮਾਸਟਰੀ ਓਨੀ ਹੀ ਅੰਗਰੇਜ਼ੀ 'ਚ ਵੀ ਮਾਸਟਰੀ ਕੀਤੀ ਹੈ। ਤੁਸੀਂ ਉੱਥੋਂ ਦੇ ਬੱਚਿਆਂ ਨੂੰ ਜਦੋਂ ਮਿਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਅਤੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਕਦੀ ਨਾ ਕਦੀ ਛੁੱਟੀਆਂ 'ਚ ਜਦੋਂ ਤੁਹਾਡਾ ਘੁੰਮਣ ਨੂੰ ਦਿਲ ਕਰੇ ਤਾਂ ਤੁਸੀਂ ਨਾਰਥ ਈਸਟ ਜ਼ਰੂਰ ਜਾਓ। ਜਾਓਗੇ? ਨਹੀਂ, ਪਹਿਲਾਂ ਤਾਂ ਸਿੰਗਾਪੁਰ ਜਾਣਗੇ, ਫਿਰ ਦੁਬਈ ਜਾਣਗੇ, ਹੈਂ? ਉਸ ਤੋਂ ਬਾਅਦ ਮੌਕਾ ਮਿਲੇਗਾ ਤਾਂ ਜਾਵਾਂਗੇ, ਹੈਂ? ਇੱਦਾਂ ਕਰੋਗੇ ਨਾ। ਸਾਡਾ ਦੇਸ਼ ਸੱਚਮੁੱਚ ਵਿੱਚ ਅਦਭੁਤ ਹੈ, ਮਹਿਸੂਸ ਕਰਨ ਵਾਲਾ। ਮੈਂ ਅੱਜ ਜਦੋਂ ਇੱਥੇ ਆਇਆ ਤਾਂ ਵੱਖਰੇ ਵੱਖਰੇ ਬੱਚਿਆਂ ਦੀਆਂ ਪੇਂਟਿੰਗਸ ਮੈਨੂੰ ਦਿਖਾ ਰਹੇ ਸੀ, ਪਰ ਉਹਦੇ ਨਾਲ ਨਾਲ ਇੱਕ ਬਹੁਤ ਸੁੱਖ ਵਾਲਾ ਅਨੁਭਵ ਰਿਹਾ ਕਿ ਬੱਚੇ ਆਪਣੀ ਮਾਤ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਆਪਣਾ ਪਰਿਚੈ ਦੇ ਰਹੇ ਸਨ। ਮਹਾਰਾਸ਼ਟਰ ਦੀ ਬੱਚੀ ਉੜੀਆ ਭਾਸ਼ਾ 'ਚ ਆਪਣਾ ਪਰਿਚੈ ਦੇ ਰਹੀ ਸੀ। ਦੇਹਰਾਦੂਨ ਦੀ ਬੱਚੀ ਮਲਿਆਲਮ ਭਾਸ਼ਾ 'ਚ ਆਪਣਾ ਪਰਿਚੈ ਦੇ ਰਹੀ ਸੀ। ਕਿਉਂ? ਤਾਂ ਇੱਕ ਭਾਰਤ ਸ਼੍ਰੇਸ਼ਠ ਭਾਰਤ, ਇਹ ਜੋ ਇੱਕ ਸਾਡੇ ਲੋਕਾਂ ਦਾ ਕੰਮ ਚੱਲ ਰਿਹਾ, ਉਹਨੂੰ ਲੈ ਕੇ ਇਹਨਾਂ ਸਭ ਬੱਚਿਆਂ ਨੇ ਕੋਸ਼ਿਸ਼ ਕੀਤੀ ਹੈ। ਅਤੇ ਮੈਂ ਤੁਹਾਨੂੰ ਸਭ ਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਆਪਣੀ ਮਾਤ ਭਾਸ਼ਾ, ਫਿਰ ਅੰਗਰੇਜ਼ੀ ਭਾਸ਼ਾ, ਉਹਦੇ ਬਾਅਦ ਹਿੰਦੀ ਭਾਸ਼ਾ, ਉਸ ਤੋਂ ਇਲਾਵਾ ਸਾਡੇ ਦੇਸ਼ ਵਿੱਚ ਇੰਨਾ ਵਿਸ਼ਾਲ ਖਜ਼ਾਨਾ ਹੈ, ਕਿਸੇ ਨਾ ਕਿਸੇ ਇੱਕ ਭਾਸ਼ਾ ਨੂੰ ਸਿੱਖਣਾ ਚਾਹੀਦਾ ਹੈ। ਇਹ ਜ਼ਰੂਰ ਕਰਨਾ ਚਾਹੀਦਾ। ਹੁਣ ਵਿਸ਼ਾ ਆਇਆ ਹੈ ਕਰਤੱਵ। ਇੱਕ ਤੇ ਅਧਿਕਾਰ ਤੇ ਕਰਤੱਵ, ਇਹ ਨਾਲ ਨਾਲ ਜੋ ਬੋਲਿਆ ਜਾਂਦਾ ਹੈ ਉੱਥੇ ਹੀ ਗੜਬੜ ਹੋ ਜਾਂਦੀ ਹੈ। ਯਾਨੀ ਅਧਿਕਾਰ ਭਾਵ ਕੋਈ ਇੱਕ ਵਿਵਸਥਾ ਹੈ ਤੇ ਕਰਤੱਵ ਭਾਵ ਕੋਈ ਹੋਰ ਵਿਵਸਥਾ ਹੈ। ਜੀ ਨਹੀਂ, ਸਾਡੇ ਕਰਤੱਵਾਂ 'ਚ ਹੀ ਸਾਰਿਆਂ ਦੇ ਅਧਿਕਾਰ ਸ਼ਾਮਿਲ ਨੇ। ਜੇ ਮੈਂ ਅਧਿਆਪਕ ਦੇ ਨਾਤੇ ਆਪਣਾ ਕਰਤੱਵ ਨਿਭਾਉਂਦਾ ਤਾਂ ਵਿਦਿਆਰਥੀ ਦੇ ਅਧਿਕਾਰ ਦੀ ਰੱਖਿਆ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ? ਵਿਦਿਆਰਥੀ ਦੇ ਅਧਿਕਾਰ ਦੀ ਰੱਖਿਆ ਹੁੰਦੀ ਹੈ ਕਿ ਨਹੀਂ ਹੁੰਦੀ ਹੈ? ਤਾਂ ਫਿਰ ਅਧਿਕਾਰ ਤੇ ਕਰਤੱਵ ਦੀ ਲੜਾਈ ਨਹੀਂ ਰਹਿੰਦੀ। ਮਹਾਤਮਾ ਗਾਂਧੀ ਕਹਿੰਦੇ ਸਨ ਕਿ ਸਭ ਤੋਂ ਪਹਿਲਾਂ ਅਧਿਕਾਰ ਨਹੀਂ ਹੁੰਦੇ, ਸਭ ਤੋਂ ਪਹਿਲਾਂ ਕਰਤੱਵ ਹੁੰਦੇ ਨੇ। ਅਤੇ ਜੇਕਰ ਇਮਾਨਦਾਰੀ ਨਾਲ ਅਸੀਂ ਆਪਣੇ ਕਰਤੱਵਾਂ ਦਾ ਪਾਲਣ ਕਰੀਏ ਤਾਂ ਫਿਰ ਕਿਸੇ ਨੂੰ ਵੀ ਆਪਣੇ ਅਧਿਕਾਰ ਲਈ ਕੁਝ ਵੀ ਨਹੀਂ ਮੰਗਣਾ ਪਏਗਾ, ਕਿਉਂਕਿ ਉਹਦੇ ਅਧਿਕਾਰ ਆਪਣੇ ਆਪ ਸੁਰੱਖਿਅਤ ਹੋਣਗੇ। ਦੂਜਾ, ਕਦੀ ਕਦੀ ਅਸੀਂ ਕੁਝ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਜਿਵੇਂ ਪਰਿਵਾਰ 'ਚ ਮਾਤਾ ਪਿਤਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ, ਬੱਚਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ, ਆਂਢ ਗੁਆਂਢ ਦੇ ਲੋਕ ਆਪਣੀ ਜ਼ਿੰਮੇਵਾਰੀ ਸੰਭਾਲਦੇ ਨੇ। ਪਰ ਗੱਲ ਇੱਥੋਂ ਤੱਕ ਹੀ ਸੀਮਿਤ ਨਹੀਂ ਹੋ ਜਾਂਦੀ। ਇੰਨਾ ਵਿਸ਼ਾਲ ਦੇਸ਼, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਕੁਝ ਕਰਤੱਵ ਨੇ ਜੋ ਸਾਨੂੰ ਨਿਭਾਉਣੇ ਚਾਹੀਦੇ ਨੇ ਜਾਂ ਨਹੀਂ ਨਿਭਾਉਣੇ ਚਾਹੀਦੇ। ਜੇਕਰ ਦੇਸ਼ ਨੂੰ ਅੱਗੇ ਲਿਜਾਣ ਲਈ ਕੁਝ ਕਰਨਾ ਚਾਹੀਦਾ ਤਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਹੁਣ ਜਿਵੇਂ 2022 ਆਜ਼ਾਦੀ ਦੇ 75 ਸਾਲ ਹੋ ਰਹੇ ਨੇ। ਹੁਣ ਆਜ਼ਾਦੀ ਦੇ 75 ਸਾਲ ਹੋ ਰਹੇ ਨੇ। ਹੁਣ 2047 ਆਜ਼ਾਦੀ ਦੇ 100 ਸਾਲ ਹੋਣਗੇ। ਤੁਸੀਂ ਕਦੀ ਸੋਚਿਆ ਕਿ 2047 'ਚ ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ ਤਾਂ ਤੁਸੀਂ ਕਿੱਥੇ ਹੋਵੋਗੇ? ਤੁਸੀਂ ਕਿਸੇ ਨਾ ਕਿਸੇ ਵਿਵਸਥਾ 'ਚ ਲੀਡਰਸ਼ਿਪ ਦਿੰਦੇ ਹੋਵੋਗੇ। ਲੀਡਰਸ਼ਿਪ ਮਤਲਬ ਮੇਰੇ ਵਾਲਾ ਕੰਮ ਨਹੀਂ। ਜੀਵਨ ਦੇ ਹਰ ਖੇਤਰ ਵਿੱਚ ਲੀਡਰਸ਼ਿਪ ਹੁੰਦੀ ਹੈ। ਕ੍ਰਿਕਟ ਦਾ ਇੱਕ ਕਪਤਾਨ ਵੀ ਲੀਡਰਸ਼ਿਪ ਦਿੰਦਾ ਹੈ, ਕਬੱਡੀ ਦਾ ਇੱਕ ਕਪਤਾਨ ਵੀ ਲੀਡਰਸ਼ਿਪ ਦਿੰਦਾ ਹੈ, ਕਾਰਖਾਨੇ 'ਚ 200 ਮਜ਼ਦੂਰਾਂ ਨਾਲ ਕੰਮ ਕਰਨ ਵਾਲਾ ਵੀ ਲੀਡਰਸ਼ਿਪ ਦਿੰਦਾ ਹੈ। ਤਾਂ ਜੀਵਨ ਦੇ ਹਰ ਖੇਤਰ 'ਚ ਜਦੋਂ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ ਤਾਂ ਅੱਜ ਜੋ ਮੇਰੇ 10ਵੀਂ 12ਵੀਂ ਦੇ ਵਿਦਿਆਰਥੀ ਨੇ, ਇਹ ਉਸ ਵੇਲੇ ਦੇਸ਼ 'ਚ ਲੀਡਰਸ਼ਿਪ ਦੀ ਪੋਜੀਸ਼ਨ 'ਚ ਹੋਣਗੇ। ਹੁਣ ਤੁਸੀਂ ਸੋਚੋ ਕਿ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤੁਸੀਂ ਲੀਡਰ ਹੋਵੋਗੇ। ਉਸ ਵੇਲੇ ਲੀਡਰਸ਼ਿਪ ਵੇਲੇ ਤੁਹਾਨੂੰ ਬਿਲਕੁਲ ਟੁੱਟੀ ਭੱਜੀ ਫਾਲਤੂ ਵਿਵਸਥਾ ਮਿਲ ਜਾਏ ਤੇ ਫਿਰ ਤੁਹਾਨੂੰ ਕਹਿਣ ਕਿ ਲੀਡਰਸ਼ਿਪ ਕਰੋ ਤਾਂ ਤੁਹਾਨੂੰ ਚੰਗਾ ਲੱਗੇਗਾ? ਤਾਂ ਮਜ਼ਬੂਤ ਵਿਵਸਥਾ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ?
ਹੁਣ ਜੋ ਵੀ ਦੇਸ਼ ਮਜ਼ਬੂਤ ਬਣੇਗਾ ਉਹ ਕਿਹਦੇ ਕੰਮ ਆਏਗਾ? ਅੱਜ ਜੋ 80-90 ਸਾਲ ਦਾ ਹੈ ਉਹਦੇ ਕੰਮ ਆਉਣ ਵਾਲਾ ਹੈ ਕਿ ਨਹੀਂ ਆਏਗਾ? ਦੇਸ਼ ਦੇ ਜੇਕਰ ਵਾਤਾਵਰਣ ਦੀ ਰੱਖਿਆ ਹੁੰਦੀ ਹੈ ਤਾਂ ਕਿਹਦੇ ਕੰਮ ਆਏਗੀ? ਦੇਸ਼ ਦੇ ਸੰਸਾਧਨਾਂ ਦੀ ਉਚਿਤ ਵਰਤੋਂ ਹੁੰਦੀ ਹੈ ਤਾਂ ਕਿਹਦੇ ਕੰਮ ਆਏਗੀ? ਦੇਸ਼ ਦੀ ਇਕਨੋਮੀ ਜੇਕਰ ਅੱਗੇ ਵੱਧਦੀ ਹੈ ਤਾਂ ਕਿਹਦੇ ਕੰਮ ਆਏਗੀ? ਇਹਦਾ ਮਤਲਬ ਇਹ ਹੋਇਆ ਕਿ ਮੰਨੋ 2022 ਆਜ਼ਾਦੀ ਦੇ 75 ਸਾਲ ਨੇ। ਇਸ ਦੇਸ਼ ਲਈ ਕਈ ਲੋਕਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਸੀ, ਫਾਂਸੀ ਦੇ ਤਖਤੇ ਤੇ ਚੜ੍ਹੇ, ਕਈਆਂ ਨੇ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ 'ਚ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ। ਕਿਸ ਲਈ? ਦੇਸ਼ ਆਜ਼ਾਦ ਬਣੇ। ਆਜ਼ਾਦ ਮਤਲਬ ਝੰਡਾ ਬਣ ਜਾਣਾ ਥੋੜ੍ਹੀ ਹੈ। ਅਸੀਂ ਆਤਮ ਨਿਰਭਰ ਬਣੀਏ, ਸਾਡਾ ਆਤਮ ਸਨਮਾਨ ਬਣੇ, ਅਸੀਂ ਸਨਮਾਨ ਨਾਲ ਜੀਵੀਏ। ਮੈਂ ਇਸ ਲਈ ਕਿਹੜਾ ਕਰਤੱਵ ਨਿਭਾਵਾਂ ਜਿਹੜਾ ਇਸ ਭਾਵ ਨੂੰ ਮਜ਼ਬੂਤ ਕਰਦਾ ਹੈ? ਉਹਨਾਂ ਕਰਤੱਵਾਂ ਦਾ ਮੈਨੂੰ ਪਾਲਣ ਕਰਨਾ ਚਾਹੀਦਾ ਹੈ। ਜਿਵੇਂ ਕਿ ਮੈਂ ਤੈਅ ਕਰ ਸਕਦਾ ਕਿ 2022 ਆਜ਼ਾਦੀ ਦੇ 75 ਸਾਲ ਹੁੰਦੇ ਨੇ। ਮੈਂ ਤੇ ਮੇਰੇ ਪਰਿਵਾਰ ਨੇ ਹੁਣ ਜੋ ਕੁਝ ਵੀ ਖਰੀਦਣਾ ਹੋਏਗਾ ਅਸੀਂ ਉਹ ਲੋਕਲ ਖਰੀਦਾਂਗੇ, ਮੇਕ ਇਨ ਇੰਡੀਆ ਚੀਜ਼ ਹੀ ਲਵਾਂਗੇ। ਜੇ ਬਿਲਕੁਲ ਸਾਡੇ ਦੇਸ਼ ਵਿੱਚ ਉਪਲਬਧੀ ਨਹੀਂ ਹੈ ਤਾਂ ਠੀਕ ਹੈ, ਬਾਹਰੋਂ ਲਿਆਵਾਂਗੇ। ਮੈਨੂੰ ਦੱਸੋ, ਕਰਤੱਵ ਹੋਇਆ ਕਿ ਨਹੀਂ ਹੋਇਆ? ਦੇਸ਼ ਦਾ ਭਲਾ ਹੋਏਗਾ ਕਿ ਨਹੀਂ ਹੋਏਗਾ? ਦੇਸ਼ ਦੀ ਇਕਨੋਮੀ ਨੂੰ ਤਾਕਤ ਮਿਲੇਗੀ ਕਿ ਨਹੀਂ ਮਿਲੇਗੀ? ਪਰ ਜੇ ਅਸੀਂ ਰੈਡੀਮੇਡ ਚੀਜ਼ਾਂ ਲਿਆਵਾਂਗੇ, ਕਰੈਕਰ ਵਿਭਾਗ ਤੋਂ ਲਿਆ ਕੇ ਧਮਾਕਾ ਕਰਾਂਗੇ ਤਾਂ ਕੀ ਹੋਏਗਾ? ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਬਹੁਤ ਹੀ ਜਾਗਰੂਕ ਹੁੰਦੇ ਨੇ, ਸਵੱਛਤਾ ਦੇ ਵਿਸ਼ੇ 'ਚ ਬਹੁਤ ਹੀ ਕੌਨਸ਼ੀਅਸ ਹੁੰਦੇ ਨੇ। ਇਸ ਲਈ ਸਵੇਰੇ ਜਲਦੀ ਉੱਠ ਜਾਂਦੇ ਨੇ, ਪੂਰੇ ਘਰ ਦੀ ਸਫਾਈ ਕਰਦੇ ਨੇ। ਸਫਾਈ ਕਰਨ ਤੋਂ ਬਾਅਦ ਕੀ ਕਰਦੇ ਨੇ? ਬਾਹਰ ਦੇਖਦੇ ਨੇ ਕਿ ਗੁਆਂਢੀ ਸੁੱਤਾ ਹੈ ਕਿ ਜਾਗਦਾ ਹੈ, ਤੇ ਹੌਲੀ ਜਿਹੇ ਉਹ ਕੂੜਾ ਕਰਕਟ ਉੱਥੇ ਹੀ ਸੁੱਟ ਦਿੰਦੇ ਨੇ। ਹੁਣ ਉਹਨਾਂ ਨੇ ਆਪਣਾ ਕਰਤੱਵ ਤੇ ਪੂਰਾ ਕਰ ਦਿੱਤਾ, ਪਰ ਸੱਚਮੁੱਚ ਕੀ ਦੇਸ਼ ਹਿੱਤ 'ਚ ਕਰਤੱਵ ਪੂਰਾ ਕੀਤਾ? ਨਹੀਂ ਕੀਤਾ। ਫਿਰ ਜਦੋਂ ਉਹ ਸਵੇਰੇ ਉੱਠਣਗੇ ਤਾਂ ਕਹਿਣਗੇ ਕਿ ਅੱਛਾ ਸਵੇਰੇ ਜਲਦੀ ਉੱਠ ਕੇ ਕੂੜਾ ਇੱਧਰ ਸੁੱਟ ਦਿੱਤਾ, ਤੇ ਉਹ ਕੂੜਾ ਉੱਥੇ ਸੁੱਟ ਦੇਣਗੇ। ਸਵੱਛਤਾ ਹੋਏਗੀ ਨਹੀਂ, ਕੂੜਾ ਕਰਕਟ ਇੱਧਰ ਦਾ ਉੱਧਰ ਹੁੰਦਾ ਰਹੇਗਾ। ਕਿਉਂ? ਇੱਕ ਰਾਸ਼ਟਰੀ ਕਰਤੱਵ ਲਈ ਮੇਰੀ ਵੀ ਜ਼ਿੰਮੇਵਾਰੀ ਹੈ, ਉਹਨੂੰ ਨਿਭਾਉਣ ਜਾ ਰਿਹਾ। ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਘਰ 'ਚ ਜੇ ਬਿਜਲੀ ਫਾਲਤੂ ਨਹੀਂ ਜਗਣ ਦਿੰਦਾ, ਪਾਣੀ ਫਾਲਤੂ ਨਹੀਂ ਰੋੜਦਾ, ਮੈਂ ਬਿਨਾਂ ਟਿਕਟ ਟ੍ਰੇਨ 'ਚ ਸਫ਼ਰ ਕਰਨ ਵਾਲਿਆਂ ਨੂੰ ਸਵੀਕਾਰ ਨਹੀਂ ਕਰਦਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੀਵਨ 'ਚ ਇੱਕ ਹਿੰਦੁਸਤਾਨੀ ਕਰੇ ਤਾਂ ਦੇਸ਼ ਬਹੁਤ ਤੇਜ਼ੀ ਨਾਲ ਬਦਲ ਸਕਦਾ। ਇਹ ਗੱਲ ਸਹੀ ਹੈ ਕਿ ਇਹਨਾਂ ਦਿਨਾਂ 'ਚ ਸਿਲੇਬਸ ਬਦਲ ਗਏ ਨੇ ਤੇ ਇੰਨੇ ਵੱਧ ਚੜ੍ਹ ਗਏ ਨੇ ਕਿ ਸ਼ਾਇਦ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਤਾਂ ਨਾਗਰਿਕ ਸ਼ਾਸਤਰ ਪੜ੍ਹਾਇਆ ਜਾਂਦਾ ਸੀ, ਤੇ ਹੁਣ ਉਹ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ। ਪਰ ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਇੱਕ ਨਾਗਰਿਕ ਦੇ ਨਾਤੇ ਆਪਣੇ ਕਰਤੱਵਾਂ ਨੂੰ ਪਹਿਲ ਦੇਈਏ। ਇਹ ਆਪਣੇ ਲਈ ਵੀ ਉਪਯੋਗੀ ਹੋਏਗਾ ਤੇ ਸਮਾਜ ਲਈ ਵੀ ਉਪਯੋਗੀ ਹੋਏਗਾ, ਤੇ ਇਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਵੇਖਿਆ ਹੋਵੇਗਾ ਕਿ ਨਵੀਂ ਪੀੜ੍ਹੀ ਏਅਰਪੋਰਟ 'ਤੇ ਤੁਸੀਂ ਦੇਖਿਆ ਹੋਵੇਗਾ ਕਿ ਲਾਈਨ ਤੋੜਦੀ ਨਹੀਂ ਹੈ। ਇੱਕ ਅੱਧਾ ਜੇਕਰ ਕੋਈ ਲਾਈਨ ਤੋੜਦਾ ਹੈ ਤਾਂ ਸਾਰੇ ਲੋਕੀ ਗੁੱਸਾ ਕਰਦੇ ਨੇ, ਕਿਉਂਕਿ ਉਹ ਆਪਣੇ ਡਿਸਿਪਲਿਨ ਦਾ ਕਰਤੱਵ ਨਿਭਾਉਂਦਾ। ਇਹੀ ਜੇਕਰ ਸਾਡੇ ਜੀਵਨ ਵਿੱਚ ਸਾਡਾ ਸੁਭਾਅ ਬਣ ਜਾਂਦਾ ਤਾਂ ਦੇਸ਼ ਦਾ ਬਹੁਤ ਭਲਾ ਹੋਏਗਾ। ਥੈਂਕ ਯੂ ਸਰ ਪ੍ਰਾਈਮ ਮਿਨਿਸਟਰ ਫॉर योर गाइडेंस। ਮਾਣਯੋਗ ਆਂਧਰਾ ਪ੍ਰਦੇਸ਼ ਦੇ 80 ਪਾਰਕਰ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦੇ ਜਮਾਤ 10ਵੀਂ ਦੇ ਵਿਦਿਆਰਥੀ ਜਾਵੇਦ ਪਵਾਰ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਨੇ। ਕੁਡ ਵੀ ਹੈਵ ਦ ਕੁਐਸਚਨ ਪਲੀਜ਼? Namaskar sir, my name is Javed Kumar and I am student of class 10th Jawahar Navodaya Vidyalaya. My question is, how can we overcome the pressure that come from both teachers and parents at the time of examination? ਧੰਨਵਾਦ ਜਾਵੇਦ। ਸਾਡੇ ਵਿਚਕਾਰ ਨੇ ਜੰਮੂ ਕਸ਼ਮੀਰ ਦੇ ਗਵਰਨਮੈਂਟ ਗਰਲਸ ਹਾਇਰ ਸੀਨੀਅਰ ਸੈਕੰਡਰੀ ਸਕੂਲ ਨਵਾਬਾਦ ਦੀ ਜਮਾਤ 11ਵੀਂ ਦੀ ਵਿਦਿਆਰਥਣ ਕਰਿਸ਼ਮਾ, ਜੋ ਮਾਣਯੋਗ ਪ੍ਰਧਾਨ ਮੰਤਰੀ ਜੀ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਨੇ। ਕਰਿਸ਼ਮਾ, ਆਪਣਾ ਸਵਾਲ ਪੁੱਛੋ। माननीय प्रधानमंत्री जी,
ਮੈਂ ਕਰਿਸ਼ਮਾ ਰੈਣਾ ਜਮਾਤ 11ਵੀਂ ਦੀ ਵਿਦਿਆਰਥਣ ਹਾਂ ਜੋ ਕਿ ਜੰਮੂ ਕਸ਼ਮੀਰ ਦੇ ਗਰਲਜ਼ ਨਵਾਬਾਦ ਸਕੂਲ ਤੋਂ ਹਾਂ। ਮੇਰੇ ਅਗਲੇ ਸਾਲ ਬੋਰਡ ਐਗਜ਼ਾਮ ਹੈ। ਮੇਰਾ ਸਵਾਲ ਇਹ ਹੈ ਕਿ ਮੇਰੇ ਪੇਰੈਂਟਸ ਦੀਆਂ ਕੁਝ ਅਜਿਹੀਆਂ ਉਮੀਦਾਂ ਹਨ ਮੇਰੇ ਤੋਂ ਕਿ ਮੈਂ ਚੰਗੇ ਨੰਬਰ ਲਿਆਵਾਂ ਤੇ ਚੰਗੀ ਸਫਲਤਾ ਹਾਸਿਲ ਕਰਾਂ। ਤਾਂ ਮੇਰਾ ਸਵਾਲ ਇਹ ਹੈ ਕਿ ਮੈਂ ਇਹ ਕਿਸ ਤਰ੍ਹਾਂ ਕਰ ਸਕਦੀ ਹਾਂ? ਮੈਂ ਆਪਣੇ ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਨੂੰ ਕਿਵੇਂ ਪੂਰਾ ਕਰ ਸਕਦੀ ਹਾਂ ਤੇ ਇਸ ਦੇ ਨਾਲ ਜਿਹੜਾ ਸਟ੍ਰੈਸ ਹੁੰਦਾ ਹੈ ਉਸ ਤੋਂ ਕਿਵੇਂ ਬਾਹਰ ਆ ਸਕਦੀ ਹਾਂ? ਧੰਨਵਾਦ। ਥੈਂਕ ਯੂ ਕਰਿਸ਼ਮਾ। ਇਸ ਨਾਲ ਮਿਲਦਾ ਜੁਲਦਾ ਇੱਕ ਹੋਰ ਸਵਾਲ ਛੱਤੀਸਗੜ੍ਹ ਤੋਂ ਡੀਏਵੀ ਮੁੱਖ ਮੰਤਰੀ ਪਬਲਿਕ ਸਕੂਲ ਭਗਵਾਨਪੁਰਾ ਪਿੰਡ ਦੀ ਜਮਾਤ 12ਵੀਂ ਦੀ ਵਿਦਿਆਰਥਣ ਮੋਨਿਕਾ ਬਾਹਿਰਾ ਜੋ ਕਿ ਪ੍ਰਧਾਨ ਮੰਤਰੀ ਜੀ ਤੋਂ ਆਪਣੀ ਗੱਲ ਪੁੱਛਣ ਲਈ ਬਹੁਤ ਹੀ ਉਤਸ਼ਾਹਿਤ ਨੇ। ਕੁਡ ਵੀ ਹੈਵ ਦਾ ਕੁਐਸਚਨ ਪਲੀਜ਼? ਮੇਰਾ ਨਾਮ ਮੋਨਿਕਾ ਬਹਿਰਾ ਹੈ। ਮੈਂ ਡੀਏਵੀ ਮੁੱਖ ਮੰਤਰੀ ਪਬਲਿਕ ਸਕੂਲ ਜਨਕਪੁਰ ਜ਼ਿਲ੍ਹਾ ਕੋਰੀਆ ਛੱਤੀਸਗੜ੍ਹ 'ਚ ਜਮਾਤ 12ਵੀਂ ਦੀ ਵਿਦਿਆਰਥਣ ਹਾਂ। ਮਾਨਯੋਗ ਪ੍ਰਧਾਨ ਮੰਤਰੀ ਜੀ, ਮਾਤਾ ਪਿਤਾ ਪ੍ਰੀਖਿਆ ਵੇਲੇ ਬੱਚਿਆਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਨ ਤਾਂ ਕਿ ਪ੍ਰੀਖਿਆ ਦੌਰਾਨ ਬੱਚੇ ਦਬਾਅ ਤੇ ਚਿੰਤਾ ਤੋਂ ਦੂਰ ਰਹਿਣ? ਧੰਨਵਾਦ। ਧੰਨਵਾਦ ਮੋਨਿਕਾ। ਸ਼੍ਰੀਮਾਨ, ਬੇਨਤੀ ਹੈ ਕਿ ਜੰਮੂ ਦੀ ਕਰਿਸ਼ਮਾ, ਆਂਧਰਾ ਦੇ ਜਾਵੇਦ ਤੇ ਛੱਤੀਸਗੜ੍ਹ ਦੀ ਮੋਨਿਕਾ ਦੇ ਪ੍ਰੀਖਿਆ ਤਣਾਅ ਨਾਲ ਕੁਝ ਸੰਬੰਧਿਤ ਸਮੱਸਿਆਵਾਂ ਦਾ ਹੱਲ ਦੱਸੋ। ਇਹ ਸਵਾਲ ਤੁਹਾਡੇ ਲਈ ਹੈ ਜਾਂ ਤੁਹਾਡੇ ਮਾਂ-ਬਾਪ ਲਈ? ਤੁਹਾਨੂੰ ਲੱਗਦਾ ਹੈ ਕਿ ਜੋ ਗੱਲ ਤੁਸੀਂ ਆਪਣੇ ਮੰਮੀ ਪਾਪਾ ਨੂੰ ਨਹੀਂ ਕਹਿ ਪਾ ਰਹੇ ਉਹ ਅੱਜ ਮੋਦੀ ਜੀ ਸੁਣਾ ਦੇਣ? ਮੈਂ ਜ਼ਰੂਰ ਚਾਹਾਂਗਾ ਕਿ ਮੈਂ ਜੋ ਗੱਲਾਂ ਦੱਸਦਾ ਕਿਸੇ ਵੀ ਪੇਰੈਂਟਸ ਨੂੰ ਜਾਂ ਗਾਰਡੀਅਨਸ ਨੂੰ ਮੈਂ ਪ੍ਰੈਸ਼ਰ ਨਹੀਂ ਕਰਨਾ ਚਾਹੁੰਦਾ। ਮੈਂ ਕੋਈ ਦਬਾਅ ਨਹੀਂ ਪਾਉਣਾ ਚਾਹੁੰਦਾ ਅਤੇ ਨਾ ਹੀ ਮੈਂ ਉਹਨਾਂ ਦੇ ਬੱਚਿਆਂ ਨੂੰ ਵਿਗਾੜਨਾ ਚਾਹੁੰਦਾ ਕਿ ਉਹ ਆਪਣੇ ਪੇਰੈਂਟਸ ਦੇ ਖਿਲਾਫ ਬਗਾਵਤ ਦੀ ਆਦਤ ਬਣਾ ਲੈਣ। ਇਸ ਤਰ੍ਹਾਂ ਵੀ ਨਹੀਂ ਚਾਹੁੰਦਾ ਮੈਂ। ਇਹ ਗੱਲ ਸਹੀ ਹੈ ਕਿ ਅਸੀਂ ਦੇਖਿਆ ਕਿ ਸਟੀਲ ਦਾ ਜਿਹੜਾ ਸਪਰਿੰਗ ਹੁੰਦਾ ਹੈ, ਜੇਕਰ ਸਪਰਿੰਗ ਨੂੰ ਇੱਕ ਹੱਦ ਤੱਕ ਖਿੱਚੋਗੇ ਤਾਂ ਉਹਦਾ ਉਪਯੋਗ ਹੈ, ਪਰ ਬਹੁਤ ਜ਼ਿਆਦਾ ਖਿੱਚ ਦਿੱਤਾ ਤਾਂ ਕੀ ਹੋਏਗਾ? ਤਾਰ ਬਣ ਜਾਏਗਾ। ਫਿਰ ਉਹ ਸਪਰਿੰਗ ਦਾ ਕੰਮ ਕਰੇਗਾ ਕੀ? ਮਾਂ-ਬਾਪ ਨੂੰ ਵੀ ਇਹ ਸੋਚਣਾ ਚਾਹੀਦਾ, ਅਧਿਆਪਕਾਂ ਨੂੰ ਵੀ ਇਹ ਸੋਚਣਾ ਚਾਹੀਦਾ। ਉਹਨਾਂ ਨੂੰ ਅੰਦਾਜ਼ਾ ਹੋਣਾ ਚਾਹੀਦਾ ਕਿ ਜਿਸ ਸਟੂਡੈਂਟ ਦੇ ਨਾਲ ਜਾਂ ਬੱਚੇ ਦੇ ਨਾਲ ਅਸੀਂ ਵਿਵਹਾਰ ਕਰ ਰਹੇ ਹਾਂ ਉਹਦੀ ਕੈਪੇਬਿਲਿਟੀ ਕਿੰਨੀ ਹੈ। ਇਹ ਮਾਂ-ਬਾਪ ਅਤੇ ਅਧਿਆਪਕ ਨੂੰ ਅੰਦਾਜ਼ਾ ਹੋਣਾ ਚਾਹੀਦਾ ਅਤੇ ਉਹਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਇਸ ਲਈ ਮੇਰੀ ਮਾਪਿਆਂ ਨੂੰ ਵੀ ਇਹੀ ਸਲਾਹ ਹੈ ਕਿ ਤੁਸੀਂ ਕਿੰਨੀ ਵੀ ਵੱਡੀ ਉਮਰ ਦੇ ਕਿਉਂ ਨਾ ਹੋਵੋ, ਤੁਹਾਡੇ ਬੱਚੇ ਵੀ ਕਿੰਨੇ ਵੱਡੇ ਕਿਉਂ ਨਾ ਹੋਣ, ਤੁਸੀਂ ਹਰ ਵੇਲੇ ਆਪਣੇ ਲਈ, ਬੱਚਿਆਂ ਲਈ ਨਹੀਂ, ਮਨ ਵਿੱਚ ਵਿਚਾਰ ਕਰੋ ਕਿ ਜਦੋਂ ਤੁਹਾਡੇ ਬੱਚੇ 2 ਸਾਲ ਦੇ ਸੀ, 3 ਸਾਲ ਦੇ ਸੀ, 4 ਸਾਲ ਦੇ ਸੀ, ਉਸ ਵੇਲੇ ਮਾਤਾ ਪਿਤਾ ਦੇ ਰੂਪ 'ਚ ਤੁਸੀਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਸੀ। ਤੁਸੀਂ ਚਾਹੁੰਦੇ ਸੀ ਕਿ ਬੱਚਾ ਚੱਲੇ ਤਾਂ ਤੁਸੀਂ ਦੂਰ ਖੜ੍ਹੇ ਰਹਿ ਕੇ ਬੱਚੇ ਨੂੰ ਕਹਿੰਦੇ ਸੀ ਆਓ ਆਓ, ਇਸੇ ਤਰ੍ਹਾਂ ਕਹਿੰਦੇ ਸੀ ਨਾ। ਚਲੋ ਚਲੋ, ਦੌੜੋ ਦੌੜੋ ਕਰਦੇ ਸੀ ਕਿ ਨਹੀਂ ਕਰਦੇ ਸੀ? ਫਿਰ ਉਹ ਬੱਚਾ ਦੌੜਦਾ ਸੀ ਕਿ ਨਹੀਂ ਦੌੜਦਾ ਸੀ? ਕੋਈ ਦਬਾਅ ਪਾਉਂਦੇ ਸੀ? ਹੈਂ, ਇੱਦਾਂ ਫੜ ਕੇ ਖਿੱਚਦੇ ਸੀ? ਇੱਦਾਂ ਕਰਦੇ ਸੀ? ਕੋਈ ਨਹੀਂ ਕਰਦੇ ਸੀ, ਬਲਕਿ ਪਿਆਰ ਨਾਲ ਪ੍ਰੇਰਦੇ ਸੀ, ਉਹਦੇ ਅੰਦਰ ਦੀ ਤਾਕਤ ਨੂੰ ਜਗਾਉਂਦੇ ਸੀ। ਚੰਗਾ ਮੰਨ ਲਓ ਜਦੋਂ ਬੱਚਾ ਚੱਲਦਾ ਚੱਲਦਾ ਡਿੱਗ ਜਾਂਦਾ ਸੀ ਤਾਂ ਕੀ ਕਰਦੇ ਸੀ? ਥੱਪੜ ਮਾਰ ਦਿੰਦੇ ਸੀ ਕਿ 8 ਮਿੰਟ 10 ਮਿੰਟ ਤੋਂ ਮੈਂ ਕਰ ਰਹੀ ਹਾਂ ਅਤੇ ਤੂੰ ਚੱਲਦਾ ਵੀ ਨਹੀਂ ਆ, ਫਿਰ ਡਿੱਗ ਗਿਆ, ਕਿੰਨੀ ਵਾਰੀ ਖੜਾ ਕਰਾਂ? ਇਸ ਤਰ੍ਹਾਂ ਕਰਦੀ ਹੈ ਕੋਈ ਮਾਂ? ਨਹੀਂ ਕਰਦੀ। ਅਰੇ ਵਾਹ, ਸ਼ਾਬਾਸ਼, ਤਾੜੀ ਵਜਾ ਕੇ ਬੱਚਾ ਡਿੱਗ ਜਾਏ ਅਤੇ ਮਾਂ ਤਾੜੀ ਵਜਾ ਰਹੀ ਹੈ। ਕੋਈ ਬਹੁਤ ਵੱਡਾ ਬੁੱਧੀਮਾਨ ਵਿਅਕਤੀ ਦੇਖੇ ਅਤੇ ਕਹੇ ਕਿ ਦੇਖੋ ਕਿਹੋ ਜਿਹੀ ਮਾਂ ਹੈ, ਬੱਚਾ ਡਿੱਗਿਆ ਅਤੇ ਤਾੜੀ ਵਜਾ ਰਹੀ ਹੈ। ਪਰ ਉਸ ਮਾਂ ਨੂੰ ਪਤਾ ਹੈ ਕਿ ਹੁਣੇ ਚੱਲਦੇ ਚੱਲਦੇ ਡਿੱਗਿਆ, ਮੈਨੂੰ ਉਸ ਨੂੰ ਹੌਸਲਾ ਦੇਣਾ। ਮੈਂ ਮਾਂ-ਬਾਪ ਨੂੰ ਇਹੀ ਕਹਾਂਗਾ ਕਿ ਤੁਸੀਂ ਬੱਚੇ ਵੱਡੇ ਹੋ ਗਏ ਨੇ, ਇਹਨੂੰ ਮੰਨੋ। ਇੱਦਾਂ ਨਹੀਂ ਕਿ ਹੁਣ ਵੀ ਕੋਈ 2-3 ਸਾਲ ਦਾ ਹੈ, ਭਲੇ ਹੀ 12ਵੀਂ 'ਚ ਪੜ੍ਹ ਰਿਹਾ ਹੈ, ਇੱਦਾਂ ਨਹੀਂ ਹੈ। ਬੱਚਾ ਵੱਡਾ ਹੈ, ਇਹ ਸਵੀਕਾਰ ਕਰੋ। ਪਰ ਆਪਣੇ ਆਪ ਨੂੰ ਜਦੋਂ 3 ਸਾਲ 4 ਸਾਲ ਦੇ ਬੱਚੇ ਸੀ, ਉਸ ਵੇਲੇ ਤੁਹਾਡੀ ਜਿਹੜੀ ਸੋਚ ਸੀ ਉਹਨਾਂ ਨੂੰ ਮਦਦ ਕਰਨ ਦੀ, ਉਹਨੂੰ ਜ਼ਿੰਦਗੀ ਭਰ ਜ਼ਿੰਦਾ ਰੱਖੋ, ਉਹਨੂੰ ਕਦੀ ਮਰਨ ਨਾ ਦਿਓ। ਜਿਹੜੇ ਪਰਿਵਾਰ ਵਿੱਚ ਮਾਂ-ਬਾਪ ਦੀ ਇਹ ਸੋਚ ਹੁੰਦੀ ਹੈ ਕਿ ਮੈਂ ਮੇਰੇ ਬੱਚਿਆਂ ਨੂੰ, ਉਹਨਾਂ ਨੇ ਜਿੱਥੇ ਵੀ ਜਾਣਾ ਹੈ, ਜੇ ਰਸਤਾ ਸਹੀ ਹੈ ਤਾਂ ਮੈਂ ਉਹਨਾਂ ਦੀ ਹਮੇਸ਼ਾ ਹੌਸਲਾ ਅਫਜ਼ਾਈ ਕਰਾਂਗਾ,
ਪਰਸਿਊ ਕਰਨਾ ਚਾਹੀਦਾ ਹੈ, ਪ੍ਰੈਸ਼ਰ ਨਹੀਂ ਕਰਨਾ ਚਾਹੀਦਾ। ਹੁਣ ਪਰਸਿਊ ਅਤੇ ਪ੍ਰੈਸ਼ਰ ਵਿੱਚ ਬਹੁਤ ਨੈਰੋ ਲਾਈਨ ਹੈ। ਇਹ ਬੈਲੈਂਸ ਕਿਵੇਂ ਬਣਾਉਣਾ, ਅਤੇ ਇਹਦੇ ਲਈ ਮੈਂ ਬੱਚਿਆਂ ਨੂੰ ਵੀ ਬੇਨਤੀ ਕਰਾਂਗਾ ਅਤੇ ਮਾਂ-ਬਾਪ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਕਦੀ ਜਿਨ੍ਹਾਂ ਨਾਲ ਬੱਚੇ ਕੰਫਰਟ ਨੇ ਉਹਨਾਂ ਨੂੰ ਕਦੀ ਕਹੋ ਕਿ ਉਹ ਸਮਾਂ ਕੱਢਣ ਅਤੇ ਤੁਹਾਡੇ ਘਰ ਆਉਣ, ਦਾਦਾ ਦਾਦੀ ਹੋਣ, ਨਾਨਾ ਨਾਨੀ ਹੋਣ, ਚਾਚਾ ਚਾਚੀ ਹੋਣ, ਕੋਈ ਅਧਿਆਪਕ ਹੋਵੇ, ਉਹਨਾਂ ਨੂੰ ਕਹੋ ਕਿ ਕਦੀ ਘਰ ਆਓ ਚਾਹ ਪੀਣ, ਅਤੇ ਹੌਲੀ ਜਿਹੇ ਬੱਚੇ ਨੂੰ ਉਹਨਾਂ ਕੋਲ ਛੱਡ ਦਿਓ ਅਤੇ ਤੁਸੀਂ ਦੂਸਰੇ ਕਮਰੇ 'ਚ ਚਲੇ ਜਾਓ ਅਤੇ ਅਧਿਆਪਕ ਨੂੰ, ਗਾਰਡੀਅਨ ਨੂੰ ਕਹੋ ਕਿ ਉਹ ਬੱਚੇ ਨਾਲ ਗੱਲਾਂ ਕਰਨ, ਉਹਨੂੰ ਖੋਜਣ, ਉਹਦੇ ਨਾਲ ਖੁੱਲ੍ਹ ਕੇ ਗੱਲ ਕਰਨ, ਅਤੇ ਫਿਰ ਉਹ ਉਹਦੇ ਮਾਂ-ਬਾਪ ਨੂੰ ਇਕੱਲੇ 'ਚ ਦੱਸ ਦੇਵੇ ਕਿ ਮੈਂ ਅੱਜ ਬੱਚੇ ਨਾਲ ਅੱਧਾ ਘੰਟਾ ਗੱਲ ਕੀਤੀ, ਇਹ ਉਹਦੇ ਮਨ ਵਿੱਚ ਚੱਲ ਰਿਹਾ। ਤੁਹਾਨੂੰ ਲੋਕਾਂ ਨੂੰ ਇਹਨੂੰ ਐਡਜਸਟ ਕਰਨਾ ਚਾਹੀਦਾ। ਜੇ ਇਹ ਥੋੜ੍ਹਾ ਮੈਕੈਨਿਜ਼ਮ ਬਣ ਜਾਏ, ਪਹਿਲੇ ਇਹ ਮੈਕੈਨਿਜ਼ਮ ਸੀ ਕਿਉਂਕਿ ਜੁਆਇੰਟ ਫੈਮਿਲੀਜ਼ ਸੀ ਘਰ ਵਿੱਚ। ਭਾਰਤ ਦਾ ਬੱਚਾ ਸੁਪਰ ਪੋਲੀਟੀਸ਼ੀਅਨ ਹੁੰਦਾ ਹੈ। ਉਹਨੇ ਜੇ ਸਿਨੇਮਾ ਦੇਖਣ ਜਾਣਾ ਤਾਂ ਉਹਨੂੰ ਪਤਾ ਜੇ ਪਾਪਾ ਮਨਾ ਕਰਨਗੇ ਤਾਂ ਉਹ ਦਾਦੀ ਕੋਲ ਜਾਏਗਾ। ਉਹਨੂੰ ਪਤਾ ਹੈ ਕਿ ਨਵੇਂ ਕੱਪੜੇ ਲਿਆਉਣੇ ਨੇ, ਮਾਂ ਮਨਾ ਕਰੇਗੀ ਤਾਂ ਪਾਪਾ ਕੋਲ ਜਾਏਗਾ। ਉਹਨੂੰ ਬਰਾਬਰ ਪਤਾ ਰਹਿੰਦਾ ਕਿ ਘਰ ਵਿੱਚ ਕਿਹਦੇ ਨਾਲ ਕਿੱਦਾਂ ਕਰਨਾ। ਇਹ ਖੂਬੀ ਉਹਦੇ ਅੰਦਰ ਆ ਜਾਂਦੀ ਹੈ। ਉਸ ਬਾਲ ਨੂੰ ਮਾਂ ਪਰਿਵਾਰ ਵਿੱਚ ਵੀ ਇਸੇ ਤਰ੍ਹਾਂ ਕਰਨਾ। ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਨਾ ਕਰੋ। ਨਹੀਂ ਬਈ, ਮੋਦੀ ਜੀ ਨੇ ਕਿਹਾ ਸੀ ਕਿ ਜ਼ਿਆਦਾ ਇੰਟਰਫੀਅਰ ਨਾ ਕਰੋ। ਇੱਦਾਂ ਨਹੀਂ ਹੈ। ਤੁਸੀਂ ਉਹਨੂੰ ਜਾਣੋ, ਜਾਣ ਕੇ ਉਸ ਨੂੰ ਜਿਤਾਓ। ਦੇਖ, ਤੇਰੇ ਅੰਦਰ ਇਹ ਤਾਕਤ ਹੈ, ਤੇਰੇ ਅੰਦਰ ਖੂਬੀ ਹੈ, ਤੂੰ ਇਹਦਾ ਉਪਯੋਗ ਕਿਉਂ ਨਹੀਂ ਕਰਦਾ? ਦੇਖੋ, ਕੋਸ਼ਿਸ਼ ਕਰ। ਜਿੰਨਾ ਜ਼ਿਆਦਾ ਪ੍ਰੋਤਸਾਹਿਤ ਕਰੋਗੇ ਓਨਾ ਜ਼ਿਆਦਾ ਨਤੀਜਾ ਮਿਲੇਗਾ। ਜਿੰਨਾ ਪ੍ਰੈਸ਼ਰ ਕਰੋਗੇ ਓਨਾ ਹੀ ਸਮੱਸਿਆ ਵਧੇਗੀ। ਹੁਣ ਮਾਂ-ਬਾਪ ਨੂੰ ਤੈਅ ਕਰਨਾ, ਅਧਿਆਪਕ ਨੂੰ ਤੈਅ ਕਰਨਾ ਕਿ ਅਸੀਂ ਸਮੱਸਿਆ ਨੂੰ ਵਧਾਉਣਾ ਜਾਂ ਬੱਚੇ ਨੂੰ ਪ੍ਰੋਤਸਾਹਿਤ ਕਰਕੇ ਉਹਦੀ ਸ਼ਕਤੀ ਵਿੱਚ ਬਦਲਣਾ ਹੈ। ਮੈਂ ਰਸਤਾ ਚੁਣਾਂਗਾ ਪ੍ਰੋਤਸਾਹਿਤ ਕਰਨ ਦਾ। ਹਰ ਬਾਲ ਦੀ ਸ਼ਕਤੀ ਨੂੰ ਉਜਾਗਰ ਕਰਨਾ, ਉਹਦੀ ਹੌਸਲਾ ਅਫਜ਼ਾਈ ਕਰਨਾ, ਇਹਨੂੰ ਹੀ ਮੈਂ ਬਲ ਦਿਆਂਗਾ। Thank you, Honorable Prime Minister, for being a friend and mentor. We hope our parents are watching this program. Prerna Manwar, class 12th student, comes from a city we know for UNESCO Heritage Cave. She studies in Jawahar Navodaya Vidyalaya, Kannad, Aurangabad, and joins us with her question. Could we have the question, please? Good morning, sir. My name is Prerna. I am student of class 12th science from Jawahar Navodaya Vidyalaya, Kannad, Aurangabad, Maharashtra. Sir, my question to you is, my parents always say that I should wake up early in the morning for study, but I am night out. I can't wake up early in the morning. Sir, what should I do? Thank you, sir. ਧੰਨਵਾਦ ਪ੍ਰੇਰਨਾ। ਮਾਣਯੋਗ ਪ੍ਰਧਾਨ ਮੰਤਰੀ ਜੀ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਦੇ 12ਵੀਂ ਦੇ ਵਿਦਿਆਰਥੀ ਸਟੈਂਜ਼ਨ ਸਭਾ ਵਿੱਚ ਹਾਜ਼ਰ ਨੇ ਤੇ ਮਾਣਯੋਗ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੇ ਨੇ। ਸਟੈਂਜ਼ਨ, ਆਪਣਾ ਸਵਾਲ ਪੁੱਛੋ। Good afternoon, sir. My name is Tenzin Devo. I am studying in 12th class and my school name is Government Higher Secondary School and I am from Leh, Ladakh. Sir, my question is, in your opinion, what is the best time to study? Is it early morning or the late night? Kindly suggest us. ਧੰਨਵਾਦ ਸਟੈਂਜ਼ਨ। ਇਸ ਤਰ੍ਹਾਂ ਦਾ ਹੀ ਇੱਕ ਹੋਰ ਸਵਾਲ। ਅਗਲੇ ਸਵਾਲ ਲਈ ਮੈਂ ਜਵਾਹਰ ਨਵੋਦਿਆ ਵਿਦਿਆਲਿਆ ਤ੍ਰਿਪੁਰਾ ਦੇ ਵਿਦਿਆਰਥੀ ਸ਼ੁਭਾਸ਼ੀਸ਼ ਚਾਕਮਾ ਨੂੰ ਬੁਲਾ ਰਹੀ ਹਾਂ। ਸ਼ੁਭਾਸ਼ੀਸ਼, ਕਿਰਪਾ ਆਪਣਾ ਸਵਾਲ ਪੁੱਛੋ। Honorable Prime Minister, sir, good afternoon. This is Shubhashish of class 11th studying at Jawahar Navodaya Vidyalaya, region Shillong. Sir, actually my elder sister always used to call me because I often go for late night study and cannot wake up early in the morning. Sir, my question is, am I doing something wrong? Please tell me, sir. What do you say? ਧੰਨਵਾਦ ਸ਼ੁਭਾਸ਼ੀਸ਼। ਮਾਣਯੋਗ ਪ੍ਰੇਰਨਾ, ਸਟੈਂਜ਼ਨ ਤੇ ਸ਼ੁਭਾਸ਼ੀਸ਼ ਪੜ੍ਹਨ ਦਾ ਸਰਵੋਤਮ ਸਮਾਂ ਕਿਹੜਾ ਹੈ ਜਾਣਨਾ ਚਾਹੁੰਦੇ ਨੇ। ਇੰਨਾ ਨਿਰਦੋਸ਼ ਸਵਾਲ ਮੇਰੇ ਕੋਲੋਂ ਪੁੱਛਿਆ ਗਿਆ। ਇਸ ਸਵਾਲ ਨਾਲ ਮੇਰੇ ਮਨ ਵਿੱਚ ਇੱਕ ਹੋਰ ਵਿਚਾਰ ਆਇਆ। ਵਿਚਾਰ ਇਹ ਆਇਆ ਕਿ ਇਸ ਸਵਾਲ ਦਾ ਮਤਲਬ ਹੈ ਕਿ ਪ੍ਰੀਖਿਆ ਉੱਤੇ ਚਰਚਾ ਇਹ ਪ੍ਰੋਗਰਾਮ ਸਫਲ ਹੈ ਅਤੇ ਇਹਦੇ ਤੋਂ ਇਹ ਵੀ ਪਤਾ ਚੱਲਦਾ ਕਿ ਸਾਡੇ ਅਧਿਆਪਕਾਂ ਲਈ
ਸਿੱਖਿਆ ਜਗਤ ਦੇ ਲੋਕਾਂ ਲਈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਹੋ ਜਿਹੇ ਸਵਾਲਾਂ ਦੇ ਜਵਾਬ ਦੀ ਘਾਟ ਮਹਿਸੂਸ ਹੋ ਰਹੀ ਹੈ। ਕੋਈ ਵੈਕਿਊਮ ਮਹਿਸੂਸ ਹੋ ਰਿਹਾ। ਮੈਂ ਚਾਹਾਂਗਾ ਸਾਰੇ ਮਾਤਾ ਪਿਤਾ ਤੋਂ, ਸਾਰੇ ਅਧਿਆਪਕਾਂ ਤੋਂ ਕਿ ਤੁਹਾਡੇ ਵਿਦਿਆਰਥੀਆਂ ਵਿੱਚ ਤੁਹਾਡਾ ਅਜਿਹਾ ਰਿਸ਼ਤਾ ਰਹਿਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਵੀ ਉਹ ਤੁਹਾਨੂੰ ਖੁੱਲ੍ਹ ਕੇ ਕਹਿਣ। ਜਿੰਨਾ ਜ਼ਿਆਦਾ ਉਹਨਾਂ ਵਿੱਚ ਖੁੱਲ੍ਹਾਪਨ ਆਏਗਾ, ਉਹਨਾਂ ਦੇ ਤੰਦਰੁਸਤ ਵਿਕਾਸ ਵਿੱਚ ਬਹੁਤ ਕੰਮ ਆਏਗਾ। ਮੈਂ ਉਹਨਾਂ ਸਾਰੇ ਨੌਜਵਾਨ ਸਾਥੀਆਂ ਦਾ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਮੈਨੂੰ ਸਵਾਲ ਬੜਾ ਮਹੱਤਵਪੂਰਨ ਹੈ, ਫਿਰ ਵੀ ਲੋਕ ਉਹਨਾਂ ਨੂੰ ਕਹਿਣ, ਯਾਰ ਤੈਨੂੰ ਮੌਕਾ ਮਿਲਿਆ, ਤੂੰ ਇਹੀ ਸਵਾਲ ਪੁੱਛ ਲਿਆ। ਪਰ ਮੈਂ ਇਸ ਨੂੰ ਬਹੁਤ ਮਹੱਤਵ ਦਿੰਦਾ ਅਤੇ ਮੈਨੂੰ ਤਸੱਲੀ ਹੈ ਕਿ ਇਹਨਾਂ ਬੱਚਿਆਂ ਨੇ ਮੈਨੂੰ ਆਪਣਾ ਮੰਨਿਆ ਅਤੇ ਜੋ ਗੱਲ ਆਪਣੀ ਮਾਂ ਕੋਲੋਂ, ਆਪਣੇ ਪਿਤਾ ਤੋਂ ਪੁੱਛ ਸਕਦੇ ਨੇ, ਵੱਡੀ ਭੈਣ ਤੋਂ ਪੁੱਛ ਸਕਦੇ ਨੇ, ਉਹ ਅੱਜ ਉਹਨਾਂ ਨੇ ਮੈਨੂੰ ਪੁੱਛੀ। ਇਸ ਆਪਣੇਪਨ ਦਾ ਆਨੰਦ ਕੁਝ ਹੋਰ ਹੀ ਹੁੰਦਾ ਹੈ ਜੋ ਮੈਂ ਅੱਜ ਮਹਿਸੂਸ ਕਰ ਰਿਹਾ। ਹੁਣ ਇਸ ਦਾ ਜਵਾਬ ਦੇਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ। ਇਸ ਲਈ ਮੁਸ਼ਕਿਲ ਹੈ ਕਿ ਰਾਤ ਨੂੰ ਜਾਗਣਾ ਜਾਂ ਸਵੇਰੇ ਜਾਗਣਾ ਇਹ ਇਸ਼ੂ ਹੈ। ਹੁਣ ਮੈਂ 50% ਤਾਂ ਹੱਕਦਾਰ ਹਾਂ ਬੋਲਣ ਦਾ, ਫਿਰ 50% ਨਹੀਂ ਹਾਂ। 50% ਇਸ ਲਈ ਹੱਕਦਾਰ ਹਾਂ ਕਿਉਂਕਿ ਮੈਂ ਸਵੇਰੇ ਬਹੁਤ ਜਲਦੀ ਉੱਠਦਾ, ਇਸ ਲਈ ਮੈਨੂੰ ਬੋਲਣ ਦਾ ਹੱਕ ਬਣਦਾ। ਪਰ 50% ਇਸ ਲਈ ਨਹੀਂ ਹਾਂ ਕਿ ਹੁਣ ਮੇਰੀ ਡਿਊਟੀ ਐਸੀ ਬਣ ਗਈ ਹੈ ਕਿ ਰਾਤ ਨੂੰ ਜਲਦੀ ਸੌਂ ਨਹੀਂ ਪਾਉਂਦਾ, ਅਤੇ ਇਸ ਲਈ ਜੋ ਆਦਰਸ਼ ਵਿਵਸਥਾ ਹੈ ਉਸ ਦੀ ਅੱਧੀ ਪਾਲਣਾ ਤਾਂ ਮੈਂ ਕਰਦਾ। ਦੇਖੋ, ਅੱਧੀ ਮੈਂ ਨਹੀਂ ਕਰਦਾ, ਅਤੇ ਜਦੋਂ ਮੈਂ ਖੁਦ ਨਹੀਂ ਕਰਦਾ ਤਾਂ ਮੈਂ ਮੋਰਲ ਅਥਾਰਟੀ ਦੇ ਰੂਪ 'ਚ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਪਰ ਤੁਸੀਂ ਵੀ ਜਾਣਦੇ ਹੋ ਕਿ ਦਿਨ ਭਰ ਦਾ ਕੰਮ, ਥਕਾਵਟ, ਅਲੱਗ-ਅਲੱਗ ਮਨ ਦੇ ਅੰਦਰ ਚੱਲ ਰਹੀਆਂ ਘਟਨਾਵਾਂ, ਪੂਰਾ ਦਿਨ ਬੀਤਦਾ। ਇਹ ਚੀਜ਼ਾਂ ਹੌਲੀ-ਹੌਲੀ ਜੁੜ ਜਾਂਦੀਆਂ ਨੇ ਅਤੇ ਹੁੰਦਿਆਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡਾ ਮਾਈਂਡ, ਤੁਹਾਡੀ ਮਨੋਸਥਿਤੀ ਕਿੰਨੀ ਡਾਵਾਂ-ਡੋਲ ਹੋ ਰਹੀ ਹੋਏਗੀ ਸ਼ਾਮ ਦੇ ਸਮੇਂ। ਅਤੇ ਰਾਤ ਦੇ ਸਮੇਂ ਤੁਹਾਡਾ ਮਨ ਬਿਲਕੁਲ ਖਾਲੀ ਹੋਏਗਾ ਪੜ੍ਹਨ ਦੇ ਲਈ? ਨਹੀਂ ਹੋਏਗਾ। ਪ੍ਰੀਆਕੂਪਾਈਡ ਬਹੁਤ ਸਾਰੀਆਂ ਭਰੀਆਂ ਪਈਆਂ ਹੋਣਗੀਆਂ ਅਤੇ ਦਿਨ ਭਰ ਦੀਆਂ ਘਟਨਾਵਾਂ ਹੋਣਗੀਆਂ, ਤਾਂ ਉਸ ਦਾ ਐਕਸ਼ਨ ਰਿਐਕਸ਼ਨ ਵੀ ਮਨ ਅੰਦਰ ਚੱਲਦਾ ਹੋਏਗਾ, ਅਤੇ ਇਸ ਲਈ ਮੁਮਕਿਨ ਹੈ ਕਿ ਰਾਤ ਨੂੰ ਤੁਸੀਂ ਓਨਾ ਫੋਕਸ ਨਾ ਕਰ ਪਾਓ। ਹੋ ਸਕਦਾ ਸਭ ਨਾਲ ਇੱਦਾਂ ਨਾ ਹੋਏ, ਪਰ ਇਹ ਸੱਚ ਹੈ ਕਿ ਡੂੰਘੀ ਨੀਂਦ ਤੋਂ ਬਾਅਦ, ਮੈਂ ਇਹ ਤਾਂ ਨਹੀਂ ਕਹਾਂਗਾ ਕਿ 3 ਵਜੇ ਉੱਠ ਕੇ ਪੜ੍ਹੋ ਵਰਨਾ ਮਾਂ ਨੂੰ ਉਠਾਓਗੇ 3 ਵਜੇ ਕਿ ਚਾਹ ਬਣਾ ਦਿਓ, ਪਰ ਰੀਜ਼ਨੇਬਲੀ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਜੇ ਤਿਆਰ ਹੋ ਕੇ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਪੂਰੀ ਤਰ੍ਹਾਂ ਮਨ ਨਾਲ ਤੁਸੀਂ ਇੱਕਦਮ ਤੰਦਰੁਸਤ ਹੁੰਦੇ ਹੋ। ਜਿਸ ਤਰ੍ਹਾਂ ਬਾਰਿਸ਼ ਤੋਂ ਬਾਅਦ ਅਸਮਾਨ ਜਿਵੇਂ ਸਾਫ਼ ਨਜ਼ਰ ਆਉਂਦਾ, ਵੈਸਾ ਮਨ ਵੀ ਹੁੰਦਾ। ਹੁਣ ਤੁਸੀਂ ਸੋਚੋ, ਉਸ ਸਮੇਂ ਜੋ ਤੁਸੀਂ ਪੜ੍ਹੋਗੇ ਉਹ ਜ਼ਿਆਦਾ ਰਜਿਸਟਰ ਹੋਏਗਾ ਕਿ ਨਹੀਂ ਹੋਏਗਾ? ਅਤੇ ਇਸ ਲਈ ਸਾਡੇ ਇੱਥੇ ਤਜਰਬੇ ਨਾਲ ਇਹ ਮੰਨਿਆ ਗਿਆ ਕਿ ਸਵੇਰੇ ਬਹੁਤ ਉੱਤਮ ਕਾਲ ਖੰਡ ਹੁੰਦਾ, ਫਰੈਸ਼ ਹੁੰਦੇ ਆ, ਥਕਾਨ ਨਹੀਂ ਹੁੰਦੀ ਹੈ, ਅਤੇ ਪੜ੍ਹਾਈ ਤੋਂ ਹੀ ਸ਼ੁਰੂ ਕਰਦੇ ਆ ਤਾਂ ਜ਼ਿਆਦਾ ਵਧੀਆ ਰਹਿੰਦਾ। ਪਰ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਵਿਦਿਆਰਥੀਆਂ ਦੀ ਪ੍ਰੋਬਲਮ ਇਹ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਰਾਤ ਨੂੰ ਹੀ ਪੜ੍ਹਨਾ ਜਾਂ ਸਵੇਰੇ ਪੜ੍ਹਨਾ। ਹਰੇਕ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਆਪਣੀਆਂ ਆਦਤਾਂ ਹੁੰਦੀਆਂ ਨੇ, ਅਤੇ ਤੁਸੀਂ ਜਿਸ 'ਚ ਕੰਫਰਟੇਬਲ ਹੋ ਉਹੀ ਕਰੋ। ਸਿਧਾਂਤ ਹੈ ਕਿ ਸਵੇਰੇ ਠੀਕ ਰਹਿੰਦਾ, ਫਿਰ ਵੀ ਜੇ ਤੁਸੀਂ ਕੰਫਰਟੇਬਲ ਨਹੀਂ ਹੋ ਤਾਂ ਕਿਉਂ ਪਰੇਸ਼ਾਨ ਹੋ ਬਈ? ਰਾਤ ਨੂੰ ਪੜ੍ਹ ਲਓ, ਵਰਨਾ ਕੀ ਹੋਏਗਾ ਫਿਰ? ਜਦੋਂ ਰਿਜ਼ਲਟ ਆਏਗਾ ਤਾਂ ਤੁਸੀਂ ਦੀਦੀ ਨੂੰ ਦੱਸੋਗੇ ਕਿ ਤੇਰੇ ਕਰਕੇ ਰਿਜ਼ਲਟ ਚੰਗਾ ਨਹੀਂ ਆਇਆ। ਕਿਉਂ? ਤੂੰ ਮੈਨੂੰ ਰਾਤੀ ਪੜ੍ਹਨ ਨਹੀਂ ਦਿੰਦੀ ਸੀ, ਸਵੇਰੇ ਪੜ੍ਹਨ ਨੂੰ ਕਹਿੰਦੀ ਸੀ। ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਦੂਜੀ ਗੱਲ ਹੈ, ਜ਼ਿਆਦਾਤਰ ਵਿਦਿਆਰਥੀਆਂ ਦੇ ਜੀਵਨ 'ਚ ਕੀ ਹੁੰਦਾ? ਹੋ ਸਕਦਾ ਤੁਹਾਡੇ ਜੀਵਨ 'ਚ ਨਾ ਹੁੰਦਾ ਹੋਏ, ਪਰ ਮੈਂ ਜਦੋਂ ਪੜ੍ਹਦਾ ਸੀ ਤਾਂ ਸਾਰੇ ਸਾਥੀਆਂ ਦੇ ਅੰਦਰ ਹੁੰਦਾ ਸੀ। ਤੁਹਾਡੇ ਅੰਦਰ ਹੁੰਦਾ ਤਾਂ ਨਹੀਂ ਹੁੰਦਾ ਤਾਂ ਮੈਂ ਕੋਈ ਜੱਜਮੈਂਟ ਨਹੀਂ ਦੇ ਸਕਦਾ। ਉਹ ਕੀ, ਜਦੋਂ ਸਕੂਲ ਸ਼ੁਰੂ ਹੁੰਦਾ ਸੀ, ਰਿਜ਼ਲਟ ਜਦੋਂ ਆਉਂਦਾ ਸੀ ਤਾਂ ਮਨ ਵਿੱਚ ਤੈਅ ਕਰਦੇ ਸੀ ਕਿ ਅਗਲੀ ਵਾਰ ਸਕੂਲ ਸ਼ੁਰੂ ਹੁੰਦੇ ਹੀ ਪੜ੍ਹਾਈ ਕਰਨੀ ਹੈ, ਉਸ ਤੋਂ ਬਾਅਦ ਬਸ ਅਗਲੇ ਮਹੀਨੇ ਸ਼ੁਰੂ ਕਰਾਂਗਾ। ਦੂਸਰਾ ਕੀ ਕਰਦੇ ਨੇ? ਨਹੀਂ, ਅੱਜ ਤਾਂ ਰਾਤ ਨੂੰ ਹੀ ਪੜ੍ਹਨਾ। ਮੰਮੀ
ਖਾਣਾ ਬਹੁਤ ਹੈਵੀ ਨਾ ਬਣਾਇਓ, ਨੀਂਦ ਨਾ ਆ ਜਾਏ, ਬਸ ਪਾਸਤਾ ਵਗੈਰਾ ਚੱਲ ਜਾਏਗਾ। ਮਾਂ ਨੂੰ ਵੀ ਲੱਗਦਾ ਕਿ ਚਲੋ ਇਹਨੇ ਪੜ੍ਹਨਾ ਰਾਤ ਨੂੰ, ਤਾਂ ਜੋ ਵੀ ਚਾਹੁੰਦਾ ਹੈ ਪੀਜ਼ਾ, ਪਾਸਤਾ, ਬਰਗਰ, ਗੋਲ ਗੱਪੇ। ਮਾਂ ਹੈ ਨਾ, ਬੱਚੇ ਨੂੰ ਪੜ੍ਹਾਉਣਾ ਹੈ ਨਾ, ਬਣਾ ਕੇ ਦੇ ਦਿੰਦੀ ਹੈ। ਫਿਰ ਮਨ ਕਰਦਾ, ਮਾਂ ਮਜ਼ਾ ਨਹੀਂ ਆ ਰਿਹਾ, ਇਸ ਤਰ੍ਹਾਂ ਕਰੋ ਸਵੇਰੇ 6 ਵਜੇ ਉਠਾ ਦਿਓ। ਮਾਂ ਵਿਚਾਰੀ ਸਵੇਰੇ 5 ਵਜੇ ਉੱਠ ਕੇ ਤਿਆਰੀ ਕਰਦੀ ਹੈ ਕਿ ਸੰਤਾਨ ਆਪਣੀ ਸਵੇਰੇ ਉੱਠ ਕੇ ਪੜ੍ਹਨਾ ਚਾਹੁੰਦੀ ਹੈ, ਤਾਂ ਉਸ ਨੂੰ ਚਾਹ ਚਾਹੀਦੀ ਹੈ, ਕੌਫੀ ਚਾਹੀਦੀ ਹੈ, ਉਸ ਦੀ ਤਿਆਰੀ ਕਰਦੀ ਹੈ। ਅਤੇ ਫਿਰ ਸਵੇਰੇ ਮਾਂ ਰਾਤ ਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਈ, ਹੁਣ ਫਿਰ ਰਾਤ ਨੂੰ ਹੀ ਪੜ੍ਹਾਂਗਾ। ਇਹੀ ਹੁੰਦਾ ਨਾ, ਕਦੇ ਮਾਂ ਨੂੰ ਰਾਤ ਨੂੰ ਜਗਾ ਦੇਣਾ, ਕਦੇ ਮਾਂ ਨੂੰ ਸਵੇਰੇ ਜਗਾ ਦੇਣਾ, ਅਤੇ ਅਸੀਂ ਆਪਣਾ ਟਾਈਮ ਟੇਬਲ ਬਦਲਦੇ ਜਾਣਾ। ਦੇਖੋ, ਮੈਂ ਸਮਝਦਾ ਕਿ ਇਹ ਆਪਣੇ ਨਾਲ ਬੇਇਨਸਾਫੀ ਹੁੰਦੀ ਹੈ। ਮੁਸੀਬਤ ਰਾਤ ਨੂੰ ਪਏ ਜਾਂ ਸਵੇਰ ਨੂੰ ਪਏ, ਉਸ ਤੋਂ ਬਿਹਤਰ ਇਹ ਹੈ ਕਿ ਅਸੀਂ ਪੜ੍ਹਨ ਦੇ ਬਹਾਨਿਆਂ ਦੀ ਬਜਾਏ ਨਾ ਪੜ੍ਹਨ ਦੇ ਬਹਾਨੇ ਲੱਭਦੇ ਰਹਿੰਦੇ ਹਾਂ, ਅਤੇ ਉਹ ਪੂਰਾ ਬੋਝ ਪਰਿਵਾਰ ਉੱਤੇ ਪਾ ਦਿੰਦੇ ਹਾਂ। ਜੇ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਉੱਪਰ ਲੈ ਕੇ ਆਪਣੀ ਆਦਤ ਬਦਲਾਂਗੇ ਤਾਂ ਜ਼ਰੂਰ ਲਾਭ ਹੋਏਗਾ। ਮੇਰਾ ਖੁਦ ਦਾ ਤਜਰਬਾ ਹੈ। ਤੁਸੀਂ ਕਦੇ ਸੂਰਜ ਨਿਕਲਣ ਸਮੇਂ ਪੰਛੀਆਂ ਦੀ ਆਵਾਜ਼ ਅਤੇ ਸੂਰਜ ਢਲਣ ਸਮੇਂ ਪੰਛੀਆਂ ਦੀ ਆਵਾਜ਼ ਗੌਰ ਨਾਲ ਸੁਣੀ ਹੈ? ਕਿਸ ਨੇ ਸੁਣੀ ਹੈ? ਦੋਵਾਂ 'ਚ ਬਹੁਤ ਅੰਤਰ ਹੁੰਦਾ। ਸੂਰਜ ਚੜ੍ਹਦੇ ਵੇਲੇ ਬਰਡਸ ਦੀ ਆਵਾਜ਼ ਅਲੱਗ ਹੁੰਦੀ ਹੈ, ਉਹਨਾਂ ਦਾ ਸੁਰ ਵੀ ਅਲੱਗ ਹੁੰਦਾ, ਅਤੇ ਸੂਰਜ ਛਿਪਦੇ ਵੇਲੇ ਵੀ ਪੰਛੀ ਆਵਾਜ਼ ਕਰਦੇ ਨੇ। 5-7 ਮਿੰਟ ਕਾਫੀ ਸ਼ੋਰ ਹੁੰਦਾ, ਫਰਕ ਹੁੰਦਾ ਦੋਵਾਂ 'ਚ। ਇਸ ਦਾ ਮਤਲਬ ਕੁਦਰਤ ਦਾ ਕੋਈ ਪ੍ਰਭਾਵ ਅਲੱਗ ਹੁੰਦਾ। ਜੇ ਅਸੀਂ ਇਸ ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਜੀਵਨ ਜੀਵਾਂਗੇ, ਕੁਦਰਤ ਦੇ ਨਾਲ ਸੰਘਰਸ਼ ਟਾਲਣਾ ਚਾਹੀਦਾ। ਕੁਦਰਤ ਆਪ ਤੁਹਾਡੀ ਮਦਦ ਕਰੇਗੀ ਤੁਹਾਨੂੰ ਅੱਗੇ ਲਿਜਾਣ 'ਚ। ਅਤੇ ਇਸੇ ਲਈ ਸਮੇਂ ਦੇ ਪ੍ਰਸੰਗ 'ਚ, ਜਿੱਥੇ ਤੱਕ ਐਨਵਾਇਰਨਮੈਂਟ ਦਾ ਸਵਾਲ ਹੈ, ਕੁਦਰਤ ਦਾ ਸਵਾਲ ਹੈ, ਸਾਨੂੰ ਕੁਦਰਤ ਦੇ ਅਨੁਸਾਰ ਸਮਾਂ ਖੋਜਣਾ ਚਾਹੀਦਾ। ਥੈਂਕ ਯੂ। Thank you, Prime Minister Sir, for enlightenment. Honorable Prime Minister Sir. Sir, Shaikha from Indian School Darul Islam joins us from Tanzania. Ask the question. Could we have a question, please? I am Shaikha Khan from Indian School Darul Salam, Tanzania. At times, we go blank after receiving a question paper. How do we overcome such a situation? Thank you, sir. Sir, Shobhit Rastogi, ਕੇਂਦਰੀ ਵਿਦਿਆਲਾ ਸੈਕਟਰ 4 ਆਰ.ਕੇ. ਪੁਰਮ, ਨਵੀਂ ਦਿੱਲੀ, ਕਲਾਸ 12ਵੀਂ ਦੇ ਵਿਦਿਆਰਥੀ ਨੇ। ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦੇ ਨੇ। ਸ਼ੋਭਿਤ, ਆਪਣਾ ਪ੍ਰਸ਼ਨ ਪੁੱਛੋ। ਗੁੱਡ ਮਾਰਨਿੰਗ ਸਰ, ਮੈਂ ਸ਼ੋਭਿਤ ਰਸਤੋਗੀ, ਕੇਂਦਰੀ ਵਿਦਿਆਲੇ ਸੈਕਟਰ 4 ਆਰ.ਕੇ. ਪੁਰਮ, ਨਵੀਂ ਦਿੱਲੀ ਦੇ ਕਲਾਸ 12ਵੀਂ ਦਾ ਵਿਦਿਆਰਥੀ ਹਾਂ। ਮੈਂ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰੇ ਜ਼ਿਲ੍ਹੇ ਤੋਂ ਹਾਂ। ਮੇਰਾ ਪ੍ਰਸ਼ਨ ਹੈ ਕਿ ਜਦੋਂ ਅਸੀਂ ਪ੍ਰੀਖਿਆ ਲਈ ਪ੍ਰੀਖਿਆ ਹਾਲ ਵਿੱਚ ਜਾਂਦੇ ਹਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਆਪਣੇ ਪ੍ਰਸ਼ਨਾਂ ਦੇ ਉੱਤਰ ਭੁੱਲਣ ਲੱਗ ਜਾਂਦੇ ਹਾਂ। ਇਸ ਕਾਰਨ ਮੈਂ ਕਾਫੀ ਤਣਾਅ ਵਿੱਚ ਆ ਜਾਂਦਾ ਹਾਂ। ਇਸ ਚੀਜ਼ ਲਈ ਤੁਸੀਂ ਮੇਰੀ ਮਦਦ ਕਰੋ। ਧੰਨਵਾਦ ਸ਼ੋਭਿਤ। ਸ਼ਾਇਖਾ ਤੇ ਸ਼ੋਭਿਤ ਪ੍ਰੀਖਿਆ ਦੇ ਸਮੇਂ ਸਭ ਕੁਝ ਭੁੱਲ ਜਾਣ ਦੀ ਸਮੱਸਿਆ ਨਾਲ ਗ੍ਰਸਤ ਨੇ। ਸਾਡੀ ਵੀ ਕੁਝ ਅਜਿਹੀ ਹੀ ਦਸ਼ਾ ਹੁੰਦੀ ਹੈ। ਕਿਰਪਾ ਕਰਕੇ ਮਾਰਗਦਰਸ਼ਨ ਕਰੋ। ਤੁਸੀਂ ਸਹੀ ਪੁੱਛਿਆ। ਜ਼ਿਆਦਾਤਰ ਵਿਦਿਆਰਥੀਆਂ ਸਾਹਮਣੇ ਇਹ ਪਲ ਆਉਂਦਾ ਹੀ ਆਉਂਦਾ। ਜਦੋਂ ਬੈਠਦੇ ਨੇ ਅਤੇ ਜਦੋਂ ਕੁਐਸਚਨ ਪੇਪਰ ਵੇਖਦੇ ਨੇ ਤਾਂ ਥੋੜ੍ਹਾ ਸਮਾਂ ਤਾਂ ਐਸਾ ਜਾਂਦਾ ਹੀ ਜਾਂਦਾ। ਪਰ ਮੈਂ ਥੋੜ੍ਹਾ ਮਜ਼ਾਹੀਆ ਲਹਿਜੇ 'ਚ ਥੋੜ੍ਹਾ ਕਹਿਣਾ ਚਾਹੁੰਦਾ। ਤੁਸੀਂ ਵੇਖਿਆ ਹੋਣਾ ਕਿ ਤੁਹਾਡਾ ਵੱਡਾ ਵੀਰ ਜਾਂ ਫਿਰ ਪਿਤਾ ਜੀ ਘਰ 'ਚ ਸਕੂਟਰ ਹੈ ਅਤੇ ਸਕੂਟਰ ਲੈ ਕੇ ਕਿਤੇ ਜਾਣਾ। ਸਵੇਰੇ ਉੱਠ ਕੇ ਉਹ ਕਿੱਕ ਮਾਰ ਰਹੇ ਨੇ ਪਰ ਸਕੂਟਰ ਸਟਾਰਟ ਨਹੀਂ ਹੋ ਰਿਹਾ। ਐਸੀ ਸਿਚੁਏਸ਼ਨ ਤੁਸੀਂ ਵੇਖੀ ਹੋਏਗੀ ਜਾਂ ਫਿਰ ਸਾਰੇ ਗੱਡੀ ਵਾਲੇ ਹੀ ਨੇ। ਪਰ ਉਦੋਂ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਭਾਜੀ ਜਾਂ ਪਿਤਾ ਜੀ ਉਹ ਸਕੂਟਰ ਨੂੰ ਥੋੜ੍ਹਾ ਇੱਧਰ ਕਰਨਗੇ ਜਾਂ ਥੋੜ੍ਹਾ ਉੱਧਰ ਕਰਨਗੇ। ਕਰਦੇ ਨੇ ਕਿ ਨਹੀਂ ਕਰਦੇ? ਸਕੂਟਰ ਨੂੰ ਹਿਲਾ ਰਹੇ ਨੇ। ਹੁਣ ਦੁਨੀਆ 'ਚ ਕੋਈ ਟੈਕਨੋਲੋਜੀ ਹੈ ਕਿ ਹਿਲਾਉਣ ਨਾਲ ਸਕੂਟਰ ਚਾਲੂ ਹੁੰਦਾ? ਨਹੀਂ ਹੈ। ਪਰ ਉਹ ਇਸ ਤਰ੍ਹਾਂ ਕਰਕੇ ਆਪਣੇ ਆਪ ਨੂੰ ਤਿਆਰ ਕਰ ਰਹੇ ਹੁੰਦੇ ਨੇ, ਫਿਰ ਕਿੱਕ ਮਾਰਦੇ ਨੇ ਅਤੇ ਸਕੂਟਰ ਸਟਾਰਟ ਹੋ ਜਾਂਦਾ। ਇਹ ਜੋ ਕਰਦੇ ਨੇ ਸਾਇੰਟੀਫਿਕ ਨਹੀਂ ਹੈ, ਫਿਰ ਵੀ ਕਰੀਬ ਸਭ ਲੋਕ ਕਰਦੇ ਨੇ। ਜਿਨ੍ਹਾਂ ਨੇ ਵੀ ਸਕੂਟਰ ਚਲਾਇਆ ਉਹ ਪੱਕਾ ਇਹ ਕਰਦੇ ਨੇ। ਜੇ ਨਹੀਂ ਚੱਲਦਾ ਤਾਂ ਸਕੂਟਰ ਨੂੰ ਹਿਲਾ ਦਿੰਦੇ ਨੇ। ਸਾਇੰਸ ਨਹੀਂ ਹੈ, ਟੈਕਨੋਲੋਜੀ ਨਹੀਂ ਹੈ, ਫਿਰ ਵੀ ਇਹ ਕਰਦੇ ਨੇ।
ਤੇ ਕੰਮ ਹੋ ਵੀ ਜਾਂਦਾ, ਤੁਸੀਂ ਵੇਖਿਆ ਹੋਵੇਗਾ। ਅੱਜ ਕੱਲ੍ਹ ਟੀਵੀ ਤੇ ਸਪੋਰਟਸ ਦੇ ਕਾਫੀ ਪ੍ਰੋਗਰਾਮ ਚੱਲਦੇ ਨੇ, ਤਾਂ ਬੱਚੇ ਵੇਖਦੇ ਵੀ ਨੇ ਤੇ ਚੰਗੀ ਚੀਜ਼ ਵੀ ਹੈ। ਪਰ ਤੁਸੀਂ ਦੇਖਿਆ ਹੋਣਾ ਕਿ ਟੈਨਿਸ ਟੇਬਲ ਦਾ ਖਿਡਾਰੀ ਹੋਏਗਾ ਕਿੰਨਾ ਵੀ ਮਾਹਿਰ, ਉਹ ਵੀ ਜਦੋਂ ਟੈਨਿਸ ਟੇਬਲ ਦੇ ਕੋਲ ਆਉਂਦਾ ਤਾਂ ਕੀ ਕਰਦਾ? ਸਾਹਮਣੇ ਬਾਲ ਨਹੀਂ ਹੈ, ਫਿਰ ਵੀ ਇੱਧਰ ਉੱਧਰ ਹੁੰਦਾ ਰਹਿੰਦਾ। ਕਰਦਾ ਜਾਂ ਨਹੀਂ ਕਰਦਾ? 1-2 ਮਿੰਟ ਕਰਦਾ, ਬਾਅਦ 'ਚ ਸਾਹਮਣੇ ਵਾਲਾ ਵੀ ਅਜਿਹਾ ਹੀ ਕਰਦਾ। ਬਾਲ ਨਹੀਂ ਹੈ, ਫਿਰ ਵੀ ਦੋਵੇਂ ਇਸੇ ਤਰ੍ਹਾਂ ਕਰਦੇ ਨੇ। ਉਸੇ ਤਰ੍ਹਾਂ ਤੁਸੀਂ ਕ੍ਰਿਕਟ 'ਚ ਵੇਖਿਆ ਹੋਵੇਗਾ, ਕਿੰਨਾ ਹੀ ਵਧੀਆ ਬੈਟਸਮੈਨ ਪੈਵਿਲੀਅਨ ਤੋਂ ਪਿੱਚ 'ਤੇ ਜਾਂਦਾ ਤਾਂ ਉੱਥੇ ਆਪਣੇ ਬੈਟ ਨੂੰ ਹਿਲਾਏਗਾ, ਇੱਦਾਂ ਕਰੇਗਾ ਜਿੱਦਾਂ ਬਾਲ ਨੂੰ ਮਾਰ ਰਿਹਾ। ਕਰਦਾ ਕਿ ਨਹੀਂ ਕਰਦਾ? ਉੱਥੇ ਬਾਲ ਨਹੀਂ ਹੈ, ਪਿੱਚ 'ਤੇ ਹੈ ਨਹੀਂ, ਫਿਰ ਵੀ ਕਰਦਾ। ਉਹ ਜਦੋਂ ਉੱਥੇ ਪਹੁੰਚਦਾ ਤਾਂ ਉੱਥੇ ਬੈਟ ਨੂੰ ਐਡਜਸਟ ਕਰਦਾ, ਥੋੜ੍ਹਾ ਐਵੇਂ ਹੀ ਟਰਾਈ ਲੈਂਦਾ। ਬਾਲ ਤਾਂ ਅਜੇ ਆਇਆ ਹੀ ਨਹੀਂ, ਮੈਚ ਸ਼ੁਰੂ ਹੀ ਨਹੀਂ ਹੋਇਆ ਅਜੇ, ਪਰ ਉਹ ਕਰਦਾ। ਕਿਉਂ? ਉਸ ਨੂੰ ਕੰਫਰਟ ਜ਼ੋਨ ਮਿਲ ਜਾਂਦਾ। ਬੌਲਰ ਵੀ ਤੁਸੀਂ ਵੇਖਿਆ ਹੋਵੇਗਾ, ਹੱਥ 'ਚ ਬਾਲ ਨਹੀਂ ਹੈ, ਫਿਰ ਵੀ ਉਹ ਦੂਰੋਂ ਦੌੜਦਾ ਆਉਂਦਾ ਬੌਲਿੰਗ ਦਾ ਐਕਸ਼ਨ ਕਰਦਾ ਹੋਇਆ। 2-3-5 ਮਿੰਟਾਂ 'ਚ ਤੁਹਾਨੂੰ ਦਿਖਦਾ ਹੋਵੇਗਾ ਕਿ ਇਹ ਕੀ ਹੋ ਰਿਹਾ। ਖੁਦ ਨੂੰ ਇੱਕ ਕੰਫਰਟ ਜ਼ੋਨ 'ਚ ਲਿਆਉਣ ਦਾ ਹਰੇਕ ਦਾ ਲੱਭਿਆ ਹੋਇਆ ਇੱਕ ਤਰੀਕਾ ਹੈ। ਤੁਸੀਂ ਵੀ ਕੁਐਸਚਨ ਪੇਪਰ ਆਉਣ ਤੋਂ ਬਾਅਦ ਬਸ ਪਿਤਾ ਜੀ ਦੇ ਸਕੂਟਰ ਨੂੰ ਯਾਦ ਕਰ ਲਓ। ਬਸ 1-ਅੱਧਾ ਮਿੰਟ ਉਸ ਨੂੰ ਵੇਖਦਿਆਂ ਇੱਦਾਂ ਹੀ ਲੰਘ ਜਾਣ ਦਿਓ। ਬੋਝ ਲੈ ਕੇ ਜੇ ਐਗਜ਼ਾਮੀਨੇਸ਼ਨ ਹਾਲ 'ਚ ਗਏ ਤਾਂ ਸਾਰੇ ਪ੍ਰਯੋਗ ਬੇਕਾਰ ਹੋ ਜਾਣਗੇ। ਤੁਸੀਂ ਵਿਸ਼ਵਾਸ ਲੈ ਕੇ ਜਾਣਾ, ਜਿੰਨਾ ਤੁਹਾਡੇ 'ਚ ਵਿਸ਼ਵਾਸ ਭਰਿਆ ਹੋਏਗਾ ਓਨਾ ਹੀ ਆਸਾਨ ਹੋ ਜਾਏਗਾ। ਹਰ ਟੀਚਰ ਨੇ ਤੁਹਾਨੂੰ ਦੱਸਿਆ ਹੋਵੇਗਾ ਕਿ 10 ਸਵਾਲਾਂ ਦੇ ਤੁਸੀਂ ਜਵਾਬ ਦੇਣੇ ਨੇ। ਸਭ ਤੋਂ ਪਹਿਲਾਂ ਜੋ ਆਸਾਨ ਪ੍ਰਸ਼ਨ ਦਾ ਉੱਤਰ ਲੱਗਦਾ ਉਹ ਲਿਖੋ ਤਾਂ ਕਿ ਬਾਅਦ 'ਚ ਸਮਾਂ ਬਚ ਸਕੇ। ਕੋਈ ਨਹੀਂ ਕਹਿੰਦਾ ਕਿ 1 2 3 4 5 6, ਬਸ ਜੇ 6ਵੇਂ ਨੰਬਰ ਦਾ ਸਵਾਲ ਆਉਂਦਾ ਤਾਂ ਉਸੇ ਦਾ ਉੱਤਰ ਪਹਿਲਾਂ ਦੇ ਦਿਓ। ਸੋ ਮੈਂ ਤੁਹਾਨੂੰ ਕਹਾਂਗਾ ਕਿ ਅਸੀਂ ਇੱਕ ਵਾਰ ਆਸਾਨ ਚੀਜ਼ ਨੂੰ ਹੱਥ ਲਾਵਾਂਗੇ ਤਾਂ ਅੱਗੇ ਅੱਗੇ ਉਸ ਦੇ ਨਾਲ ਤਾਲਮੇਲ ਬੈਠਦਾ ਚਲਾ ਜਾਏਗਾ। ਔਖੀ ਚੀਜ਼ ਵੀ ਹੌਲੀ ਹੌਲੀ ਸਮਝ 'ਚ ਆਉਂਦੀ ਜਾਏਗੀ। ਆਤਮ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ। ਐਗਜ਼ਾਮ ਨੂੰ ਜ਼ਿੰਦਗੀ 'ਚ ਬੋਝ ਕਦੇ ਬਣਨ ਨਾ ਦਿਓ। ਜੇ ਇਹ ਕਰ ਲਿਆ ਤਾਂ ਮੈਂ ਨਹੀਂ ਮੰਨਦਾ ਕਿ ਤੁਹਾਨੂੰ ਜੋ ਸ਼ੁਰੂ ਦੇ 2 ਮਿੰਟ ਗੜਬੜ ਕਰ ਜਾਂਦੇ ਨੇ। ਦੂਸਰਾ, ਜੇ ਫੋਕਸ ਐਕਟੀਵਿਟੀ ਹੈ ਤਾਂ ਮੁਸ਼ਕਿਲ ਬੜੀ ਘੱਟ ਰਹਿੰਦੀ ਹੈ। ਕਦੇ ਕਦੇ ਕੀ ਹੁੰਦਾ, ਮਨ ਭਟਕਣ ਲੱਗਦਾ, ਫਿਰ ਲੱਗਦਾ ਕਿ ਇਹ ਕੀ ਕਰ ਰਿਹਾ। ਅੱਛਾ, ਉਸ ਨੇ ਪਹਿਲਾ ਸਵਾਲ ਚੁੱਕਿਆ, ਛੱਡੋ ਆਸੇ-ਪਾਸੇ ਵਾਲਾ ਕੀ ਕਰਦਾ, ਤੁਸੀਂ ਕੀ ਕਰਨਾ, ਉਸ ਉੱਤੇ ਧਿਆਨ ਦਿਓ। 1 ਮਿੰਟ 'ਚ ਤੁਹਾਡੀ ਗੱਡੀ ਚੱਲਣ ਲੱਗ ਜਾਏਗੀ, ਕੋਈ ਪ੍ਰੋਬਲਮ ਨਹੀਂ ਹੋਏਗੀ। ਮਾਣਯੋਗ ਪ੍ਰਧਾਨ ਮੰਤਰੀ ਜੀ, ਵਾਰਾਣਸੀ ਦੇ ਸੈਂਟਰਲ ਹਿੰਦੂ ਬॉयਜ਼ ਸਕੂਲ ਦੀ ਕਲਾਸ 12ਵੀਂ ਦੇ ਵਿਗਿਆਨ ਦਾ ਵਿਦਿਆਰਥੀ ਅਭਿਸ਼ੇਕ ਕੁਮਾਰ ਗੁਪਤਾ ਸਾਡੇ ਵਿੱਚ ਨੇ ਤੇ ਅਭਿਸ਼ੇਕ ਤੁਹਾਡੇ ਤੋਂ ਆਪਣੇ ਸਵਾਲ ਦਾ ਹੱਲ ਚਾਹੁੰਦੇ ਨੇ। ਅਭਿਸ਼ੇਕ ਕੁਮਾਰ ਗੁਪਤਾ, ਆਪਣਾ ਪ੍ਰਸ਼ਨ ਪੁੱਛੋ। ਨਮਸਕਾਰ ਮਾਣਯੋਗ ਪ੍ਰਧਾਨ ਮੰਤਰੀ ਜੀ, ਮੇਰਾ ਨਾਮ ਅਭਿਸ਼ੇਕ ਕੁਮਾਰ ਗੁਪਤਾ ਹੈ ਤੇ ਮੈਂ ਸੈਂਟਰਲ ਹਿੰਦੂ ਬॉयਜ਼ ਸਕੂਲ ਵਾਰਾਣਸੀ ਤੋਂ 12ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰਾ ਪ੍ਰਸ਼ਨ ਤੁਹਾਡੇ ਤੋਂ ਇਹ ਹੈ ਕਿ ਸਰ, ਮੈਨੂੰ ਤੇ ਮੇਰੇ ਕੁਝ ਸਾਥੀਆਂ ਨੂੰ ਆਪਣੀ ਸਮਰੱਥਾ ਦੇ ਵਿਸ਼ੇ ਦੇ ਕਰੀਅਰ ਆਪਸ਼ਨ ਨੂੰ ਲੈ ਕੇ ਕੁਝ ਵੀ ਸਪਸ਼ਟ ਨਹੀਂ ਹੈ। ਜਦ ਇਸ ਬਾਰੇ ਵਿੱਚ ਸੋਚਦੇ ਹਾਂ ਸਰ, ਕੁਝ ਵੀ ਸਮਝ ਨਹੀਂ ਆਉਂਦਾ। ਅਸੀਂ ਪੜ੍ਹਾਈ ਵਿੱਚ ਤਾਂ ਚੰਗੇ ਹਾਂ ਸਰ, ਪਰ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਹਾਲੇ ਕੁਝ ਵੀ ਤੈਅ ਨਹੀਂ ਕੀਤਾ। ਸਰ, ਕਿਰਪਾ ਕਰਕੇ ਸਾਡਾ ਮਾਰਗਦਰਸ਼ਨ ਕਰੋ। ਧੰਨਵਾਦ। ਥੈਂਕ ਯੂ ਅਭਿਸ਼ੇਕ। ਸ਼੍ਰੀਮਾਨ ਜੀ, ਇਸ ਨਾਲ ਮਿਲਦਾ ਜੁਲਦਾ ਇੱਕ ਹੋਰ ਪ੍ਰਸ਼ਨ ਹੈ ਇਸੇ ਕੜੀ ਵਿੱਚ। ਹੁਣ ਸਾਡੇ ਨਾਲ ਜੁੜ ਰਹੀ ਹੈ ਬਿਹਾਰ ਤੋਂ ਜਵਾਹਰ ਨਵੋਦਿਆ ਵਿਦਿਆਲੇ ਦੀ ਕਲਾਸ 11ਵੀਂ ਦੀ ਵਿਦਿਆਰਥਣ ਜੂਲੀ ਸਾਗਰ, ਜੋ ਮਾਨਯੋਗ ਪ੍ਰਧਾਨ ਮੰਤਰੀ ਜੀ ਤੋਂ ਆਪਣਾ ਪ੍ਰਸ਼ਨ ਪੁੱਛਣ ਲਈ ਉਤਸੁਕ ਹੈ। ਮੇ ਵੀ ਹੈਵ ਦਾ ਵੀਡੀਓ ਪਲੀਜ਼। ਨਮਸਕਾਰ, ਮੈਂ ਜੂਲੀ ਸਾਗਰ 11ਵੀਂ ਜਮਾਤ ਵਿਗਿਆਨ ਜਵਾਹਰ ਨਵੋਦਿਆ ਸਕੂਲ ਬਿਹਾਰ ਦੀ ਵਿਦਿਆਰਥਣ ਹਾਂ। ਮਾਨਯੋਗ ਪ੍ਰਧਾਨ ਮੰਤਰੀ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਸਾਡੀ ਵਿਦਿਆਰਥੀਆਂ ਦੀ ਨਿੱਜੀ ਸਮਰੱਥਾ ਦਾ ਆਕਲਨ ਕਿਵੇਂ ਕਰ ਸਕਦੇ ਹਾਂ। ਧੰਨਵਾਦ ਸ਼੍ਰੀਮਾਨ ਜੀ। ਧੰਨਵਾਦ ਜੂਲੀ। ਸ਼੍ਰੀਮਾਨ ਜੀ, ਇੱਕ ਹੋਰ ਪ੍ਰਸ਼ਨ ਇਸ ਦੇ ਨਾਲ ਮਿਲਦਾ ਜੁਲਦਾ ਹੈ। ਆਨਰੇਬਲ ਪ੍ਰਾਈਮ ਮਿਨਿਸਟਰ ਸਰ, Eric Dominic, class 9th from Carmel Public School, Kerala, is here and seek your guidance. Eric, ਆਪਣਾ ਪ੍ਰਸ਼ਨ ਪੁੱਛੋ। Good afternoon, Honorable Prime Minister. I am Eric, studying in class 9th of Carmel Public School, and I am from Kerala.
My question is, we have to choose right career. So how can we realize our inner potential? Thank you. ਥੈਂਕ ਯੂ ਐਰਿਕ। ਸ਼੍ਰੀਮਾਨ ਜੀ, ਜੂਲੀ, ਅਭਿਸ਼ੇਕ ਤੇ ਐਰਿਕ ਆਪਣੀ ਯੋਗਤਾ ਤੇ ਆਪਣੇ ਜੀਵਨ ਦੇ ਉਦੇਸ਼ ਦੇ ਬਾਰੇ ਵਿੱਚ ਮਾਰਗਦਰਸ਼ਨ ਚਾਹੁੰਦੇ ਨੇ। ਕਿਰਪਾ ਕਰਕੇ ਮਾਰਗਦਰਸ਼ਨ ਕਰੋ। ਸਵਾਲ ਬੜਾ ਹੀ ਗੰਭੀਰ ਹੈ ਤੁਹਾਡਾ, ਕਿਉਂਕਿ ਬੜਾ ਮੁਸ਼ਕਿਲ ਹੁੰਦਾ ਖੁਦ ਨੂੰ ਜਾਣਨਾ। ਮੈਨੂੰ ਇੱਕ ਪੁਰਾਣੀ ਘਟਨਾ ਯਾਦ ਹੈ। ਇੱਕ ਵਾਰ ਲਾਇਨਸ ਕਲੱਬ ਦੇ ਲੋਕਾਂ ਨੇ ਮੈਨੂੰ ਸਪੀਚ ਦੇ ਲਈ ਬੁਲਾਇਆ ਸੀ। ਇਹ ਕਰੀਬ 40 ਸਾਲ ਪੁਰਾਣੀ ਘਟਨਾ ਹੈ। ਉਹਨਾਂ ਨੇ ਫਿਰ ਚਿੱਠੀ ਲਈ, ਜਿਵੇਂ ਇਹਨਾਂ ਦਾ ਰਹਿੰਦਾ ਕਿ ਤੁਸੀਂ ਆਪਣਾ ਪਰਿਚੈ ਭੇਜੋ। ਉਸ ਪ੍ਰੋਗਰਾਮ 'ਚ ਮੈਂ ਵਕਤਾ ਸੀ ਅਤੇ ਇੱਕ ਚਾਰਟਰਡ ਅਕਾਊਂਟੈਂਟ ਸੀ, ਉਹ ਉਸ ਪ੍ਰੋਗਰਾਮ ਦੇ ਪ੍ਰਧਾਨ ਸੀ। ਉਹਨਾਂ ਨੂੰ ਵੀ ਚਿੱਠੀ ਗਈ ਕਿ ਤੁਸੀਂ ਆਪਣਾ ਪਰਿਚੈ ਭੇਜੋ। ਤਾਂ ਉਹਨਾਂ ਨੇ ਕੋਈ 10 ਕੁ ਸਫ਼ਿਆਂ ਦਾ ਆਪਣਾ ਬਾਇਓਡਾਟਾ ਭੇਜਿਆ। ਉਹਨਾਂ ਨੇ ਕਦੋਂ ਕੰਮ ਕੀਤਾ, ਮੈਨੂੰ ਆਈ ਤਾਂ ਮੈਂ ਇੱਕ ਪੋਸਟ ਕਾਰਡ ਲਿਖਿਆ ਕਿ ਤੁਸੀਂ ਮੇਰੇ ਬਾਰੇ 'ਚ ਜਾਣਨ ਲਈ ਕਿਹਾ। ਮੈਂ ਖੁਦ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਇਸ ਲਈ ਹਾਲੇ ਕੁਝ ਦੱਸ ਨਹੀਂ ਸਕਾਂਗਾ। ਅਤੇ ਉੱਥੇ ਮਜ਼ਾ ਇਹ ਹੋਇਆ ਕਿ ਉਹਨਾਂ ਦਾ ਪਰਿਚੈ ਪੜ੍ਹਨ 'ਚ 10 ਮਿੰਟ ਲੱਗੇ ਅਤੇ ਮੇਰਾ ਪਰਿਚੈ ਪੜ੍ਹਨ ਨੂੰ 10 ਸੈਕਿੰਡ ਵੀ ਨਾ ਲੱਗੇ। ਇਹ ਗੱਲ ਠੀਕ ਹੈ ਕਿ ਖੁਦ ਨੂੰ ਜਾਣਨਾ ਬਹੁਤ ਮੁਸ਼ਕਿਲ ਹੁੰਦਾ, ਲੇਕਿਨ ਜਾਣਨ ਦਾ ਤਰੀਕਾ ਕੀ ਹੋ ਸਕਦਾ? ਜਾਣਨ ਦਾ ਤਰੀਕਾ ਇਹ ਹੁੰਦਾ ਕਿ ਜੇ ਅਸੀਂ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਨਿਕਲਦੇ ਹਾਂ, ਪ੍ਰੋਟੈਕਟਿਵ ਲਾਈਫ ਤੋਂ ਬਾਹਰ ਆਉਂਦੇ ਹਾਂ ਅਤੇ ਖੁਦ ਨੂੰ ਕਿਤੇ ਨਾ ਕਿਤੇ ਚੈਲੰਜ ਮੋਡ 'ਚ ਲੈ ਜਾਂਦੇ ਹਾਂ, ਤਦ ਪਤਾ ਚੱਲਦਾ ਕਿ ਮੈਂ ਇਹ ਕਰ ਸਕਾਂਗਾ ਜਾਂ ਨਹੀਂ ਕਰ ਸਕਾਂਗਾ, ਇਹ ਕਰਨ ਦੀ ਮੇਰੀ ਸਮਰੱਥਾ ਹੈ ਜਾਂ ਨਹੀਂ ਹੈ। ਦੂਜਾ, ਅਸੀਂ ਇਹ ਸੋਚ ਸਕਦੇ ਹਾਂ ਕਿ ਇੱਕ ਹਫ਼ਤੇ ਦੇ ਅੰਦਰ ਅਸੀਂ ਵੇਖੀਏ, ਜੇ ਅਸੀਂ ਆਪਣੀ ਡਾਇਰੀ ਬਣਾਈਏ ਕਿ ਇਸ ਹਫ਼ਤੇ 'ਚ ਮੈਂ ਆਪਣੇ ਮਨ ਨਾਲ ਕਿਹੜੇ ਕੰਮ ਕੀਤੇ, ਫਿਰ ਵੇਖੀਏ ਕਿ ਕਿਹੜੇ ਕੰਮ ਵਿੱਚ ਸਭ ਤੋਂ ਜ਼ਿਆਦਾ ਆਨੰਦ ਆਇਆ, ਘੱਟ ਆਨੰਦ ਆਇਆ, ਉਹ ਕਿਹੜਾ ਕੰਮ ਸੀ। ਚੰਗਾ ਯਾਰ, ਮੈਂ ਕਿਉਂ ਬੇਕਾਰ ਵਿੱਚ ਇਹ ਕਰਨ ਚਲਾ ਗਿਆ। ਤੁਸੀਂ ਜੇ ਸਾਲ ਭਰ ਆਪਣੀ ਇਹੋ ਜਿਹੀ ਡਾਇਰੀ ਮੇਨਟੇਨ ਕਰੋ ਤਾਂ ਤੁਹਾਨੂੰ ਖੁਦ ਨੂੰ ਪਤਾ ਚੱਲੇਗਾ ਕਿ ਮੇਰਾ ਐਪਟੀਟਿਊਡ ਇਹ ਹੈ, ਮੈਨੂੰ ਇਹ ਚੰਗਾ ਲੱਗਦਾ, ਇਸ ਨੂੰ ਮੈਂ ਸਹੀ ਤਰੀਕੇ ਨਾਲ ਕਰ ਸਕਦਾ ਅਤੇ ਇਸ ਵਿੱਚ ਤੁਹਾਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਪੈਂਦੀ ਹੈ, ਥੋੜ੍ਹਾ ਆਪਣੇ ਆਪ ਵਿੱਚ। ਹੁਣ ਜਿਵੇਂ ਅੱਜ ਤੁਸੀਂ ਵੇਖਿਆ ਹੋਵੇਗਾ ਕਿ ਅੱਜ ਮੈਂ ਡਿਪਾਰਟਮੈਂਟ ਦੇ ਲੋਕਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅੱਜ ਇਸ ਪੂਰੇ ਪ੍ਰੋਗਰਾਮ ਨੂੰ ਚਲਾਉਣ ਦਾ ਮੌਕਾ ਦਿੱਤਾ। ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ। ਹੁਣ ਸੰਭਾਵਨਾ ਹੈ ਕਿ ਅੱਜ ਤੋਂ ਬਾਅਦ ਉਹਨਾਂ 'ਚੋਂ ਕਿਸੇ ਨੂੰ ਇਹ ਖਿਆਲ ਆਏਗਾ ਕਿ ਇਹ ਕੰਮ ਮੈਂ ਕਰ ਸਕਦਾ। ਉਹਨਾਂ ਦੇ ਟੀਚਰਾਂ ਨੂੰ ਵੀ ਇਹ ਲੱਗੇਗਾ ਕਿ ਹੁਣ ਜਦੋਂ ਵੀ ਸਕੂਲ ਵਿੱਚ ਫੰਕਸ਼ਨ ਹੋਏਗਾ ਇਹਨਾਂ ਨੂੰ ਖੜਾ ਕਰਾਂਗੇ। ਮਤਲਬ ਇੱਕ ਮੌਕਾ ਮਿਲਿਆ, ਉਸ ਨੇ ਆਪਣੇ ਆਪ ਨੂੰ ਤਿਆਰ ਕੀਤਾ। ਹੁਣ ਉਸ ਦਾ ਆਤਮ ਵਿਸ਼ਵਾਸ ਬਣ ਜਾਏਗਾ ਕਿ ਮੇਰੇ ਅੰਦਰ ਇਹ ਟੈਲੈਂਟ ਹੈ। ਹੋਏਗਾ ਕਿ ਨਹੀਂ ਹੋਏਗਾ, ਇਸ ਪ੍ਰੋਗਰਾਮ ਤੋਂ ਪਹਿਲਾਂ ਸ਼ਾਇਦ ਉਸ ਨੇ ਇਹ ਸੋਚਿਆ ਨਹੀਂ ਹੋਏਗਾ ਕਿ ਮੈਂ ਇਹ ਕਰ ਸਕਦਾ, ਪਰ ਅੱਜ ਤੋਂ ਬਾਅਦ ਜ਼ਰੂਰ ਸੋਚੇਗਾ ਕਿ ਮੈਂ ਇਹ ਵੀ ਕਰ ਸਕਦਾ। ਹੋ ਸਕਦਾ ਉਹ ਇਸੇ ਨੂੰ ਹੀ ਆਪਣਾ ਪ੍ਰੋਫੈਸ਼ਨ ਬਣਾਉਣਾ ਤੈਅ ਕਰੇ, ਤਾਂ ਤੁਸੀਂ ਵੇਖੋਗੇ ਕਿ ਉਹ 50 ਚੀਜ਼ਾਂ ਪੜ੍ਹੇਗਾ, ਸਾਹਿਤਿਕ ਚੀਜ਼ਾਂ ਦੇ ਨੋਟਸ ਬਣਾਏਗਾ ਅਤੇ ਸੋਚੇਗਾ ਕਿ ਮੈਂ ਇਸ ਤਰ੍ਹਾਂ ਦੇ ਫੰਕਸ਼ਨਸ 'ਚ ਜਾਣਾ, ਇਹ ਬੋਲਣਾ ਚਾਹੀਦਾ, ਇਸ ਫੰਕਸ਼ਨ 'ਚ ਜਾਣਾ, ਇਹ ਬੋਲਣਾ ਚਾਹੀਦਾ, ਇਹ ਤਿਆਰੀ ਕਰੇਗਾ ਜਾਂ ਨਹੀਂ ਕਰੇਗਾ। ਮਤਲਬ ਉਸ ਨੇ ਆਪਣੀ ਸਮਰੱਥਾ ਨੂੰ ਜਾਣਿਆ ਕਿ ਨਹੀਂ ਜਾਣਿਆ। ਤੁਹਾਡੇ ਜੀਵਨ 'ਚ ਵੀ ਇਹੋ ਜਿਹੇ ਕਈ ਮੌਕੇ ਆਉਂਦੇ ਹੋਣਗੇ ਜਦ ਤੁਹਾਨੂੰ ਕਦੀ ਨਾ ਕਦੀ ਮੌਕਾ ਮਿਲਿਆ ਹੋਵੇਗਾ। ਅਗਰ ਉਸ ਵਿੱਚ ਸਫਲਤਾ ਦੀ ਤੁਹਾਨੂੰ ਫੀਲਿੰਗ ਆਉਂਦੀ ਹੈ ਤਾਂ ਮੈਂ ਠੀਕ ਕੀਤਾ, ਤਾਂ ਤੁਹਾਨੂੰ ਉਸ ਨੂੰ ਨਰਚਰ ਕਰਨਾ ਚਾਹੀਦਾ, ਤੁਹਾਨੂੰ ਉਸ ਨੂੰ ਅੱਗੇ ਵਧਾਉਣਾ ਚਾਹੀਦਾ। ਅਗਰ ਤੁਸੀਂ ਇਹ ਕਰਦੇ ਹੋ ਤਾਂ ਤੁਸੀਂ ਬੜੀ ਆਸਾਨੀ ਨਾਲ ਕਰ ਸਕੋਗੇ, ਆਪਣੇ ਆਪ ਨੂੰ ਜਾਣ ਸਕੋਗੇ। ਦੂਜਾ, ਕਰੀਅਰ ਦੀ ਆਪਣੀ ਮਹੱਤਤਾ ਹੁੰਦੀ ਹੈ। ਹਰ ਕੋਈ ਨਾ ਸਾਧੂ ਬਣ ਸਕਦਾ, ਨਾ ਫਕੀਰ ਬਣ ਸਕਦਾ। ਹਰੇਕ ਨੂੰ ਕੁਝ ਨਾ ਕੁਝ ਜ਼ਿੰਮੇਵਾਰੀਆਂ ਸੰਭਾਲਣੀਆਂ ਹੁੰਦੀਆਂ ਨੇ ਅਤੇ ਕਦੇ-ਕਦੇ ਉੱਤਮ ਤਰੀਕੇ ਨਾਲ ਜ਼ਿੰਮੇਵਾਰੀਆਂ ਸੰਭਾਲ ਕੇ ਵੀ ਅਸੀਂ ਦੇਸ਼ ਦੀ ਉੱਤਮ ਸੇਵਾ ਕਰ ਸਕਦੇ ਹਾਂ। ਅਤੇ ਇਸ ਲਈ ਜੀਵਨ ਵਿੱਚ ਕਰੀਅਰ ਦਾ ਮਹੱਤਵ ਓਨਾ ਹੀ ਮਹੱਤਵਪੂਰਨ ਹੈ, ਲੇਕਿਨ ਕਿਉਂਕਿ ਉਹ ਇਹ ਕਰਦਾ ਇਸ ਲਈ ਚੰਗਾ
ਕਿਉਂਕਿ ਉਹ ਇਹ ਕਰਦਾ ਹੈ, ਇਸ ਲਈ ਚੰਗਾ, ਤਾਂ ਚਲੋ ਮੈਂ ਵੀ ਇਹ ਕਰ ਲਵਾਂ, ਤਾਂ ਫਿਰ ਨਿਰਾਸ਼ ਹੋਣ ਦੇ ਬੜੇ ਮੌਕੇ ਆਉਂਦੇ ਨੇ। ਲੇਕਿਨ ਮੇਰੇ ਵਿੱਚ ਇਹ ਤਾਕਤ ਹੈ। ਹੁਣ ਤੁਸੀਂ ਵੇਖੋ, ਕਿਸੇ ਮਾਂ-ਬਾਪ ਨੂੰ ਕੋਈ ਬੱਚਾ ਕਹੇ, ਮਾਂ ਮੈਨੂੰ ਖਾਣਾ ਪਕਾਉਣਾ ਚੰਗਾ ਲੱਗਦਾ ਹੈ, ਬੇਟਾ ਅਗਰ ਕਿਚਨ 'ਚ ਚਲਾ ਜਾਏ ਕਿ ਮਾਂ ਕਿਵੇਂ ਪਕਾਉਂਦੀ ਹੈ, ਸ਼ੁਰੂ 'ਚ ਤਾਂ ਮਾਂ ਨੂੰ ਚੰਗਾ ਲੱਗੇਗਾ, ਚਲੋ ਮਦਦ ਕਰ ਰਿਹਾ ਹੈ। ਬਾਅਦ 'ਚ ਮਾਂ ਹੈਰਾਨ ਹੋ ਜਾਏਗੀ, ਇਹ ਤੇਰਾ ਕੰਮ ਹੈ ਕਿ ਚੱਲ ਪੜ੍ਹਾਈ ਕਰ, ਤੈਨੂੰ ਕਿਚਨ 'ਚ ਐਂਟਰੀ ਨਹੀਂ ਮਿਲੇਗੀ। ਲੇਕਿਨ ਉਸ ਨੂੰ ਪਤਾ ਹੈ ਕਿ ਮੇਰੇ ਅੰਦਰ ਇਹ ਹੁਨਰ ਹੈ, ਅਤੇ ਮੰਨ ਲਓ ਬੜੀ ਮਿਹਨਤ ਕਰਕੇ ਬਹੁਤ ਵੱਡਾ ਸ਼ੈਫ ਬਣ ਜਾਏ, ਤਾਂ ਉਹੀ ਮਾਂ ਕਹੇਗੀ, ਛੋਟਾ ਸੀ ਨਾ ਤਾਂ ਮੈਂ ਹੀ ਤਿਆਰ ਕੀਤਾ। ਕੋਈ ਕੰਮ ਬੁਰਾ ਨਹੀਂ ਹੁੰਦਾ ਜੀ, ਇਹ ਗੱਲ ਸਹੀ ਹੈ ਕਿ ਉਸ ਦੇ ਸਾਥੀਆਂ ਨੂੰ ਲੱਗੇਗਾ, ਇਹ ਯਾਰ 2-2 ਘੰਟੇ ਕਿਚਨ 'ਚ ਪਿਆ ਰਹਿੰਦਾ। ਇਹ ਹੋ ਸਕਦਾ ਕਿ ਇਹ ਛੋਟਾ ਜਿਹਾ ਸ਼ੌਕ ਉਸ ਦੇ ਜੀਵਨ ਨੂੰ ਬਦਲ ਸਕਦਾ, ਅਤੇ ਹੋ ਸਕਦਾ ਕਿ ਉਸ 'ਚ ਸੋਸ਼ਲ ਰਿਸਪੌਂਸਿਬਿਲਿਟੀ ਦਾ ਭਾਵ ਹੋਵੇ। ਜਦੋਂ ਉਹ ਚੰਗਾ ਸ਼ੈਫ ਬਣੇਗਾ ਅਤੇ ਤੈਅ ਕਰੇਗਾ ਕਿ ਮੈਂ ਸਿਰਫ ਬੱਚਿਆਂ ਦੇ ਨਿਊਟ੍ਰੀਸ਼ਨ 'ਤੇ ਹੀ ਕੰਮ ਕਰਾਂਗਾ, ਬੱਚਿਆਂ ਨੂੰ ਕੀ ਖਾਣਾ ਚਾਹੀਦਾ, ਕਿਵੇਂ ਪਕਾਉਣਾ ਚਾਹੀਦਾ, ਦੱਸੋ ਉਹ ਕਿੰਨਾ ਵੱਡਾ ਸੋਸ਼ਲ ਸਰਵਿਸ ਕਰਨ ਵਾਲਾ ਹੋ ਜਾਏਗਾ। ਇੱਕ ਹੀ ਵਿਅਕਤੀ ਕਿਸ ਕਿਸ ਰਾਹ ਤੋਂ ਗੁਜ਼ਰ ਕੇ ਜ਼ਿੰਦਗੀ ਨੂੰ ਜੀ ਸਕਦਾ। ਦੂਜਾ, ਔਰ ਐਗਜ਼ਾਮ ਦੇਣੇ ਹੁੰਦੇ ਨੇ, ਹਿੰਮਤ ਨਾਲ ਦੇਣੇ ਚਾਹੀਦੇ ਨੇ। ਐਗਜ਼ਾਮਸ ਦਾ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ, ਡਰਨਾ ਹੀ ਨਹੀਂ ਚਾਹੀਦਾ, ਖੁਦ ਨੂੰ ਦੱਸਦੇ ਰਹਿਣਾ ਚਾਹੀਦਾ। ਜ਼ਿੰਦਗੀ ਵਿੱਚ ਜੇ ਇੱਕ ਅੱਧਾ ਐਂਟਰੈਂਸ ਟੈਸਟ 'ਚ ਰਹਿ ਗਏ ਤਾਂ ਕੀ ਹੋਇਆ, ਲੱਖਾਂ ਲੋਕ ਦਿੰਦੇ ਨੇ, ਕੁਝ ਲੋਕ ਰਹਿ ਜਾਣਗੇ, ਤਾਂ ਇਹਨੂੰ ਵੱਡੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਅਸੀਂ ਡਰ ਦੇ ਕਾਰਨ ਪੈਰ ਨਾ ਰੱਖੀਏ, ਇਸ ਤੋਂ ਵੱਧ ਕੋਈ ਹੋਰ ਬੁਰੀ ਸਥਿਤੀ ਨਹੀਂ ਹੋ ਸਕਦੀ। ਸਾਡੀ ਮਨੋਸਥਿਤੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਵੀ ਹਾਲਤ 'ਚ ਰਾਹ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਵਾਰ ਨਾਕਾਮਯਾਬ ਹੋਵਾਂਗੇ ਤਾਂ ਉਸ ਤੋਂ ਸਿੱਖਾਂਗੇ, ਦੂਜੀ ਵਾਰ ਕਰਾਂਗੇ। ਇਹ ਮਿਜਾਜ਼ ਵਿਦਿਆਰਥੀ ਜੀਵਨ 'ਚ ਹੋਣਾ ਚਾਹੀਦਾ, ਅਤੇ ਵਿਦਿਆਰਥੀ ਕਾਲ ਦਾ ਵਿਸ਼ੇ ਨਹੀਂ ਹੈ। 24 ਸਾਲ ਤੱਕ ਹੋ ਗਿਆ, 25 ਸਾਲ ਤੱਕ ਹੋ ਗਿਆ, ਵਿਦਿਆਰਥੀ ਐਸਾ ਨਹੀਂ ਹੈ। ਜੀਵਨ ਭਰ ਅੰਦਰ ਦੇ ਵਿਦਿਆਰਥੀ ਨੂੰ ਜ਼ਿੰਦਾ ਰੱਖਣਾ ਚਾਹੀਦਾ। ਕਦੀ ਵੀ 80 ਸਾਲ ਦੀ ਉਮਰ 'ਚ ਵੀ ਵਿਦਿਆਰਥੀ ਨੂੰ ਕਦੀ ਮਰਨ ਨਹੀਂ ਦੇਣਾ ਚਾਹੀਦਾ। ਜ਼ਿੰਦਗੀ ਜਿਉਣ ਦਾ ਇਹੀ ਉੱਤਮ ਮਾਰਗ ਹੈ। ਨਵਾਂ ਸਿੱਖਣਾ, ਨਵਾਂ ਜਾਣਨਾ, ਨਵਾਂ ਪਛਾਣਨਾ। ਧੰਨਵਾਦ ਮਾਣਯੋਗ ਪ੍ਰਧਾਨ ਮੰਤਰੀ ਜੀ ਤੁਹਾਡੇ ਮਾਰਗਦਰਸ਼ਨ ਲਈ। ਖਣਿਜ ਸੰਸਾਧਨਾਂ ਨਾਲ ਭਰਪੂਰ ਰਾਜ ਮਨੋਹਰ ਯਾਤਰੀ ਸਥਾਨ ਝਾਰਖੰਡ ਤੋਂ ਜਮਾਤ 12ਵੀਂ ਦੀ ਨਿਸ਼ਾ ਅਗਰਵਾਲ ਆਪਣਾ ਪ੍ਰਸ਼ਨ ਮਾਣਯੋਗ ਪ੍ਰਧਾਨ ਮੰਤਰੀ ਜੀ ਤੋਂ ਪੁੱਛਣਾ ਚਾਹੁੰਦੀ ਹੈ। ਕੁਡ ਵੀ ਹੈਵ ਦੈਟ ਕੁਐਸਚਨ ਪਲੀਜ਼? ਸਵੇਰੇ ਦੀ ਨਮਸਤੇ ਸਰ, ਮੈਂ ਨਿਸ਼ਾ ਅਗਰਵਾਲ ਜਮਾਤ 12ਵੀਂ ਲਾਲ ਸਮ੍ਰਿਤੀ ਵਿਦਿਆ ਮੰਦਿਰ ਘਾਟਸ਼ਿਲਾ ਝਾਰਖੰਡ ਦੀ ਵਿਦਿਆਰਥਣ ਹਾਂ। ਮੇਰਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਕਿ ਬੋਰਡ ਐਗਜ਼ਾਮਸ ਆ ਰਹੇ ਹਨ, ਨਾਲ ਹੀ ਮੈਂ UPSC, JEE ਅਤੇ PMT ਵਰਗੇ ਐਗਜ਼ਾਮਸ ਦੇ ਬਾਰੇ ਵੀ ਸੋਚਦੀ ਹਾਂ, ਲੇਕਿਨ ਇਹਨਾਂ ਐਗਜ਼ਾਮਸ 'ਚ ਕਦੀ ਸਫਲਤਾ ਨਹੀਂ ਵੀ ਮਿਲਦੀ। ਕਿਰਪਾ ਕਰਕੇ ਇਸ ਬਾਰੇ 'ਚ ਸਾਡਾ ਮਾਰਗਦਰਸ਼ਨ ਕਰੋ। ਧੰਨਵਾਦ ਨਿਸ਼ਾ। ਸ਼੍ਰੀਮਾਨ ਜੀ, ਤੁਹਾਡਾ ਕੋਟੀ ਆਭਾਰ ਕਿ ਤੁਸੀਂ ਸਾਡੇ ਮਨ ਦੇ ਅਨੇਕਾਂ ਪ੍ਰਸ਼ਨਾਂ ਤੇ ਸਾਡੀ ਜਿਗਿਆਸਾ ਦਾ ਸਮਾਧਾਨ ਕੀਤਾ। ਤੁਹਾਡੇ ਵਰਗੇ ਦੂਰਦਰਸ਼ੀ ਪ੍ਰਧਾਨ ਮੰਤਰੀ ਨੂੰ ਸੁਣ ਕੇ ਸਾਡਾ ਜੀ ਹੀ ਨਹੀਂ ਭਰਦਾ। ਫਿਰ ਵੀ ਤੁਹਾਡੇ ਬੇਸ਼ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਪ੍ਰੀਖਿਆ ਤੇ ਚਰਚਾ 2020 ਦੇ ਆਖਰੀ ਪ੍ਰਸ਼ਨ ਲਈ ਮੈਂ ਸੱਦਾ ਦਿੰਦੀ ਹਾਂ। 5 ਨਦੀਆਂ ਦੇ ਪ੍ਰਦੇਸ਼, ਗੁਰੂਆਂ ਦੀ ਧਰਤੀ, ਪੰਜਾਬ ਦੇ GGSC ਮਾਲੂਕਾ ਬਠਿੰਡਾ ਤੋਂ ਹਰਦੀਪ ਕੌਰ ਜਮਾਤ 12ਵੀਂ ਦੀ ਵਿਦਿਆਰਥਣ ਨੂੰ ਜੋ ਮਾਨਯੋਗ ਪ੍ਰਧਾਨ ਮੰਤਰੀ ਜੀ ਤੋਂ ਆਪਣੇ ਪ੍ਰਸ਼ਨ ਦਾ ਸਮਾਧਾਨ ਚਾਹੁੰਦੀ ਹੈ। ਹਰਦੀਪ, ਆਪਣਾ ਪ੍ਰਸ਼ਨ ਪੁੱਛੋ। ਸਤਿ ਸ੍ਰੀ ਅਕਾਲ ਸਰ, ਮੈਂ ਹਰਦੀਪ ਕੌਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਲੂਕਾ 12ਵੀਂ ਜਮਾਤ ਦੀ ਵਿਦਿਆਰਥਣ ਪੰਜਾਬ ਤੋਂ ਹਾਂ। ਸਰ, ਮੈਂ ਬੋਰਡ ਦੇ ਐਗਜ਼ਾਮਸ 'ਚ ਤਾਂ ਚੰਗੇ ਨੰਬਰ ਲਿਆ ਸਕਦੀ ਹਾਂ, ਲੇਕਿਨ ਸਰ ਜਦ ਗੱਲ ਕੰਪੀਟੀਟਿਵ ਐਗਜ਼ਾਮਸ ਦੀ ਆਉਂਦੀ ਹੈ ਤਾਂ ਮੈਂ ਚਿੰਤਿਤ ਹੋ ਜਾਂਦੀ ਹਾਂ, ਘਬਰਾ ਜਾਂਦੀ ਹਾਂ। ਇਸ ਵਿਸ਼ੇ ਤੇ ਮੈਂ ਤੁਹਾਡੇ ਤੋਂ ਸਲਾਹ ਲੈਣਾ ਚਾਹੁੰਦੀ ਹਾਂ। ਧੰਨਵਾਦ ਹਰਦੀਪ। ਸ਼੍ਰੀਮਾਨ ਜੀ, ਹਰਦੀਪ ਤੇ ਨਿਸ਼ਾ ਦੀ ਜਿਗਿਆਸਾ ਤੇ ਮਾਰਗਦਰਸ਼ਨ ਕਰੋ। ਸਤਿ ਸ਼੍ਰੀ ਅਕਾਲ। ਮੇਰਾ ਤੁਹਾਨੂੰ ਸਭ ਨੂੰ ਨਿਵੇਦਨ ਹੈ, ਇਸ ਲਈ ਨਹੀਂ ਕਿ ਉਹ ਕਿਤਾਬ ਮੈਂ ਲਿਖੀ ਹੈ, ਲੇਕਿਨ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ ਉਹਨਾਂ ਨੂੰ ਮੈਂ ਜ਼ਰੂਰ ਇਹ ਕਹਾਂਗਾ
ਕਿ ਹੋ ਸਕੇ ਤਾਂ ਇਹਨਾਂ 2 ਦਿਨਾਂ 'ਚ ਤੁਸੀਂ ਪ੍ਰੀਖਿਆ ਉੱਤੇ ਚਰਚਾ ਐਗਜ਼ਾਮ ਵਾਰੀਅਰ ਮੇਰੀ ਜੋ ਕਿਤਾਬ ਹੈ, ਐਕਚੁਅਲੀ ਉਹ ਮੇਰੀ ਨਹੀਂ ਹੈ, ਤੁਹਾਡੇ ਲੋਕਾਂ ਵੱਲੋਂ ਹੌਲੀ ਹੌਲੀ ਪਨਪਦੀ ਜਾ ਰਹੀ ਹੈ ਉਹ ਕਿਤਾਬ। ਨਵੇਂ ਪਹਿਲੂ ਜੁੜ ਜਾਂਦੇ ਨੇ। ਤੁਸੀਂ ਲੋਕ ਉਸ ਨੂੰ 2 ਵਾਰ ਪੜ੍ਹੋ, ਆਉਣ ਵਾਲੇ 2-3 ਦਿਨਾਂ 'ਚ 2 ਵਾਰ ਪੜ੍ਹੋ। ਤੁਹਾਡਾ ਕੋਈ ਸਵਾਲ ਨਹੀਂ ਰਹੇਗਾ ਕਿ 12ਵੀਂ ਚੰਗਾ ਕਰਨ ਦੇ ਬਾਵਜੂਦ ਵੀ ਅੱਗੇ ਦੇ ਐਗਜ਼ਾਮਸ ਦਾ ਤਣਾਅ ਰਹਿੰਦਾ। ਇਹ ਤਣਾਅ ਕਿਸ ਚੀਜ਼ ਦਾ ਨਾਮ ਹੈ? ਤਣਾਅ ਤੁਹਾਨੂੰ ਮਾਈਨਿਊਟਲੀ ਹੈ, ਅਤੇ ਮੈਂ ਮੰਨਦਾ ਕਿ ਜੋ 12ਵੀਂ ਦੇ ਬੱਚੇ ਨੇ ਉਹ ਉਸ ਨੂੰ ਸਮਝ ਸਕਦੇ ਨੇ ਬੜੀ ਚੰਗੀ ਤਰ੍ਹਾਂ। ਇਹ ਤਣਾਅ ਐਗਜ਼ਾਮਸ ਦਾ ਨਹੀਂ ਹੈ। ਜੋ ਤਣਾਅ ਤੁਸੀਂ ਅਨੁਭਵ ਕਰ ਰਹੇ ਹੋ ਅਤੇ ਜਿਸ ਨੂੰ ਤੁਸੀਂ ਐਗਜ਼ਾਮਸ ਦਾ ਤਣਾਅ ਕਹਿੰਦੇ ਹੋ, ਉਹ ਐਗਜ਼ਾਮਸ ਦਾ ਤਣਾਅ ਨਹੀਂ ਹੈ। ਉਹ ਤਣਾਅ ਤੁਹਾਡੇ ਅੰਦਰ ਇੱਕ ਮਨ ਵਿੱਚ ਇੱਕ ਐਂਬੀਸ਼ਨ ਪਿਆ ਹੋਇਆ, ਇੱਕ ਆਕਾਂਖਸ਼ਾ ਪਈ ਹੋਈ ਹੈ ਕਿ ਮੈਂ ਇਹ ਬਣਨਾ। ਉਹ ਬਣਨ ਲਈ ਇਹ ਐਗਜ਼ਾਮ ਮੇਰੇ ਲਈ ਜਿਉਣ ਮਰਨ ਦਾ ਮੁੱਦਾ ਹੈ। ਜੇ ਮੈਂ ਅਸਫਲ ਰਿਹਾ ਜਾਂ ਅਸਫਲ ਰਹੀ ਤਾਂ ਅੱਗੇ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ। ਤੁਹਾਨੂੰ ਐਗਜ਼ਾਮ ਦੀ ਸਫਲਤਾ ਦੀ ਟੈਨਸ਼ਨ ਨਹੀਂ ਹੈ। ਤੁਸੀਂ ਖੁਦ ਨੂੰ ਇੱਕ ਕਰੀਅਰ ਦੇ ਨਾਲ ਜੋ ਆਈਡੈਂਟੀਫਾਈ ਕਰ ਲਿਆ, ਮੈਂ ਇਹ ਬਣਨਾ, ਬਣਨ ਲਈ ਇਹ ਰਾਹ ਹੈ, ਇਸ ਰਾਹ 'ਤੇ ਮੈਂ ਨਹੀਂ ਪਹੁੰਚ ਪਾਇਆ ਤਾਂ ਮੈਂ ਸ਼ਾਇਦ ਜੀਵਨ 'ਚ ਨਿਕੰਮਾ ਹੋ ਜਾਵਾਂਗਾ, ਇਹ ਟੈਨਸ਼ਨ ਹੈ। ਜੇ ਤੁਸੀਂ ਐਗਜ਼ਾਮ ਵਾਰੀਅਰ ਕਿਤਾਬ ਪੜ੍ਹੋਗੇ ਤਾਂ ਬਹੁਤ ਆਸਾਨ ਉਸ ਵਿੱਚ ਜਵਾਬ ਨੇ ਕਿ ਤੁਸੀਂ ਅਤੇ ਮੈਂ ਆਪਣੇ ਜੀਵਨ ਲਈ ਹਮੇਸ਼ਾ ਕਹਿੰਦਾ ਕਿ ਅਸੀਂ ਕਦੇ ਵੀ ਬਣਨ ਦੇ ਸੁਪਨੇ ਨਾ ਪਾਲੀਏ। ਬਣਨ ਦੇ ਸੁਪਨਿਆਂ 'ਚ ਹਰ ਪਲ ਨਿਰਾਸ਼ਾ ਦੀ ਸੰਭਾਵਨਾ ਰਹਿੰਦੀ ਹੈ ਕਿ ਅਸੀਂ ਇਹ ਬਣਨਾ ਚਾਹਿਆ, ਨਹੀਂ ਬਣ ਸਕੇ ਤਾਂ ਜੀਵਨ ਵਿਫਲਾ। ਲੇਕਿਨ ਜੇ ਕੁਝ ਕਰਨ ਦੇ ਸੁਪਨੇ ਵੇਖੀਏ ਤਾਂ ਜੋ ਵੀ ਕਰਾਂਗੇ ਤਾਂ ਉਸ ਨੂੰ ਵਧੀਆ ਕਰਨ ਦਾ ਮਨ ਕਰੇਗਾ। ਅਤੇ ਇਸ ਲਈ ਜੀਵਨ ਨੂੰ ਬਣਨ ਦੇ ਸੁਪਨਿਆਂ ਨਾਲ ਜੋੜਨ ਦੀ ਬਜਾਏ ਕੁਝ ਕਰਨ ਦੇ ਸੁਪਨਿਆਂ ਨਾਲ ਜੋੜਨਾ ਚਾਹੀਦਾ। ਜੇ ਕੁਝ ਕਰਨ ਦੇ ਸੁਪਨਿਆਂ ਨਾਲ ਜੋੜੋਗੇ ਤਾਂ ਤੁਹਾਨੂੰ ਕਦੇ ਵੀ ਇਹ ਐਗਜ਼ਾਮ ਦਾ ਪ੍ਰੈਸ਼ਰ ਨਹੀਂ ਰਹੇਗਾ। ਇਹ ਸਿਰਫ ਇੱਕ ਖਿੜਕੀ ਹੈ, ਇੱਕ ਦਰਵਾਜ਼ਾ ਹੈ ਜੋ ਅੱਗੇ ਜਾਣ ਲਈ ਰਸਤਾ ਖੋਲ੍ਹ ਰਿਹਾ। ਲੇਕਿਨ ਅੱਗੇ ਜਾ ਕੇ ਇੱਕ ਹੀ ਰਸਤਾ ਨਹੀਂ ਹੈ, ਢੇਰ ਸਾਰੇ ਰਸਤੇ ਨੇ, ਅਨੇਕਾਂ ਖੇਤਰ ਨੇ। ਪੂਰਾ ਵਿਸ਼ਵ ਮੇਰੀ ਸਮਰੱਥਾ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਅਗਰ ਇਹ ਮਿਜ਼ਾਜ ਰਿਹਾ ਤਾਂ ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਇਸ ਦਾ ਕੋਈ ਤਣਾਅ ਨਹੀਂ ਰਹੇਗਾ। ਮੈਂ ਇੱਕ ਵਾਰ ਫਿਰ HRD ਮਿਨਿਸਟਰੀ ਦਾ ਦਿਲੋਂ ਅਭਿਨੰਦਨ ਕਰਦਾ। ਮੈਂ ਦੇਸ਼ ਭਰ ਦੇ ਸਕੂਲਾਂ ਦਾ ਧੰਨਵਾਦ ਕਰਦਾ, ਖਾਸ ਕਰਕੇ ਸਾਰੇ ਟੀਚਰਸ ਦਾ ਧੰਨਵਾਦ ਕਰਦਾ। ਮੈਂ ਸਾਰੇ ਅਭਿਭਾਵਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਲਗਾਤਾਰ ਇਸ ਪ੍ਰੀਖਿਆ ਉੱਤੇ ਚਰਚਾ, ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਬਹੁਤ ਵੱਡੀ ਮਦਦ ਕੀਤੀ ਹੈ, ਇਸ ਨੂੰ ਅੱਗੇ ਵਧਾਇਆ ਅਤੇ ਹਿੰਦੁਸਤਾਨ ਦੇ ਸਾਰੇ ਰਾਜਾਂ ਨੇ ਇੱਕ ਸਕਾਰਾਤਮਕ ਭਾਵ ਨਾਲ ਇਸ ਨੂੰ ਜੋੜਿਆ। ਮੈਂ ਤੁਹਾਡਾ ਸਭ ਦਾ ਜੋ ਇੱਥੇ ਆਏ ਨੇ, ਮੇਰੇ ਸਾਹਮਣੇ ਇੱਕ ਨਵਾਂ ਭਾਰਤ ਹੈ। ਮੇਰੇ ਸਾਹਮਣੇ ਹਿੰਦੁਸਤਾਨ ਦੇ ਹਰ ਕੋਨੇ ਤੋਂ ਆਏ ਹੋਏ ਬੱਚੇ ਇੱਥੇ ਨੇ। ਭਾਰਤ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ ਤਾਂ ਵਾਗਡੋਰ ਤੁਹਾਡੇ ਹੱਥਾਂ 'ਚ ਹੋਏਗੀ। ਇਹੋ ਜਿਹੇ ਲੋਕ ਨੇ ਮੇਰੇ ਸਾਹਮਣੇ। ਅਤੇ ਜੇ ਅੱਜ ਤੋਂ 30-40 ਸਾਲ ਬਾਅਦ ਜਦ ਤੁਸੀਂ ਸਫਲਤਾ ਨੂੰ ਚੁੰਮ ਰਹੇ ਹੋਵੋਗੇ ਅਤੇ ਜੇ ਮੈਂ ਜ਼ਿੰਦਾ ਹੋਇਆ ਅਤੇ ਕਿਤੇ ਮਿਲ ਜਾਵਾਂਗਾ ਤਾਂ ਮੈਂ ਬੜੇ ਮਾਣ ਨਾਲ ਕਹਾਂਗਾ ਕਿ ਮੈਨੂੰ ਬੜਾ ਮਾਣ ਹੈ ਕਿ ਮੈਂ ਅੱਜ ਜੋ ਇਸ ਵਿਵਸਥਾ ਨੂੰ ਲੀਡਰਸ਼ਿਪ ਦੇ ਰਹੇ ਨੇ, ਇਹਨਾਂ ਹਾਲਾਤਾਂ ਨੂੰ ਬਦਲਣ ਦਾ ਜੋ ਕੰਮ ਕਰ ਰਹੇ ਨੇ, ਇਸ ਲੈਬ ਦੇ ਅੰਦਰ ਦੁਨੀਆ ਨੂੰ ਨਵੀਆਂ ਚੀਜ਼ਾਂ ਦੇ ਰਹੇ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਦੀ 2020 'ਚ 20 ਜਨਵਰੀ ਨੂੰ ਮੈਨੂੰ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਸੀ। ਮੈਂ ਬਹੁਤ ਮਾਣ ਮਹਿਸੂਸ ਕਰਾਂਗਾ ਕਿ ਤੁਹਾਡੇ ਹੱਥਾਂ 'ਚ ਜਦ ਦੇਸ਼ ਦੀ ਵਾਗਡੋਰ ਹੋਏਗੀ ਅਤੇ ਮੈਂ ਮਾਣ ਨਾਲ ਕਹਾਂਗਾ, ਹਾਂ ਯਾਰ, ਮੈਂ ਬੜੀ ਪਹਿਲਾਂ ਇਹਨਾਂ ਨੂੰ ਕਦੇ ਵੇਖਿਆ ਸੀ। ਮੇਰੇ ਜੀਵਨ ਦਾ ਇਸ ਤੋਂ ਵੱਡਾ ਸੰਤੋਸ਼ ਹੋਰ ਕੀ ਹੋ ਸਕਦਾ? ਇਸੇ ਸੰਤੋਸ਼ ਅਤੇ ਵਿਸ਼ਵਾਸ ਦੇ ਨਾਲ ਪ੍ਰੀਖਿਆ ਜ਼ਿੰਦਗੀ ਨਹੀਂ ਹੈ। ਜ਼ਿੰਦਗੀ 'ਚ ਪ੍ਰੀਖਿਆ ਇੱਕ ਮੁਕਾਮ ਹੈ। ਉਸ ਤੋਂ ਵੱਧ ਪ੍ਰੈਸ਼ਰ ਨਾ ਰੱਖਦੇ ਹੋਏ ਅਤੇ ਜਦ ਅੱਜ ਦੇਸ਼ ਦੇ ਲੱਖਾਂ ਐਜੂਕੇਸ਼ਨਲ ਇੰਸਟੀਟਿਊਸ਼ਨਸ, ਕਰੋੜਾਂ ਬਾਲਕ
ਤੇ ਦੁਨੀਆ ਦੇ ਵੀ ਕਈ ਬਾਲਕ ਇੰਟਰਨੈਟ ਦੇ ਮਾਧਿਅਮ ਨਾਲ, ਟੈਕਨੋਲੋਜੀ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਉਹਨਾਂ ਸਭ ਨੂੰ ਮੈਂ ਇਹੀ ਕਹਾਂਗਾ ਕਿ ਸਾਨੂੰ ਪੂਰੇ ਵਿਸ਼ਵਾਸ ਦੇ ਨਾਲ ਆਉਣ ਵਾਲਾ ਕੱਲ੍ਹ ਤੁਹਾਡਾ ਹੈ, ਤੁਹਾਡੀ ਮਿਹਨਤ ਨਾਲ ਆਉਣ ਵਾਲਾ ਕੱਲ੍ਹ ਹਿੰਦੁਸਤਾਨ ਦਾ, ਅਤੇ ਉਸੇ ਵਿਸ਼ਵਾਸ ਦੇ ਨਾਲ ਅਸੀਂ ਸਭ ਅੱਗੇ ਵਧੀਏ। ਮੇਰੀ ਤੁਹਾਨੂੰ ਸਭ ਨੂੰ ਅਨੇਕਾਂ ਸ਼ੁਭਕਾਮਨਾਵਾਂ ਨੇ। ਤੁਹਾਡੇ 'ਚੋਂ ਬਹੁਤ ਸਾਰੇ ਬਾਲਕ, ਜ਼ਿਆਦਾਤਰ ਇਹੀ ਸਵਾਲ ਤੁਹਾਡੇ ਮਨ 'ਚ ਹੋਣਗੇ, ਲੇਕਿਨ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਸ਼ਾਇਦ ਘਰੋਂ ਨਿਕਲੇ ਹੋਣਗੇ ਤਦ ਟੀਵੀ ਇੰਟਰਵਿਊਜ਼ ਵੀ ਦਿੱਤਾ ਹੋਏਗਾ ਕਿ ਅਸੀਂ PM ਨੂੰ ਪੁੱਛਣ ਲਈ ਜਾ ਰਹੇ ਹਾਂ, ਅਸੀਂ ਇਹ ਸਵਾਲ ਪੁੱਛਾਂਗੇ, ਲੇਕਿਨ ਸਭ ਨੂੰ ਮੌਕਾ ਨਹੀਂ ਮਿਲਿਆ ਹੋਏਗਾ। ਮੈਂ ਇਸ ਲਈ ਤੁਹਾਡੇ ਤੋਂ ਮੁਆਫੀ ਮੰਗਦਾ, ਕਿਉਂਕਿ ਸਮੇਂ ਦੀ ਸੀਮਾ ਕਰਕੇ ਸ਼ਾਇਦ ਸਭ ਨੂੰ ਮੌਕਾ ਨਹੀਂ ਦੇ ਪਾ ਰਿਹਾ, ਲੇਕਿਨ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ, ਤੁਹਾਡੇ ਸਵਾਲਾਂ ਨੂੰ ਪੜ੍ਹਦਾ ਅਤੇ ਹਰ ਪਲ ਤੁਹਾਡੇ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਅੱਗੇ ਵੀ ਕਰਦਾ ਰਹਾਂਗਾ। ਇਸੇ ਭਾਵਨਾ ਦੇ ਨਾਲ ਫਿਰ ਇੱਕ ਵਾਰ ਤੁਹਾਨੂੰ ਸਭ ਨੂੰ ਅਨੇਕਾਂ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ।